ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਫੋਕਸ ਪ੍ਰੋਗਰਾਮ ਦੇ ਪਿਆਰੇ ਮਿੱਤਰੋ, ਦਰਸ਼ਕੋ, ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਔਰ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬ ਵਿੱਚ ਜੋ ਸਮੱਸਿਆਵਾਂ ਨੇ, ਜੋ ਭਗਤੀ ਮਸਲੇ ਨੇ, ਉਹਨਾਂ ਨਾਲ ਅਸੀਂ ਤੁਹਾਡੀ ਸਾਂਝ ਪਵਾਉਂਦੇ ਹਾਂ। ਉਹ ਆਏ ਦਿਨ ਨਵੇਂ ਤਾਂ ਹੁੰਦੇ ਹੀ ਆ, ਔਰ ਉਹ ਲੋਕ ਉਹ ਜਿਹੜੇ ਇੱਥੋਂ ਦੇ ਵਸਿੰਦੇ ਨੇ ਉਹਨਾਂ ਨੂੰ ਤਾਂ ਸ਼ਾਇਦ ਪਤਾ ਲੱਗ ਜਾਂਦਾ, ਪਰ ਜਿਹੜੇ ਦੂਰ ਦਰਾਡੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਸਾਡੇ ਪਿਆਰੇ ਦਰਸ਼ਕ ਨੇ, ਅਸੀਂ ਉਹਨਾਂ ਨੂੰ ਇਹਨਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਾਂ। ਔਰ ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਸਾਂਝ ਪਾਵਾਂਗੇ ਤੁਹਾਨੂੰ ਇਹਨਾਂ ਸਾਰੇ ਮਸਲਿਆਂ ਨਾਲ। ਔਰ ਮੇਰੇ ਨਾਲ ਬੈਠੇ ਨੇ ਸੰਜੀਵ ਖੰਨਾ ਜੀ। ਤੇ ਸੰਜੀਵ ਖੰਨਾ ਜੀ, ਅੱਜ ਅਸੀਂ ਤੁਹਾਡੇ ਕੋਲ ਤੇ ਪੁੱਛਾਂਗੇ ਜਿਹੜੇ ਮਸਲੇ ਨੇ ਪੰਜਾਬ ਦੇ ਉਹ ਕਿਹੜੇ ਨੇ, ਜਿਹੜੇ ਤੁਸੀਂ ਕਹੋਗੇ ਮੈਂ ਉਹਨਾਂ ਦਾ ਜਵਾਬ ਵੀ ਦਊਂਗਾ ਜੀ। ਪਰ ਇੱਕ ਜਾਤੀ ਸਵਾਲ ਵੀ ਹੈ ਜਿਹਦਾ ਜਵਾਬ ਤੁਹਾਡੇ ਕੋਲ ਮੈਂ ਨਹੀਂ ਮੰਗਦਾ, ਸਾਰੇ ਸਾਡੇ ਦਰਸ਼ਕ ਮੰਗਣਗੇ ਕਿ ਤੁਹਾਡੀ ਰੂਪ ਰੇਖਾ ਬਹੁਤ ਬਦਲੀ ਹੋਈ ਹੈ। ਤੁਸੀਂ ਪਗੜੀ ਸਜਾਈ ਹੈ, ਦਸਤਾਰ ਸਜਾਈ ਹੈ ਔਰ ਸੋਹਣੀ ਲੱਗ ਰਹੀ ਆ, ਬਹੁਤ ਤੁਹਾਡਾ ਚਿਹਰਾ ਸੋਹਣਾ ਲੱਗ ਰਿਹਾ। ਪਰ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਸਿੱਖ ਜਗਤ ਨੂੰ ਇਹਦੀ ਵਧਾਈ ਹੈ, ਸਾਰੇ ਲੋਕਾਂ ਨੂੰ, ਪੰਜਾਬੀਆਂ ਨੂੰ, ਵਸਨੀਕਾਂ ਨੂੰ, ਕਿ ਤੁਸੀਂ ਆਪਣੀ ਰੂਪ ਰੇਖਾ ਬਦਲੀ ਆ ਔਰ ਸੋਹਣੇ ਵੀ ਲੱਗ ਰਹੇ ਜੀ। ਔਰ ਇਹਦੇ ਨਾਲ ਤਾਂ ਤੁਹਾਨੂੰ ਇਹਦੇ ਨਾਲ ਬੜੇ ਫਾਇਦੇ ਵੀ ਹੋਣਗੇ। ਜਦੋਂ ਤੁਸੀਂ ਮੋਟਰਸਾਈਕਲ ਚਲਾਓਗੇ ਜਾਂ ਬਾਹਰ ਜਾਓਗੇ, ਤੁਹਾਨੂੰ ਕੋਈ ਪੁਲਿਸ ਨਹੀਂ ਰੋਕੂਗੀ, ਕਿਸੇ ਪਾਸੇ ਨਹੀਂ ਰੋਕਣਗੇ, ਕਿਉਂਕਿ ਨਹੀਂ ਤਾਂ ਹੈਲਮਟ ਮੰਗਣਗੇ, ਕਈ ਕੁਛ ਹੈਗਾ, ਧੁੱਪ ਵੀ ਘੱਟ ਲੱਗੂਗੀ। ਫਿਰ ਗੁਰੂ ਮਹਾਰਾਜ ਦੀ ਤੁਹਾਡੇ ਤੇ ਆਸ਼ੀਰਵਾਦ ਵੀ ਹੈ, ਬਖਸ਼ਿਸ਼ ਵੀ ਹੈ। ਔਰ ਇਹ ਸਵਾਲ ਤੁਸੀਂ ਛੋਟਾ ਜਿਹਾ ਜਵਾਬ ਦਿਓਗੇ ਜੀ, ਮੈਨੂੰ ਨਹੀਂ ਸਾਰਿਆਂ ਨੂੰ। ਇਹਦਾ ਜਵਾਬ ਇਹ ਹੈ ਕਿ ਜੋ ਮੇਰੇ ਪਰਿਵਾਰ ਦੀ ਪਰੰਪਰਾ ਹੈ ਸ਼ੁਰੂ ਤੋਂ, ਕਿਉਂਕਿ ਅਸੀਂ ਸਿੱਖ ਪਰਿਵਾਰ ਤੋਂ ਹਾਂ ਜੀ, ਇਹ ਪਰੰਪਰਾ ਸ਼ੁਰੂ ਤੋਂ ਚੱਲੀ ਆ ਰਹੀ ਹੈ, ਦਾਦਾ ਜੀ ਤੱਕ ਚੱਲਦੀ ਰਹੀ ਹੈ। ਡੈਡੀ ਵਿਦੇਸ਼ਾਂ 'ਚ ਚਲੇ ਗਏ, ਉਹ ਕਈ ਮੁਲਕਾਂ 'ਚ ਰਹੇ, ਤੇ ਫਿਰ ਉਹ ਕਾਫੀ ਚੇਂਜ ਹੋਇਆ ਟਾਈਮ ਦੇ ਨਾਲ। ਪਰ ਜਦੋਂ ਭਾਰਤ ਵਾਪਸ ਆਏ ਮੇਰੇ ਜਨਮ ਤੋਂ ਬਾਅਦ, ਉਹ ਫਿਰ ਤੋਂ ਬਦਲਣਾ ਚਾਹੁੰਦੇ ਸੀ, ਫਿਰ ਤੋਂ ਦਸਤਾਰ ਬੰਨਣਾ ਚਾਹੁੰਦੇ ਸੀ। ਪਰ ਬਹੁਤ ਜ਼ਿਆਦਾ ਸਮੱਸਿਆਵਾਂ ਸੀ ਘਰ ਦੇ ਵਿੱਚ, ਬਿਜ਼ਨਸ ਖਤਮ ਹੋਏ, ਬਹੁਤ ਕੁਝ ਖਤਮ ਹੋਇਆ, ਉਲਝਣਾਂ ਇੰਨੀਆਂ ਪੈਦਾ ਹੋ ਗਈਆਂ ਕਿ ਉਹਨਾਂ ਨੂੰ ਵਕਤ ਹੀ ਨਹੀਂ ਮਿਲਿਆ। ਔਰ ਮੈਂ ਬਹੁਤ ਛੋਟਾ ਸੀ ਜਦੋਂ ਉਹਨਾਂ ਨੇ ਸਰੀਰ ਦਾ ਤਿਆਗ ਕੀਤਾ। ਤਾਂ ਫਿਰ ਉਸ ਤੋਂ ਬਾਅਦ ਘਰ ਦੇ ਵਿੱਚ ਉਹ ਮਾਹੌਲ ਨਹੀਂ ਬਣ ਪਾਇਆ ਕਿ ਮੈਂ ਮੁੜ ਤੋਂ ਆਪਣੀ ਪਰਿਵਾਰ ਦੀ ਪਰੰਪਰਾ ਲੈ ਕੇ ਤੁਰਾਂ। ਪਰ ਹੁਣ ਕੁਝ ਦਿਨ ਪਹਿਲਾਂ ਜਦੋਂ ਗੁਰੂ ਸਾਹਿਬ ਦੇ ਗੁਰਪੁਰਬ ਆਇਆ ਹੈ, ਖਾਸ ਕਰਕੇ ਜਦੋਂ 5ਵੀਂ ਪਾਤਸ਼ਾਹੀ ਦਾ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੈ, ਉਦੋਂ ਮੈਂ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਚੱਲਿਆ ਤੇ ਮੈਂ ਸਿਰ ਦੇ ਉੱਤੇ ਰੁਮਾਲ ਬੰਨਿਆ ਤੇ ਮਾਤਾ ਜੀ ਨੂੰ ਮਿਲ ਕੇ ਚੱਲਿਆ। ਮੈਂ ਕਿਹਾ ਮੈਂ ਮੱਥਾ ਟੇਕ ਕੇ ਆਇਆ। ਉਹ ਅੱਖਾਂ 'ਚ ਹੰਝੂ ਭਰ ਲਏ ਉਹਨਾਂ ਨੇ, ਕਹਿੰਦੇ ਜੇ ਤੂੰ ਦਸਤਾਰ ਬੰਨ ਕੇ ਜਾਵੇਂ ਤਾਂ ਕਿੰਨਾ ਸੋਹਣਾ ਲੱਗੇ। ਕੀ ਬਾਤ ਹੈ। ਮੈਂ ਕਿਹਾ ਠੀਕ ਹੈ, ਤੁਸੀਂ ਹੰਝੂ ਭਰ ਲਏ ਤੇ ਹੁਣ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਹੋਣਾ ਹੈ। ਬੜੀ ਅੱਛੀ ਗੱਲ ਹੈ, ਪਰਿਵਾਰ ਦੀ ਪਰੰਪਰਾ ਮਾਤਾ ਦੀ, ਆਪਣੀ ਮਾਂ ਦੀ ਅੱਖੀ ਨਹੀਂ ਮੋੜੀ। ਔਰ ਵਧੀਆ ਲੱਗਿਆ ਕਿਉਂਕਿ ਦਰਸ਼ਕਾਂ ਨੂੰ ਤੁਸੀਂ ਦੱਸਿਆ ਕਿ ਆਹ ਇਹਦਾ ਭੇਦ ਆ, ਔਰ ਇੱਥੋਂ ਤੁਹਾਨੂੰ ਮਾਤਾ ਜੀ ਨੇ ਕਿਹਾ। ਦੇਖੋ ਪਤਾ ਕੀ ਹੈਗਾ, ਕਹਿੰਦੇ ਨੇ ਰਫਤਾਰ, ਦਸਤਾਰ ਤੇ ਗੁਫਤਾਰ, ਇਹ ਤਿੰਨੇ ਚੀਜ਼ਾਂ ਜਦੋਂ ਸੁਮੇਲ ਹੋ ਜਾਂਦਾ ਤੇ ਬੰਦੇ ਦੀ ਸ਼ਖਸੀਅਤ ਵਿੱਚ, ਬੰਦੇ ਦੀ ਬੋਲ ਬਾਣੀ 'ਚ, ਬੰਦੇ ਦੇ ਲੋਕਾਂ ਨਾਲ ਸਹਿਚਾਰ ਵਿੱਚ ਔਰ ਲੋਕਾਂ ਦੀ ਮੁਲਾਕਾਤ ਵਿੱਚ ਬੜਾ ਕੁਝ ਫਰਕ ਪੈ ਜਾਂਦਾ, ਬੜਾ ਫਰਕ ਪੈਂਦਾ। ਗੁਫ਼ਤਗੂ ਦਾ ਮਤਲਬ ਸਾਡੇ ਦਰਸ਼ਕਾਂ ਨੂੰ ਇਹ ਸਾਂਝਾ ਅਸੀਂ ਕਰਦੇ ਹਾਂ, ਗੁਫ਼ਤਗੂ ਹੈਗੀ ਗੱਲਬਾਤ ਕਰਨ ਦਾ ਸਟਾਈਲ, ਤੁਹਾਡਾ ਜਾਂਚ ਰਹਿਣ ਦਾ, ਗੱਲਬਾਤ ਕਹਿਣ ਦਾ, ਉਹ ਹੈ। ਔਰ ਇਹਦੇ ਵਿੱਚ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਮੇਰੇ ਕਈ ਦੋਸਤ ਕਹਿੰਦੇ ਨੇ ਮੈਨੂੰ, ਤੂੰ ਇਸ ਤਰ੍ਹਾਂ ਦਾ ਲੱਗ ਰਿਹਾ ਹੈ, ਤੂੰ ਇਸ ਤਰ੍ਹਾਂ ਦਾ ਲੱਗ ਰਿਹਾ ਹੈ। ਮੈਂ ਕਿਹਾ ਮੈਂ ਜਿਸ ਤਰ੍ਹਾਂ ਦਾ ਵੀ ਲੱਗ ਰਿਹਾ, ਮੇਰੀ ਮਾਂ ਖੁਸ਼ ਹੈ, ਬਸ ਠੀਕ ਹੈ। ਮਾਂ ਖੁਸ਼ ਹੈ ਤਾਂ ਪੂਰੀ ਦੁਨੀਆ ਖੁਸ਼ ਹੈ, ਤੇ ਮੈਂ ਬਹੁਤ ਵਧੀਆ ਲੱਗ ਰਿਹਾ, ਮੈਂ ਬਹੁਤ ਸੋਹਣਾ ਲੱਗ ਰਿਹਾ, ਮੇਰੀ ਮਾਂ ਖੁਸ਼ ਹੈ। ਮੈਂ ਆਪਣੀ ਮਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਦੇਖ ਸਕਦਾ। ਸੋ ਮੈਂ ਆਪਣੇ ਇਸ ਪਲੇਟਫਾਰਮ ਤੋਂ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜੋ ਵੀ ਆਪਣੀ ਪਰਿਵਾਰ ਦੀ ਪਰੰਪਰਾ ਤੋਂ ਹਟ ਗਏ ਹੋ, ਮੁੜ ਕੇ ਆਪਣੀ ਪਰਿਵਾਰ ਦੀ ਪਰੰਪਰਾ 'ਤੇ ਆਓ, ਆਪਣੀ ਦਸਤਾਰ ਸਜਾਓ। ਔਰ ਕਿਉਂਕਿ ਅਸੀਂ ਬਾਬਾ ਨਾਨਕ ਦੇ ਸਿੱਖ ਹਾਂ, ਅਸੀਂ ਆਪਣੀ ਪਰੰਪਰਾ ਨੂੰ ਲੈ ਕੇ ਚੱਲੀਏ, ਸਾਡੇ ਬਜ਼ੁਰਗ ਵੀ ਖੁਸ਼ ਹੋਣ ਤੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਵੀ ਰਵੇ। ਔਰ ਹਮੇਸ਼ਾ ਜੋ ਅਸੀਂ ਹਮੇਸ਼ਾ ਗੱਲ ਇਹ ਸੁਣਦੇ ਵੀ ਹਾਂ, ਕਹਿੰਦੇ ਵੀ, ਔਰ ਪ੍ਰੈਕਟੀਕਲ ਵੀ ਹੈ, ਸਿੰਘ ਇਜ਼ ਕਿੰਗ। ਬਾਹਰਲੇ ਦੇਸ਼ਾਂ 'ਚ ਖਾਸ ਤੌਰ 'ਤੇ ਜਿੰਨੇ ਵੀ ਯੂਥ ਵੀ ਆ, ਪੁਰਾਣੇ ਲੋਕ ਵੀ ਆ, ਜਿੱਥੇ ਲੋਕ ਬੈਠੇ ਆ, ਪਗੜੀ ਸਜਾਉਂਦੇ ਆ ਔਰ ਉਸੇ ਤਰ੍ਹਾਂ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਆ। ਔਰ ਇਹ ਉੱਥੇ ਇਸ ਤਰ੍ਹਾਂ ਦੀ ਪਰੰਪਰਾ ਬਣ ਚੁੱਕੀ ਆ ਕਿ ਲੋਕਾਂ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਆਦਤ ਬਣ ਗਈ ਹੈ ਪਗੜੀ ਦੀ। ਕਿਉਂਕਿ ਜਿਹੜੇ ਬਾਹਰਲੇ ਦੇਸ਼ਾਂ 'ਚ ਗਏ ਉਹ ਆਂਦੇ ਵੀ ਸਾਡੀ ਆਇਡੈਂਟੀਟੀ, ਸਾਡੀ ਜਾਣ ਪਛਾਣ, ਸਾਡਾ ਰਹਿਣ ਸਹਿਣ ਤਾਂ ਲੋਕਾਂ ਨੂੰ ਇਸੇ ਤੋਂ ਪਤਾ ਲੱਗਣਾ ਕਿ ਇੰਡੀਅਨ ਇਕੱਲਿਆਂ ਕਿਆ ਨਹੀਂ ਪਤਾ ਲੱਗੂਗਾ, ਪੰਜਾਬ ਦੇ ਸਰਦਾਰ ਆਏ, ਪੰਜਾਬ ਦੇ ਲੋਕ ਆਏ ਆ। ਔਰ ਇਹ ਇੱਕ ਉਹਨਾਂ ਦੇ ਵਿੱਚ ਧਾਰਨਾ ਬਣ ਚੁੱਕੀ ਹੈ, ਜਿਹੜੀ ਧਾਰਨਾ ਤੁਹਾਡੀ ਇੱਥੇ ਬੈਠਿਆਂ ਦੇ ਬਣ ਗਈ। ਬਿਲਕੁਲ, ਚਲੋ ਜੀ ਅੱਗੇ ਵਧੋ। ਹੁਣ ਸਾਨੂੰ ਸਾਡੀ ਪਹਿਚਾਣ ਨਹੀਂ ਗਵਾਉਣੀ ਚਾਹੀਦੀ, ਪਹਿਚਾਣ ਤੇ ਹਮੇਸ਼ਾ ਰਹੋ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਪਹਿਲਾਂ ਮੈਨੂੰ ਸਾਰੇ ਬੁਲਾਉਂਦੇ ਸੀ ਸੰਜੀਵ ਜੀ, ਹੁਣ ਮੈਨੂੰ ਬੁਲਾਉਂਦੇ ਨੇ ਸਿੰਘ ਸਾਹਿਬ, ਮਿਸਟਰ ਸਿੰਘ।
ਸਰਦਾਰ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਨਾਲ ਜੀ ਲੱਗਦਾ, ਮੁਖਾਤਬ ਦਾ ਸੰਬੋਧਨ ਬਦਲ ਜਾਂਦਾ ਨਾ, ਬਦਲ ਜਾਂਦਾ ਔਰ ਮਜ਼ਾ ਆਉਂਦਾ ਹੈ ਕਿ ਬਹੁਤ ਵਧੀਆ ਲੱਗਦਾ, ਦਿਲ ਨੂੰ ਬੜੀ ਖੁਸ਼ੀ ਹੁੰਦੀ ਅੰਦਰ ਦੀ। ਮਤਲਬ ਮੈਂ ਖੁਸ਼ੀ ਹੁਣ ਸ਼ਬਦ ਤਾਂ ਨਹੀਂ ਮੈਂ ਬਿਆਨ ਕਰ ਸਕਦਾ, ਬਸ ਇਹ ਹੈ ਕਿ ਮੈਂ ਖੁਸ਼, ਮਾਂ ਖੁਸ਼ ਔਰ ਸਾਰੇ ਖੁਸ਼ ਹਾਂ ਅਸੀਂ। ਸੋ ਇਹ ਖੁਸ਼ੀਆਂ ਤੁਹਾਨੂੰ ਵੀ ਮਾਲਿਕ ਬਖਸ਼ੇ, ਤੁਸੀਂ ਵੀ ਆਪਣੀ ਪਰੰਪਰਾ ਤੇ ਆਓ ਤੇ ਦਸਤਾਰ ਸਜਾਓ, ਸੋਹਣੇ ਲੱਗੋ, ਸੋਹਣੇ ਸਜੋ। ਸੋ ਹੁਣ ਆਪਾਂ ਆਉਨੇ ਆ ਆਪਣੀਆਂ ਆਪਣੇ ਮਸਲੇ ਜਿਹੜੀਆਂ ਮਸਲੇ ਨੇ ਭਾਰਤ ਦੇ, ਤਾਂ ਸਭ ਤੋਂ ਪੱਕਿਆ ਹੋਇਆ ਮਸਲਾ ਤੇ ਇਹ ਹੈ ਕਿ ਜੋ ਅਗਨੀਪਥ ਜੋ ਆਰਮੀ ਦੇ ਵਿੱਚ ਭਰਤੀ ਨੂੰ ਲੈ ਕੇ ਚੱਲ ਰਹੀ ਹੈ ਸਕੀਮ, ਔਰ ਪੁਰਾਣੇ ਸਟੂਡੈਂਟਸ ਜੋ ਸ਼ੁਰੂ ਤੋਂ ਤਿਆਰੀ ਕਰਦੇ ਪਏ ਨੇ ਆਰਮੀ ਦੇ ਵਿੱਚ ਆਉਣ ਦੀ, ਔਰ ਰੋਜ਼ ਸਵੇਰੇ ਪ੍ਰੈਕਟਿਸ ਕਰਦੇ ਨੇ, ਗਰਾਊਂਡ ਤੇ ਜਾਂਦੇ ਨੇ, ਉਸ ਤੋਂ ਇਲਾਵਾ ਹੋਰ ਵੀ ਟੈਸਟ ਦੀ ਤਿਆਰੀ ਕਰਦੇ ਨੇ, ਉਹ ਬੜੇ ਇਸ ਨਾਲ ਮਤਲਬ ਇੱਕ ਤਰ੍ਹਾਂ ਨਾਲ ਕਹਿ ਸਕਦੇ ਹੋ ਕਿ ਪਰੇਸ਼ਾਨ ਨੇ ਕਿ ਕਰੀਏ ਤੇ ਕੀ ਕਰੀਏ। ਤੁਸੀਂ ਦੇਖ ਰਹੇ ਹੋ ਕਿ ਭਾਰਤ ਦੇ ਵਿੱਚ ਭਾਰਤ ਬੰਦ ਦਾ ਵੀ ਹੋਇਆ 21 ਜੂਨ ਨੂੰ, ਔਰ ਉਸ ਤੋਂ ਇਲਾਵਾ ਵੀ ਪ੍ਰਦਰਸ਼ਨ ਚੱਲ ਰਹੇ ਨੇ ਕਿ 4 ਸਾਲ ਵਾਸਤੇ ਸਿਰਫ ਅਸੀਂ ਆਪਣੇ ਡ੍ਰੀਮ ਜੌਬ ਦੇ ਵਿੱਚ ਆਵਾਂਗੇ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ, ਕਿ ਅਸੀਂ ਆਰਮੀ ਦੇ ਵਿੱਚ ਆਉਣਾ ਚਾਹੁੰਦੇ ਹਾਂ, ਤੇ 4 ਸਾਲ ਬਾਅਦ ਕੀ ਕਰਾਂਗੇ। ਹਾਲਾਂਕਿ ਗਵਰਨਮੈਂਟ ਕਹਿੰਦੀ ਹੈ ਕਿ 25% ਲੋਕਾਂ ਨੂੰ ਕੰਟੀਨਿਊ ਕੀਤਾ ਜਾਏਗਾ, ਬਾਕੀ 75% ਕਿੱਥੇ ਜਾਣ, ਉਹ ਕੀ ਕਰਨ। ਉਹ ਕਹਿੰਦੇ ਨੇ ਕਿ ਕਿਤੇ ਹੋਰ ਤੁਹਾਨੂੰ ਜੌਬ ਦੇਵਾਂਗੇ, ਪਰ ਜਿਹੜਾ ਮਾਈਂਡ ਸੈਟ ਹੈ, ਜਿਹੜੀ ਸੋਚ ਹੈ, ਜਿਹੜੀ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਅਕੋਰਡਿੰਗ ਟੂ ਆਰਮੀ ਹੈ, ਉਹ ਕਿਤੇ ਹੋਰ ਕਿੱਥੇ ਸਮਾ ਸਕਦੀ ਹੈ, ਉਹਦੀ ਸੋਚ ਕਿੱਥੇ ਸਮਾ ਸਕਦੀ ਹੈ। ਇਹ ਬੜੀਆਂ ਪਰੇਸ਼ਾਨੀਆਂ ਨੇ। ਹਾਂ, ਇਹ ਇਸ ਵੇਲੇ ਮਸਲਾ ਇਸ ਤਰ੍ਹਾਂ ਦਾ ਟੇਢਾ ਮਸਲਾ ਇਹਨੂੰ ਕਹਿ ਲਈਏ ਤਾਂ ਉਹ ਵੀ ਕੋਈ ਗੱਲ ਮਾੜੀ ਨਹੀਂ, ਕਿਉਂਕਿ ਯੂਥ ਨੇ, ਜਿਹਨੇ ਨੌਜਵਾਨ ਨੇ, ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ, ਉਹ ਇਸ ਤੋਂ ਖਫਾ ਹੋ ਗਏ, ਕਿਉਂਕਿ ਇਸ ਕਰਕੇ ਹੋ ਗਏ ਕਿ ਉਹਨਾਂ ਨੂੰ ਅਜੇ ਤਾਂ ਪਤਾ ਹੀ ਨਹੀਂਗਾ। ਜਦੋਂ ਅਚਨਚੇਤ ਕੋਈ ਗੱਲ ਉਹਨਾਂ 'ਤੇ ਥੋਪੀ ਜਾਂਦੀ ਹੈ ਤਾਂ ਉਹ ਭਾਵੇਂ ਘਰ ਦਾ ਕੋਈ ਮੈਂਬਰ ਹੋਵੇ ਜਾਂ ਕੋਈ ਵੀ ਹੋਵੇ, ਜਿੰਨੀ ਦੇਰ ਤੱਕ ਕਿਸੇ ਨੂੰ ਮੈਂਟਲੀ ਪ੍ਰਪੇਅਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਗੱਲ ਨੂੰ ਸਹਾਰਨਾ ਔਖਾ ਵੀ ਹੁੰਦਾ। ਔਰ ਉਹਦੇ ਵਿੱਚ ਪੇਰੈਂਟਸ ਵੀ ਨਾਲ ਦੁਖੀ ਹੋ ਗਏ ਆ, ਔਰ ਉਹਦੇ 'ਚ ਹਿੰਦੁਸਤਾਨ 'ਚ ਕਿੰਨਾ ਨੁਕਸਾਨ ਹੋ ਗਿਆ ਤੋੜ ਭੰਨ ਨਾਲ ਔਰ ਸਰਕਾਰੀ ਪ੍ਰਾਪਰਟੀ ਟੁੱਟਣ ਨਾਲ, ਇਹ ਵੀ ਬੜਾ ਕੁਝ ਵੱਡਾ ਨੁਕਸਾਨ ਸਹਾਰਨਾ ਪਿਆ ਜਿਹੜੀ ਭਾਰਤ ਸਰਕਾਰ ਨੂੰ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਇਸ ਵੇਲੇ ਇਹਨਾਂ ਨੇ ਸ਼ੁਰੂ ਕੀਤੀ ਹੈ ਸਕੀਮ, ਜਿਹਦਾ ਨਾਂ ਅਗਨੀਪਥ ਹੈ, ਔਰ ਇਹਦਾ ਨਾਮ ਹੀ ਥੋੜ੍ਹਾ ਜਿਹਾ ਟੇਢਾ ਨਾਂ ਹੀ ਹੈਗਾ। ਅਗਨੀਪਥ ਤਾਂ ਹੈ ਹੀ ਆ, ਪਰ ਲੋਕਾਂ ਨੇ ਵੀ ਅੱਗਾਂ ਲਗਾਤੀਆਂ, ਮੁੰਡਿਆਂ ਨੇ, ਯੂਥ ਨੇ, ਉਹੀ ਪਾਸੇ ਹੋ ਗਿਆ। ਅਗਨੀਪਥ ਵੀ ਹੋ ਗਿਆ, ਰਾਹ ਹੀ ਅਗਨੀ ਦਾ ਰਾਹ, ਅੱਗ ਦਾ ਰਾਹ। ਔਰ ਉਹਨਾਂ ਨੂੰ ਜਿਹੜੇ ਸਿਲੈਕਟ ਹੋਣਗੇ ਉਹਨਾਂ ਨੂੰ ਅਗਨੀਵੀਰ ਕਿਹਾ, ਉਹਨਾਂ ਨੇ ਅਗਨੀਵੀਰ ਕਿਹਾ। ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਨਾਮ ਹੀ ਰੱਖਣ ਨਾਲ ਕੋਈ ਇਸ ਤਰ੍ਹਾਂ ਦਾ ਜਿਹੜੀ ਹੈਗੇ ਨਾ ਉਹ ਚੁੱਭਦੇ ਵੀ ਆ ਨਾਂ ਲੋਕਾਂ ਨੂੰ। ਪਰ ਇਹਦੇ ਵਿੱਚ ਅੱਜ ਜਿਹੜੀ ਇਹਨਾਂ ਦਾ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ, ਜਿਹੜੇ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ ਜੀ, ਉਹਨਾਂ ਨੇ ਬਿਆਨ ਦਿੱਤਾ ਕਿ ਇਹ ਵਾਪਸ ਨਹੀਂ ਹੋਗੀ। ਇਸ ਕਰਕੇ ਵਾਪਸ ਨਹੀਂ ਹੋਗੀ ਕਿ ਅਸੀਂ ਇਹਦਾ ਸਾਰਾ ਬੰਤਰ, ਇਹਦਾ ਨਮੂਨਾ, ਇਹਦਾ ਸਟਾਈਲ, ਇਹਦਾ ਸਾਰਾ ਕੁਝ ਬਣਾ ਲਿਆ ਇਹਦਾ, ਔਰ ਇਹਦੇ 'ਚ ਇਹਦਾ ਸਾਰਾ ਕੁਝ ਸਰਕਾਰ ਨੇ ਡਿਸਕਸ ਕਰ ਲਿਆ। ਔਰ ਇਹਦੇ 'ਚ ਡਿਫੈਂਸ ਮਿਨਿਸਟਰ ਜਿਹੜੇ ਰਾਜਨਾਥ ਜੀ, ਉਹਨਾਂ ਨਾਲ ਸਲਾਹ ਹੋ ਗਈ ਹੈ। ਉਹਦੇ ਪਹਿਲਾਂ ਪਾਰਲੀਮੈਂਟ 'ਚ ਅਸੀਂ ਸਲਾਹ ਕੀਤੀ ਹੈ, ਫਿਰ ਇਹਦੇ 'ਚ ਇੱਕ ਪੁਰੀ ਨੇ ਲੈਫਟੀਨੈਂਟ ਜਨਰਲ, ਉਹਨਾਂ ਦੇ ਸਪੋਕਸਮੈਨ ਨੇ, ਉਹਨਾਂ ਦੀ ਸਲਾਹ ਵੀ ਹੈ, ਉਹਨਾਂ ਨੇ ਬਿਆਨ ਵੀ ਦਿੱਤਾ ਵੀ ਇਹ ਵਾਪਸ ਨਹੀਂ ਹੋਗੀ, ਉਸੇ ਤਰ੍ਹਾਂ ਚੱਲੂਗੀ। ਔਰ ਇਹਦੇ 'ਚ ਸਾਡੇ ਪ੍ਰਧਾਨ ਮੰਤਰੀ, ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਕਹਿ ਦਿੱਤਾ, ਉਹਨਾਂ ਨੇ ਕਹਿਤਾ ਕਿ ਇਹ ਜਿਹੜੀ ਲਾਗੂ ਹੋਊਗੀ ਜਾਂ ਇਹ ਬੜੀ ਫਾਇਦੇ ਵਾਲੀ, ਉਹਨਾਂ ਨੇ ਕਿਹਾ। ਔਰ ਇਹ ਜਦੋਂ ਤੁਹਾਡੇ 'ਤੇ ਲਾਗੂ ਹੋਊਗੀ ਜਾਂ ਤੁਸੀਂ ਇਹਨੂੰ ਜਦੋਂ ਮਾਣੋਗੇ ਤਾਂ ਔਰ ਬੜੇ ਖੁਸ਼ ਹੋਵੋਗੇ। ਪਰ ਅਜੇ ਤੱਕ ਕਈ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਕਈਆਂ ਵਾ ਜਾਂ ਲਾਗੂ ਹੋਈਆਂ ਉਹ ਨੁਕਸਾਨਦੇਹ ਹੋਈਆਂ। ਹੁਣ ਜਿਹੜੀ ਨੋਟਬੰਦੀ ਕੀਤੀ ਸੀ ਉਹਦੇ 'ਚ ਬਹੁਤ ਨੁਕਸਾਨ ਵੀ ਹੋਇਆ, ਪਰ ਨਾ ਰਿਸ਼ਵਤ ਰੁਕੀ, ਨਾ ਉਹਦੇ 'ਚ ਕੋਈ ਫਾਇਦਾ ਹੋਇਆ। ਉਹ ਇਹਨਾਂ ਨੇ 8 ਵਜੇ ਪਰਦਾ ਪਰੇ ਕਰਕੇ ਅਨਾਉਂਸ ਕਰ ਦਿੱਤਾ ਸੀਗਾ, ਮੰਨਣਾ ਤਾਂ ਪੈਣਾ ਕਿਉਂਕਿ ਪ੍ਰਧਾਨ ਮੰਤਰੀ ਨੇ ਦੇਸ਼ 'ਤੇ ਉਹਨਾਂ ਨੇ ਕਹਿ ਤਾ। ਪਰ ਉਹ ਤੋਂ ਬਾਅਦ ਜਦੋਂ ਲਾਗੂ ਹੋਇਆ ਇਹ ਨੋਟਬੰਦੀ ਦਾ, ਇਹ ਵੀ ਨੁਕਸਾਨ ਦੇ ਰਿਹਾ। ਇਹ ਤੋਂ ਬਾਅਦ ਫਿਰ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਨੇ ਵੀ ਇਹਦੇ ਉੱਤੇ ਲਾਗੂ ਕਰਨ ਦੀ ਜਿਹੜੀ ਯੋਜਨਾ ਬਣਾਈ ਹੈ ਅਗਨੀਪਥ ਦੀ। ਪਰ ਇਹਦੇ 'ਚ ਜਿੰਨੇ ਐਕਸਪਰਟ ਨੇ ਆਰਮੀ ਦੇ ਮਾਹਰ ਨੇ, ਉਹਨਾਂ ਦਾ ਇੱਕ ਖਦਸ਼ਾ ਰਿਹਾ। ਉਹਨਾਂ ਨੇ ਇਸ ਬਾਰੇ ਕਿਹਾ ਹੈਗਾ ਕਿ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਇਹ ਨੌਜਵਾਨੀ ਦਾ ਘਾਣ ਹੋ ਰਿਹਾ, ਨੌਜਵਾਨ ਦੇ ਇਹਦੇ 'ਤੇ ਜਿਹੜੇ ਆ ਉਹ ਫਾਇਦੇਮੰਦ ਨਹੀਂ ਰਹਿਣਗੇ। ਕਿਉਂਕਿ 4 ਸਾਲ ਜਿੱਦਾਂ ਤੁਸੀਂ ਹੁਣੇ ਕਿਹਾ 4 ਜਾਂ 4.5 ਸਾਲ ਉਹਨਾਂ ਨੇ ਜੌਬ ਕੀਤੀ, 1 ਸਾਲ ਤਾਂ ਟ੍ਰੇਨਿੰਗ 'ਚ ਨਿਕਲ ਜਾਣਾ, ਫਿਰ ਹਥਿਆਰ ਸਿੱਖਣ, ਚਲਾਉਣ 'ਚ, ਹੈ ਨਾ, ਵਰਦੀ ਪਹਿਨਣ 'ਚ, ਹੈ ਨਾ, ਸਾਰਾ ਕਾਨੂੰਨ ਕਾਇਦਾ ਸਮਝਣ 'ਚ, ਉਹ ਸਾਰਾ ਦੇਖ ਕੇ ਉਹ ਥੋੜ੍ਹਾ ਟਾਈਮ ਉਹਨਾਂ ਨੂੰ ਲੱਗੂਗਾ। ਫਿਰ 1-2 ਕਿਤੇ ਲੜਾਈ ਲੱਗ ਗਈ ਜਾਂ ਬਾਰਡਰ 'ਤੇ ਲੱਗ ਗਏ, ਉਹਨਾਂ ਦਾ ਟਾਈਮ ਉੱਥੇ ਗੁਜ਼ਰ ਗਿਆ ਸਾਰਾ ਕੁਝ, ਫਿਰ ਉਹ ਰਿਟਾਇਰਮੈਂਟ 'ਤੇ ਆ ਜਾਣਗੇ, ਉਹਨਾਂ ਨੂੰ ਫਿਰ ਘਰ ਭੇਜ ਦਿੱਤਾ ਜਾਊਗਾ। ਹੁਣ 4 ਸਾਲ ਤਾਂ ਇੱਕ ਸੁਪਨਾ ਜਿਹਾ ਲੱਗਣਾ ਉਹਨਾਂ ਨੂੰ। ਜੇ ਕੋਈ 60 ਸਾਲ ਤੱਕ ਵੀ ਨੌਕਰੀ ਕਰਦਾ ਵਾ, ਜੇ 30 ਸਾਲ ਤੱਕ ਜਾਂਦਾ, 30 ਸਾਲ ਵਿੱਚ ਜਦੋਂ ਕੱਢਦਾ ਬਿਜ਼ੀ ਰਹਿੰਦਾ, ਉਹਨੂੰ ਵੀ ਉਹ ਲੱਗਦਾ ਵੀ ਯਾਰ ਕਿੱਦਾਂ ਨਿਕਲ ਗਈ। ਅਤੇ ਜੇ 4 ਸਾਲ ਦਾ ਤਾਂ ਟਾਈਮ ਤਾਂ ਚੁਟਕੀ ਦਾ ਟਾਈਮ ਹੀ ਹੈ, ਪੰਜਾਬੀ 'ਚ ਕਹਿੰਦੇ ਚੁਟਕੀ ਮਾਰੀ ਤਾਂ ਖਤਮ ਹੋ ਗਿਆ। ਪਰ ਇਹ ਸ਼ਾਰਟ ਟਾਈਮ ਹੈ, ਜਿੱਦਾਂ ਸ਼ਾਰਟ ਸਰਵਿਸ ਵੀ ਇੱਕ ਹੈਗੀ, ਇਹਦੇ 'ਚ ਕੈਟਾਗਰੀ ਹੈਗੀ ਆਰਮੀ 'ਚ, ਉਹ ਜਿਹੜੀ ਆ ਉਹਦੇ 'ਚ ਵੀ ਸ਼ਾਰਟ ਸਰਵਿਸ ਕਮਿਸ਼ਨ ਆ ਆਉਂਦਾ ਹੈਗਾ।
ਪਰ ਜਦੋਂ ਇਹ ਮੁੰਡੇ ਨੌਜਵਾਨ ਗਏ ਹਥਿਆਰ ਸਿੱਖ ਲਏ ਚਲਾ ਲਏ, ਪਰ ਕਿਤੇ ਤਾਂ ਫਾਇਦਾ ਨਾ ਹੋਇਆ ਨਾ। ਜਿਸ ਤਰ੍ਹਾਂ ਤੁਸੀਂ ਅਲਜਬਰਾ ਪੜ੍ਹਦੇ ਜੇ, ਜਮੈਟਰੀ ਪੜ੍ਹਦੇ ਜੇ, ਸਾਰਾ ਕੁਝ ਕਰਦੇ ਜੇ, ਪਰ ਜਦੋਂ ਤੁਸੀਂ ਕੰਮ ਕਰ ਲੈ ਪਏ ਐਗਰੀਕਲਚਰ ਦਾ ਦੂਸਰੇ ਪਾਸੇ ਆ ਕੇ ਤਾਂ ਕਿਤੇ ਅਪਲਾਈ ਨਹੀਂ ਹੋਣੀ, ਕਿਤੇ ਨਹੀਂ ਚੱਲਣਾ। ਹੁਣ ਇਹ ਹਥਿਆਰ ਚਲਾਉਣ ਵਾਲੇ ਜਿਹੜੇ ਮੁੰਡੇ ਨੇ, ਜਾਂ ਤੋਪਾਂ ਚਲਾ ਰਹੇ ਆ, SLR ਚਲਾ ਰਹੇ ਆ, LMG ਚਲਾਉਣਗੇ, ਉਹ ਪੰਜਾਬ 'ਚ ਆ ਕੇ ਕੀ ਕਰਨਗੇ? ਉਹਨੂੰ ਉਹ ਕੀ ਫਾਇਦਾ ਹੋ ਗਿਆ ਉਹਨਾਂ ਨੂੰ? ਉਹਨਾਂ ਨਾਲ ਇੱਥੇ ਤੱਕ ਤੇ ਟਰੈਕਟਰ ਚਲਾਉਣੇ ਪੈਣੇ ਆ, ਹਲ ਵਾਹੁਣੇ ਪੈਣੇ ਆ, ਗੋਡੀ ਕਰਨੀ ਪੈਣੀ ਹੈ। ਉਹ ਤਾਂ ਖੇਤੀਬਾੜੀ ਕਰਨਗੇ ਮੁੰਡੇ ਆ ਕੇ। ਪਹਿਲਾ ਜ਼ਮਾਨਾ ਸੀ 10 ਪੜ੍ਹ ਕੇ ਮੁੰਡੇ ਜਾਂਦੇ ਸੀ, 18 ਸਾਲ ਨੌਕਰੀ ਕਰਕੇ ਵਾਪਸ ਆਉਂਦੇ ਸੀ, ਫਿਰ ਐਕਸ ਸਰਵਿਸਮੈਨ ਦੇ ਤੌਰ 'ਤੇ ਉਹਨਾਂ ਨੂੰ ਫਿਰ ਜੋਬ ਮਿਲ ਜਾਂਦੀ ਸੀ, ਸਾਰਾ ਕੁਝ ਹੋ ਜਾਂਦਾ ਸੀ। ਪਰ ਇਸ ਵੇਲੇ ਯੂਥ ਜਿਹੜਾ ਕੁਰਾਹੇ ਨਹੀਂ ਪਿਆ, ਸਰਕਾਰਾਂ ਨੇ ਕੁਰਾਹੇ ਪਾ ਦਿੱਤਾ, ਉਹਨਾਂ ਦਾ ਚੰਗੀ ਤਰ੍ਹਾਂ ਮਾਰਗਦਰਸ਼ਨ ਨਹੀਂ ਹੋਇਆ। ਪਰ ਯੂਥ ਖਾਸ ਤੌਰ 'ਤੇ ਯੂਥ ਦੀ ਜਿਹੜੀ ਸਾਰੀ ਲਾਈਫ 'ਚ ਵਿਗੜਾਅ ਪੈ ਗਿਆ। ਹੁਣ ਦੇਖੋ ਇਹ ਜਦੋਂ ਅਸੀਂ ਨੇ ਕਿੰਨੇ ਮਾਫੀਏ ਬਣ ਗਏ, ਕਿੰਨਾ ਕੁਛ ਹੋ ਗਿਆ, ਜਿਹਦਾ ਵਿੱਚ ਅਸੀਂ ਚਾਹੁੰਦੇ ਹਾਂ ਕਿ ਨਸ਼ਾ ਪੰਜਾਬ 'ਚ ਇੰਨਾ ਪ੍ਰਵੇਲ ਕਰਦਾ, ਇੰਨਾ ਕੁਛ ਹੋ ਗਿਆ, ਉਹਦੇ 'ਚ ਪੰਜਾਬ ਲੁੱਟਿਆ ਗਿਆ। ਫਿਰ ਚੋਰੀਆਂ, ਗੈਂਗਸਟ ਬਣ ਗਏ, ਉਹ ਸਾਰਾ ਕੁਛ ਹੋ ਗਿਆ। ਫਿਰ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਬਹੁਤ ਜਵਾਨ ਮੁੰਡੇ ਬਾਹਰ ਹੀ ਚਲੇ ਗਏ। ਇਸ ਵੇਲੇ ਬਾਹਰਲੇ ਦੇਸ਼ਾਂ 'ਚ ਜੋ ਪ੍ਰਵਾਸੀ NRI ਬਣ ਗਏ, ਸਟੱਡੀ ਬੇਸ 'ਤੇ ਜਾ ਰਹੇ ਆ, ਤੇ ਉਹ ਤੋਂ ਬਾਅਦ ਪੜ੍ਹਦੇ ਆ, ਪੈਸਾ ਇਕੋਨਮਿਕ ਇਹਨਾਂ ਦੀ ਵੱਧ ਰਹੀ ਹੈ ਉਹਨਾਂ ਦੇਸ਼ਾਂ ਦੀ। ਜਦੋਂ ਸਾਡੇ ਕੋਲ ਇੱਥੋਂ DD ਬਣ ਕੇ, ਡਰਾਫਟ ਬਣ ਕੇ ਉਹਨਾਂ ਦੇ ਅਕਾਊਂਟ 'ਚ ਜਾਣਗੇ, ਉਹਨਾਂ ਦੇ ਬੈਂਕ 'ਚ ਜਾਣਗੇ, ਔਰ ਪੈਸਾ ਕਿਹਦਾ ਹੈਗਾ? ਪੰਜਾਬ ਦਾ, ਹਿੰਦੁਸਤਾਨ ਦਾ ਪੈਸਾ। ਮੁੰਡੇ ਨੇ ਤਾਂ ਉੱਥੇ ਚਾਹੀਦਾ ਹੀ, ਉਹਨੇ ਬੈਲੈਂਸ ਦਿਖਾਉਣਾ ਆਪਣਾ ਬੈਂਕ ਦਾ, ਉਹਨੇ ਪੜ੍ਹਨਾ ਵੀ ਉੱਥੇ, ਫੀਸਾਂ ਵੀ ਦੇਣੀਆਂ ਹੈਗੀਆਂ, ਔਰ ਉਹ ਉੱਥੇ ਪੜ੍ਹਦਾ ਇਸ ਕਰਕੇ ਹੈਗਾ ਕਿ ਇੱਥੇ ਸਟੱਡੀ ਦਾ ਵੀ ਹਾਲ ਮਾੜਾ, ਨੌਕਰੀ ਦਾ ਵੀ ਹਾਲ ਮਾੜਾ, ਔਰ ਬੱਚਾ ਆਪਣਾ ਫਿਊਚਰ ਦੇਖ ਲੈਂਦਾ ਵੀ ਫਿਊਚਰ ਤਾਂ ਮੇਰਾ ਅੰਧੇਰੇ 'ਚ ਹੈ, ਅਤੇ ਮੈਂ ਇੱਥੋਂ ਬਾਹਰ ਨਿਕਲ ਕੇ ਆਪਣਾ ਕੰਮ ਕਰਾਂ, ਬਾਹਰਲੇ ਦੇਸ਼ ਜਾਵਾਂ। ਇਹ ਇੱਕ ਰੀਸ ਨਹੀਂ ਪੈ ਗਈ, ਬੱਚਿਆਂ ਨੂੰ ਪਤਾ ਸਾਡਾ ਫਿਊਚਰ ਬਰਾਈਟ ਬਾਹਰ ਜਾ ਕੇ ਹੈ। ਦੇਖੋ ਗੱਲ ਇਹ ਆ, ਹੁਣ ਆਪਾਂ ਜੇ ਪੂਰੀ ਤਰ੍ਹਾਂ ਇਹਦੇ ਉੱਤੇ ਫੋਕਸ ਕਰੀਏ, ਇਸ ਸਕੀਮ ਦੇ ਉੱਤੇ ਫੋਕਸ ਕਰੀਏ, ਵਿਦੇਸ਼ਾਂ ਵਿੱਚ ਵੀ ਇਹ ਸਕੀਮ ਹੈਗੀ ਹੈ, ਪਰ ਉੱਥੋਂ ਦੇ ਹਾਲਾਤ ਹੋਰ ਨੇ, ਉੱਥੋਂ ਦੀ ਰਿਕੁਆਇਰਮੈਂਟਸ ਡਿਫਰੈਂਟ ਨੇ, ਔਰ ਉਸ ਤੋਂ ਬਾਅਦ ਉਹ ਅੱਗੇ ਕੀ ਕਰਦੇ ਨੇ ਸ਼ਾਰਟ ਸਰਵਿਸ ਕਮਿਸ਼ਨ ਤੋਂ ਬਾਅਦ, ਉਹਨਾਂ ਨੂੰ ਗਵਰਨਮੈਂਟ ਸਾਂਭਦੀ ਹੈ, ਦੇਖਦੀ ਹੈ। ਇੱਥੇ ਲੱਗਦਾ ਨਹੀਂ ਕਿ ਗਵਰਨਮੈਂਟ ਸਾਂਭੇਗੀ, ਦੇਖੇਗੀ, ਕਿਉਂਕਿ 4 ਸਾਲ ਬਾਅਦ ਇੱਦਾਂ ਹੀ ਛੱਡ ਦਿੱਤਾ ਜਾਏਗਾ ਇਹਨਾਂ ਨੂੰ, ਕਿਤੇ ਜੌਬ ਮਿਲ ਗਈ, ਨਾ ਮਿਲੀ, ਕਿਉਂਕਿ ਅੱਗੇ ਜੌਬਸ ਨਹੀਂ ਹੈਗੀਆਂ, ਉਹਨਾਂ ਨੂੰ ਕਿੱਥੇ ਸਮਾਓਗੇ ਤੁਸੀਂ? ਦੂਜੀ ਗੱਲ, ਆਰਮੀ ਦੀ ਟ੍ਰੇਨਿੰਗ ਹੈ, ਉਹਨੂੰ ਕਿੱਥੇ ਲੈ ਕੇ ਜਾਓਗੇ? ਜਿਹੜੇ 25% ਕੰਟੀਨਿਊ ਕਰਨਗੇ ਉਹ ਤੇ ਕੰਟੀਨਿਊ ਕਰਨਗੇ। ਹੁਣ ਮੰਨ ਲਓ ਕੋਈ ਫਾਈਟਰ ਪਾਇਲਟ, ਕੋਈ ਆਰਟਿਲਰੀ, ਕੋਈ ਟੈਂਕਸ, ਕੋਈ ਤੋਪਾਂ, ਉਹਨੂੰ ਕੀ ਕਹੋਗੇ ਤੁਸੀਂ? ਸਿਵਲ ਦੇ ਵਿੱਚ ਆ ਕੇ ਕੀ ਕੰਮ ਕਰੂਗਾ? ਉਹਦਾ ਮਾਈਂਡ ਸੈਟ ਹੀ ਡਿਫਰੈਂਟ ਹੈ। ਪ੍ਰੈਕਟੀਕਲੀ ਹੋ ਕੇ ਆਪਾਂ ਸੋਚੀਏ, ਠੀਕ ਹੈ ਇਹਨਾਂ ਨੂੰ ਕਿਸੇ ਤਰ੍ਹਾਂ ਫਾਇਦੇਮੰਦ ਲੱਗ ਰਹੀ ਹੈ, ਇਕਨੋਮਿਕਲੀ ਫਾਇਦੇਮੰਦ ਲੱਗ ਰਹੀ ਹੈ ਕਿ ਘੱਟ ਪੈਸੇ ਦੇ ਅੰਦਰ ਤੁਹਾਨੂੰ ਸੋਲਜਰਸ ਮਿਲ ਜਾਂਦੇ ਨੇ, ਔਰ ਘੱਟ ਪੈਸੇ ਦੇ ਅੰਦਰ ਇਹ ਸਾਰਾ ਕੁਝ ਤੁਸੀਂ ਮੈਨੇਜ ਕਰਕੇ ਇਕਨੋਮੀ ਦੇ ਹਿਸਾਬ ਨਾਲ ਤੁਸੀਂ ਦੇਖਦੇ ਪਏ ਹੋ, ਠੀਕ ਹੈ, ਓਕੇ ਹੈ, ਜਿੱਦਾਂ ਦੀ ਵੀ ਤੁਹਾਡੀ ਸਕੀਮ ਹੈਗੀ ਆ, ਕਿਉਂਕਿ ਇਹਦਾ ਡਿਸਕਸ਼ਨ ਦਾ ਵਿਸ਼ਾ ਹੈ। ਟੋਟਲ ਬਹਿ ਕੇ ਡਿਬੇਟ ਹੋਵੇ, ਡਿਸਕਸ਼ਨ ਹੋਵੇ ਕਿ ਕੀ ਸੂਟੇਬਲ ਹੈ, ਕੀ ਸੂਟੇਬਲ ਨਹੀਂ ਹੈ। ਜੋ ਸਾਡੀਆਂ ਭਾਰਤ ਦੀਆਂ ਕੰਡੀਸ਼ਨਸ ਨੇ, ਜੋ ਭਾਰਤ ਦੇ ਹਾਲਾਤ ਨੇ, ਜੋ ਭਾਰਤ ਨੂੰ ਸੂਟ ਕਰਦਾ, ਉਹਦੇ ਮੁਤਾਬਿਕ ਚੱਲੋ। ਇਹ ਨਹੀਂ ਕਿ ਯੂਰਪ ਦੇ ਵਿੱਚ ਇੱਦਾਂ ਹੋ ਰਿਹਾ ਹੈ, ਫਲਾਣੇ ਮੁਲਕ 'ਚ ਇੱਦਾਂ ਹੋ ਰਿਹਾ ਤੇ ਅਸੀਂ ਵੀ ਉੱਦਾਂ ਕਰਾਂਗੇ। ਨਹੀਂ, ਅਸੀਂ ਉੱਦਾਂ ਨਹੀਂ ਕਰ ਸਕਦੇ, ਕਿਉਂਕਿ ਸਾਡੀ ਸੋਚ ਡਿਫਰੈਂਟ ਹੈ। ਫੋਰ ਐਗਜ਼ਾਮਪਲ, ਹੁਣ ਜਦੋਂ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਤੇ ਉਹਨਾਂ ਨੇ ਅਮਰੀਕਾ ਦਾ ਸੰਵਿਧਾਨ ਵੀ ਦੇਖਿਆ, ਹੋਰ ਵੀ ਕਈ ਮੁਲਕਾਂ ਦਾ ਸੰਵਿਧਾਨ ਦੇਖਿਆ, ਪਰ ਉਹਨਾਂ ਨੂੰ ਆਪਣੇ ਭਾਰਤ ਦੇ ਹਾਲਾਤ ਦੇ ਮੁਤਾਬਿਕ ਉਹਨਾਂ ਨੇ ਢਾਲਿਆ ਔਰ ਭਾਰਤ ਦੇ ਹਾਲਾਤ ਦੇ ਮੁਤਾਬਿਕ ਲਿਖਿਆ। ਇਹ ਨਹੀਂ ਕਿ ਕਾਪੀ ਪੇਸਟ ਕੀਤਾ ਜਾਂ ਕੱਟ ਪੇਸਟ ਕੀਤਾ, ਇੱਦਾਂ ਕੁਝ ਨਹੀਂ ਹੈ। ਠੀਕ ਉਸੇ ਤਰ੍ਹਾਂ ਅਸੀਂ ਹੂਬਹੂ ਸਕੀਮ ਲੈ ਕੇ ਨਹੀਂ ਆ ਸਕਦੇ, ਸਾਨੂੰ ਚੇਂਜ ਕਰਨੀ ਪਏਗੀ। ਇਹਦਾ ਇੱਕ ਹੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ, ਜਦੋਂ ਇੰਡਸਟਰੀਲਾਈਜੇਸ਼ਨ ਭਾਰਤ ਵਿੱਚ ਕੀਤੀ ਗਈ, ਜਦੋਂ ਭਾਰਤ ਦੇ ਵਿੱਚ ਇੰਡਸਟਰੀ ਸਾਰੀ ਫੈਲਾ ਦਿੱਤੀ ਗਈ, ਉਦੋਂ ਵੀ ਇਹ ਗੱਲ ਹੋਈ ਸੀ, ਡਿਬੇਟ ਹੋਈ ਸੀ ਕਿ ਅਸੀਂ ਇੰਡਸਟਰੀ ਇਸ ਤਰ੍ਹਾਂ ਨਹੀਂ ਫੈਲਾ ਸਕਦੇ ਭਾਰਤ ਦੇ ਅੰਦਰ, ਕਿਉਂਕਿ ਸਾਨੂੰ ਆਬਾਦੀ ਦੇਖਣੀ ਪਏਗੀ, ਆਬਾਦੀ ਨੂੰ ਕੰਮ ਦੇਣਾ ਪਏਗਾ। ਆਟੋਮੈਟਿਕ ਮਸ਼ੀਨਸ ਦੇ ਨਾਲ ਕੰਮ ਜ਼ਿਆਦਾ ਜਲਦੀ ਹੋ ਜਾਊਗਾ, ਪਰ ਜਿਹੜੀ ਫੌਜ ਤਿਆਰ ਹੋ ਜਾਏਗੀ ਬੇਰੁਜ਼ਗਾਰਾਂ ਦੀ, ਉਹਨਾਂ ਨੂੰ ਕੌਣ ਸੰਭੂਗਾ? ਇਸ ਕਰਕੇ ਸਾਨੂੰ ਇੱਕ ਸੰਤੁਲਨ ਰੱਖਣਾ ਪਏਗਾ ਆਟੋਮੈਟਿਕ ਮਸ਼ੀਨਸ ਦੇ ਨਾਲ ਤੇ ਇਨਸਾਨ ਦੀ ਮਿਹਨਤ ਦੇ ਨਾਲ। ਸਾਨੂੰ ਲੇਬਰ ਇੰਟੈਂਸਿਵ ਟੈਕਨੀਕ ਵੀ ਚਾਹੀਦੀ ਹੈ ਤੇ ਕੈਪੀਟਲ ਇੰਟੈਂਸਿਵ ਟੈਕਨੀਕ ਵੀ ਚਾਹੀਦੀ ਹੈ, ਤਾਂ ਇੱਕ ਸੰਤੁਲਨ ਬਣੇਗਾ। ਪਰ ਅਸੀਂ ਰਿਜ਼ਲਟ ਦੇਖਦੇ ਹਾਂ, ਅੱਜ ਬੇਰੁਜ਼ਗਾਰਾਂ ਦੀ ਫੌਜ ਖੜੀ ਹੋ ਗਈ, ਮਸ਼ੀਨੀਕਰਨ ਨੇ ਲੋਕਾਂ ਨੂੰ ਵਿਹਲੇ ਕਰਕੇ ਰੱਖ ਦਿੱਤਾ, ਹੱਥਾਂ ਕੋਲ ਕੰਮ ਨਹੀਂ ਹੈਗੇ, ਹੁਨਰ ਕੋਲ ਕੰਮ ਨਹੀਂ ਹੈਗਾ। ਠੀਕ ਉਸੇ ਤਰ੍ਹਾਂ ਇਹ ਸਕੀਮ ਠੀਕ ਹੈ, ਇਹ ਸਖਤੀ ਅਪਣਾ ਰਹੇ ਨੇ, ਠੀਕ ਹੈ, ਇੱਕ ਜ਼ਿੱਦ ਅਪਣਾ ਰਹੇ ਨੇ, ਜਿਵੇਂ ਆਪਾਂ ਪਹਿਲਾਂ ਵੀ ਦੇਖਦੇ ਹਾਂ, ਜ਼ਿੱਦ ਫੜ ਲਈ ਤੇ ਫੜ ਲਈ, ਅਸੀਂ ਜ਼ਿੱਦ ਨਹੀਂ ਛੱਡਣੀ ਆਪਣੀ। ਠੀਕ ਹੈ, ਭਾਰਤ ਦੇ ਲੋਕਾਂ ਨੂੰ ਪੁੱਛੋ, ਜਾਂ ਭਾਰਤ ਦੇ ਜਿਹੜੇ ਨਾਗਰਿਕ ਜਿਹੜੇ ਤੁਹਾਨੂੰ ਵੋਟਾਂ ਪਾ ਕੇ ਇੱਥੇ ਤੱਕ ਬਿਠਾਉਂਦੇ ਨੇ, ਇੱਥੇ ਤੱਕ ਲੈ ਕੇ ਆਉਂਦੇ ਨੇ, ਉਹਨਾਂ ਨੂੰ ਵੀ ਪੁੱਛੋ। ਪਰ ਨਹੀਂ, ਅਸੀਂ ਆਪਣੀ ਜ਼ਿੱਦ ਪੂਰੀ ਕਰਨੀ ਹੈ, ਅਸੀਂ 1 ਇੰਚ ਪਿੱਛੇ ਨਹੀਂ ਹਟਾਂਗੇ, ਭਾਵੇਂ ਉਹ ਦੇਸ਼ ਵਾਸਤੇ ਫਾਇਦੇਮੰਦ ਹੋਵੇ, ਭਾਵੇਂ ਫਾਇਦੇਮੰਦ ਨਾ ਹੋਵੇ, ਉਹ ਬਾਅਦ ਦੀ ਗੱਲ ਹੈ। ਇਹ ਤੁਹਾਡੇ ਆਪਣੇ ਐਨਾਲਿਸਿਸ ਨੇ। ਇਸ ਵਕਤ ਤੁਸੀਂ ਇਹ ਵਾਅਦਾ ਕਰ ਰਹੇ ਹੋ ਕਿ ਇਹ ਫਾਇਦਾ ਹੋਏਗਾ, ਹਾਊ ਡੂ ਯੂ ਨੋ? ਤੁਹਾਨੂੰ ਕਿਵੇਂ ਪਤਾ ਫਾਇਦਾ ਹੋਏਗਾ? ਪਰ ਇੱਥੇ ਇੱਕ ਗੱਲ ਵੀ ਆਉਂਦੀ ਹੈ ਕਿ ਜੇ ਨਕਲ ਮਾਰਨੀ ਤਾਂ ਵੀ ਅਕਲ ਨਾਲ ਮਾਰੀ ਜਾਂਦੀ ਹੈ। ਸਹੀ ਗੱਲ ਹੈ। ਤੁਸੀਂ ਕਹਿੰਦਾ ਹੁਣ GST ਅਪਲਾਈ ਕੀਤੀ ਇੱਥੇ, ਪਰ ਉਹਦੇ 'ਚ ਵੀ ਚੋਰੀ ਹੋ ਗਈ। GST ਜਿੱਥੇ ਪਹੁੰਚਣੀ ਤੇ ਉੱਥੇ ਨਹੀਂ।
ਪਰ ਰਹੀ ਗੱਲ GST ਜੇ ਬਾਹਰਲੇ ਦੇਸ਼ਾਂ ਦੀ ਨਕਲ ਮਾਰੀ ਆ, ਪਰ ਉੱਥੇ ਉਹਨਾਂ ਨੂੰ ਉਹਦਾ ਨਾਲ ਹੋਰ ਸਹੂਲਤਾਂ ਦਿੰਦੇ ਆ। ਜਿਹਨੂੰ GST ਦਿੰਦੇ ਆ ਤਾਂ ਮੈਡੀਕਲ ਆ, ਉਹਦੇ ਲੋਕਾਂ ਦਾ ਜਿਹੜਾ ਦਿੰਦੇ ਆ, ਜਿਹੜਾ ਟੈਕਸ ਦੇ ਰਹੇ ਆ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਆ, ਉਹਨਾਂ ਦਾ ਮੈਡੀਕਲ ਫ੍ਰੀ ਹੈਗਾ, ਉਹਨਾਂ ਦੀ ਜੌਬ ਵੀ ਫ੍ਰੀ ਹੈਗੀ ਆ। ਜੇ ਨਹੀਂ ਜੌਬ ਹੈਗੀ ਤਾਂ ਉਹਨਾਂ ਨੂੰ ਭੱਤਾ ਮਿਲਦਾ, ਬੇਰੁਜ਼ਗਾਰੀ ਭੱਤਾ ਮਿਲਦਾ ਉਹਨਾਂ ਦੇਸ਼ਾਂ 'ਚ ਸਾਰਿਆਂ 'ਚ। ਸਾਡਾ ਯੂਥ ਇੱਥੇ ਗਲੀਓ ਗਲੀ ਤੁਰਿਆ ਫਿਰਦਾ, ਡਿਗਰੀਆਂ ਲੈ ਕੇ ਤੁਰੇ ਫਿਰਦੇ ਆ, ਅਤੇ ਕਦੀ ਵੀ ਅਨਐਮਪਲਾਇਮੈਂਟ ਜਿਹੜੇ ਹੈਗਾ ਉਹਦਾ ਕਦੀ ਪਤਾ ਕੋਈ ਇੱਦਾਂ ਦਾ ਨਹੀਂ ਦਿੱਤਾ ਗਿਆ। ਉਹ ਇਸੇ ਕਰਕੇ ਉਹ ਜਿਹੜੇ ਇੰਪਲਾਈ ਨਾ ਹੋਣ ਕਰਕੇ ਵਿਹਲੇ ਹੋ ਕੇ ਵਿਚਾਰੇ ਦੂਜੇ ਕੰਮਾਂ ਚਲੇ ਗਏ। ਹੁਣ ਬਾਕੀ ਕੰਮ ਰਹੀ ਆ ਜਿਹੜੀ ਇਹਨਾਂ ਨੇ ਕਿਹਾ ਕਿ ਇੱਕ ਫੌਜ, ਖੇਤਰੀ ਫੌਜ ਵੀ ਦੀ ਹੈਗੀ ਆ। ਜਿਹੜੇ ਇੰਪਲਾਈ ਆ ਨਾ, ਜਿਹੜੇ ਇੰਪਲਾਈ ਉਹ 3 ਮਹੀਨੇ ਲਈ ਉਹਦੇ ਵਿੱਚ ਜਾਂਦੇ ਸੀਗੇ, ਜੇ ਹੈਗੀ ਉਹ ਉਹਦੇ ਵਿੱਚ ਕੋਈ ਪੈਨਸ਼ਨ ਨਹੀਂ, ਕੁਝ ਨਹੀਂ ਹੈਗਾ। 3 ਮਹੀਨੇ ਤੁਸੀਂ ਯੂਨੀਫਾਰਮ ਪਾ ਕੇ ਜਿੰਨੇ ਵੀ ਸ਼ਸਤਰ ਚਲਾਉਣੇ ਜਾਂ ਉਹਦੇ 'ਚ ਵੈਪਨ ਚਲਾਉਣੇ ਸਿੱਖ ਸਕਦੇ ਜੇ ਉੱਥੇ। ਉਹ INF ਜਿਹੜੀ ਹੈਗੀ ਇੱਕ ਖੇਤਰੀ ਫੌਜ ਹੈਗੀ, ਹਰ ਸੂਬੇ 'ਚੋਂ ਜਾਂਦੇ ਆ ਜਿਹੜੇ ਸਰਵਿਸ ਕਰ ਰਹੇ ਆ, ਉਹ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਆ, ਉਹ ਕਰਕੇ ਉੱਥੇ ਕਰ ਸਕਦੇ ਆ। ਉਹਨਾਂ ਨੂੰ ਉੱਦਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਹੁਣ ਉਹ ਜਿਹੜੀਆਂ ਟ੍ਰੇਨਿੰਗਾਂ ਉਹਨਾਂ ਨੇ ਖਤਮ ਕਰ ਦਿੱਤੀਆਂ। ਹੁਣ ਇਸ ਤਰ੍ਹਾਂ ਦੀ ਗੱਲ ਕਰ ਲਈਏ 4.5 ਸਾਲ ਦਾ ਸ਼ਾਰਟ ਟਾਈਮ ਦੇ ਵਿੱਚ ਤਾਂ ਉਹ ਗੱਲ ਬਣਨੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਰਿਹਾ ਬੇਸਿਕ ਗੱਲ ਇਹਦੇ ਪਿੱਛੇ ਰਹੀ ਕਿ ਇਹਦੇ ਵਿੱਚ ਪੈਨਸ਼ਨ ਨਹੀਂ, ਇਹਦੇ ਵਿੱਚ ਸੈਲਰੀ ਨਹੀਂ ਮੁੜ ਕੇ ਦਿੱਤੀ ਜਾਊਗੀ, ਕਿਉਂਕਿ ਇਹਨਾਂ ਨੂੰ ਇਹ ਹੈਗਾ ਕਿ 60 ਸਾਲ ਨੌਕਰੀ ਕਰਕੇ ਉਹ ਤਾਂ ਸਾਡੇ ਮਗਰ ਗਲ ਪੈ ਜਾਂਦਾ ਹੈਗਾ, ਉਹ ਸਾਡੇ ਨਾਲ ਰਹੂਗਾ। ਪਰ ਜੇ ਡਿਫਰੈਂਸ਼ੀਏਟ ਕੀਤਾ ਜਾਵੇ, ਯੂਥ ਕਰ ਰਿਹਾ 5 ਸਾਲ ਕਰਕੇ ਪੈਨਸ਼ਨ ਉਹਨੂੰ ਤਾਂ ਮਿਲ ਜਾਂਦੀ ਹੈ, ਜਿਹੜਾ MLA ਆ, ਜਿਹੜਾ MP ਬਣ ਗਿਆ ਉਹਨੂੰ ਤਾਂ 5 ਸਾਲ ਬਾਅਦ ਮਿਲ ਜੂਗੀ। 4.5 ਸਾਲ ਬਾਅਦ ਇਹਨੂੰ ਕਿਉਂ ਨਹੀਂ ਮਿਲਦੀ? ਫਿਰ ਇਹਦੇ ਵੀ 10 ਸਾਲ ਕਰ ਲੈਣਾ, ਇਹਨੂੰ ਪੈਨਸ਼ਨ ਦੇਣ। ਫਿਰ 2004 ਤੋਂ ਲੈ ਕੇ ਜਿਹੜੀਆਂ ਨਵੀਂ ਰਿਕਰੂਟਮੈਂਟ ਆ ਉਹ 'ਚ ਨੋ ਪੈਨਸ਼ਨ, ਨੋ ਮੈਡੀਕਲ, ਨੋ GPF, ਕੁਛ ਵੀ ਹੈ ਨਹੀਂ ਉੱਥੇ, ਕੋਈ ਫੈਸਿਲਿਟੀ ਨਹੀਂ ਹੈਗੀ। ਉਹ ਤਾਂ ਅੱਗੇ ਹੀ ਪਹਿਲਾਂ ਇਹਨਾਂ ਨੇ ਕੱਟ ਲਾਇਆ, ਦੂਜਾ ਕੱਟ ਹੁਣ ਇਹ ਲੱਗ ਗਿਆ। ਪਰ ਇਹ 'ਚ ਕੌਣ ਰਗੜਾ ਕਿਹਨੂੰ ਲੱਗ ਰਿਹਾ? ਨੌਜਵਾਨ ਨੂੰ, ਨਾਲ ਮਾਂ ਪਿਓ ਨੂੰ। ਫਿਰ ਕਹਿੰਦੇ ਯਾਰ ਇਕੋਨਮੀ ਤਾਂ ਦੂਰ ਚਲੇ ਗਈ, ਇਕੋਨਮੀ ਤਾਂ ਸਾਡੀ ਤਾਂ ਘਟ ਗਈ ਹੈ। ਉਹ ਨਹੀਂ ਦੇਖ ਰਹੇ ਜਿਹੜੀ ਸੋਸ਼ੀਓ ਇਕਨੋਮਿਕ ਡਿਵੈਲਪਮੈਂਟ ਆ ਉਹ ਰੁਕ ਜਾਂਦੀ। ਸੋਸ਼ੀਓ ਇਕਨੋਮਿਕ ਜਿਹੜੀ ਡਿਵੈਲਪਮੈਂਟ ਆ ਉਹ ਹਾਂ ਉਹਦੇ 'ਚ ਹੀ ਆਉਣੀ ਹੈ ਨਾ। ਉਹਦੇ 'ਚ ਇਕੱਲਾ ਯੂਥ ਨਹੀਂ ਫਿਸੂਗਾ, ਤੁਹਾਡੇ ਦੇਸ਼ ਦਾ ਸਾਰਾ ਕੁਝ ਜਿੱਥੇ ਅਰਥਚਾਰਾ ਉਹ ਡਿੱਗ ਪਿਆ ਖੂਜ, ਇਸੇ ਕਰਕੇ ਡਿੱਗ ਗਿਆ। ਦੂਜੇ ਪਾਸੇ ਅਸੀਂ ਕਹਿੰਦੇ ਸਾਡੀ ਜਿਹੜੀ ਗਰੋਥ ਆ ਉਹ ਪਤਾ ਬਹੁਤ ਦੂਰ ਚਲੇ ਗਈ ਹੈ। ਗਰੋਥ ਜਿਹੜੀ ਜਿਹਨੂੰ ਅਪ ਕਰਨਾ ਨੌਜਵਾਨ ਨੇ ਕਰਨਾ। ਜੇ ਐਗਰੀਕਲਚਰ ਚਲਾਓਗੇ ਉੱਥੇ ਵੀ ਅਪ ਕਰੂਗਾ, ਜੇ ਆਰਮੀ ਚਲਾਓਗੇ ਉੱਥੇ ਵੀ ਅਪ ਕਰੂਗਾ, ਕੰਮ ਕਰੂਗਾ, ਸਾਰਾ ਕੁਝ ਕਰੂਗਾ, ਜਿੱਧਰ ਵੀ ਜਾਣਾਗਾ। ਨੌਜਵਾਨ ਕੰਮ ਕਰ ਸਕਦਾ, ਉਹਦੇ ਕੋਲ ਸਮਰੱਥਾ ਵਾ, ਉਹਦੇ ਕੋਲ ਕੈਪੈਸਿਟੀ ਹੈ ਕੰਮ ਕਰਨ ਦੀ, ਐਲੀਜੀਬਿਲਿਟੀ ਹੈ ਕੰਮ ਕਰਨ ਦੀ। ਇੱਕ ਬੇਸਿਕ ਗੱਲ ਇਹ ਹੈ ਕਿ ਤੁਸੀਂ ਦੇਸ਼ ਦੇ ਬੱਚਿਆਂ ਨੂੰ, ਦੇਸ਼ ਦੇ ਨੌਜਵਾਨਾਂ ਨੂੰ ਆਪਣਾ ਬੱਚਾ ਸਮਝਦੇ ਹੋ ਕਿ ਨਹੀਂ ਸਮਝਦੇ? ਆਹ ਗੱਲ ਸਟੈਪ ਮਦਰ ਜਿੱਦਾਂ ਦੀ ਇਹ ਤੁਹਾਡੇ ਅੰਦਰ ਫੀਲਿੰਗ ਹੈ ਕਿ ਨਹੀਂ ਹੈ ਕਿ ਇਹ ਸਾਡੇ ਮੇਰੇ ਬੱਚੇ ਨੇ, ਇਹ ਮੇਰੇ ਹੀ ਜਨਮ ਦਿੱਤੇ ਹੋਏ ਮੇਰੇ ਬੱਚੇ, ਮੇਰੇ ਦੇਸ਼ ਦੇ ਬੱਚੇ ਮੇਰੇ ਬੱਚੇ ਨੇ। ਮਿੱਤਰੇ ਮਾਪਿਆਂ ਵਾਲਾ ਸਲੂਕ ਨਹੀਂ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਹਰ ਵਾਰ ਕੋਈ ਵੀ ਸਕੀਮ ਲਾਗੂ ਕਰਨਾ ਜਦੋਂ ਚਾਹੁੰਦੇ ਹੋ ਤਾਂ ਇੱਕੋ ਹੀ ਗੱਲ ਕਰਦੇ ਹੋ, ਇਹਦਾ ਅੱਗੇ ਜਾ ਕੇ ਫਾਇਦਾ ਹੋਏਗਾ, ਤੁਸੀਂ ਦੇਖੋਗੇ ਇਹਦਾ ਫਾਇਦਾ ਹੋਏਗਾ। ਪਰ ਹੁਣ ਤੱਕ ਜਿੰਨੀਆਂ ਸਕੀਮਾਂ ਲਾਗੂ ਕੀਤੀਆਂ ਨੇ, ਲੱਗਦਾ ਨਹੀਂ ਕਿ ਉਹ ਫਾਇਦਾ ਹੋਇਆ। ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਸ ਤਰ੍ਹਾਂ ਦਾ ਫਾਇਦਾ ਸ਼ਾਇਦ ਹੀ ਕਿਸੇ ਸਕੀਮ 'ਚ ਹੋਇਆ ਹੋਵੇ। ਵੈਸੇ ਅੰਗਰੇਜ਼ਾਂ ਦੀ ਸਕੀਮ ਸੀ ਆ ਜਿਹੜੀ ਆਰਮੀ ਦੀ ਪੈਟਰਨ ਹੈ ਨਾ, ਜਿਹੜੀ ਆਪਾਂ ਆਪਣੀ ਗੱਲ ਕੀਤੀ ਸੀ, 'ਚ ਰੈਜੀਮੈਂਟਾਂ ਅਰੇਂਜ ਕੀਤੀਆਂ, ਖੜੀਆਂ ਕੀਤੀਆਂ, ਔਰ ਇਹਨਾਂ ਦੀ ਯੂਨੀਫਾਰਮ ਆ, ਇਹਨਾਂ ਦੇ ਮੈਸ ਆ, ਐਂਟਰਟੇਨਮੈਂਟ ਆ, ਇਹਨਾਂ ਦਾ ਖਾਣ ਪੀਣ ਆ, ਫਾਈਟਿੰਗ ਆ, ਵੈਪਨ ਆ, ਉਹ ਸਾਰੀ ਟ੍ਰੇਨਿੰਗ ਜਿਹੜੀ ਆ ਉਹਨਾਂ ਦੀ ਹੈਗੀ ਆ। 9 ਮਹੀਨੇ ਰੰਗਰੂਟੀ ਕਹਿੰਦੇ ਆ। ਜਦੋਂ ਇਹਨਾਂ ਨੂੰ ਭਰਤੀ ਕਰਦੇ ਆ, ਉਹਨਾਂ ਦੇ ਕੇਂਦਰ ਆ ਨਾਸਕ ਅਟਲਰੀ ਦਾ ਹੈਗਾ, ਅਹਿਮਦਾਬਾਦ ਜਿਹੜਾ ਟੈਂਕਰ ਸਾਲੇ ਦਾ ਹੈਗਾ, ਇਹਨਾਂ ਦੇ ਉਹ ਅੰਗਰੇਜ਼ ਬਣਾ ਕੇ ਗਏ। ਇੱਥੇ ਇਹਨਾਂ ਨੇ ਕੁਝ ਬਣਾਇਆ, ਜੋ ਉਹਨਾਂ ਨੇ ਪੁਲ ਬਣਾ ਦਿੱਤੇ ਆ, ਨਹਿਰਾਂ ਬਣਾਤੀਆਂ, ਉਹਨਾਂ ਨੇ ਸਾਰਾ ਸਿੰਚਾਈ ਦਾ ਕੇਂਦਰ ਉਹਨਾਂ ਨੇ ਬਣਾਇਆ, ਸਾਰਾ ਕੁਝ ਉਹ ਕੀਤਾ, ਸਿਟੀ ਬਣਾਤੀਆਂ ਹੈ ਨਾ, ਦਰਿਆਵਾਂ ਦੇ ਪੁਲ ਬਣਾਤੇ ਉਹਨਾਂ ਨੇ, ਉਹ ਕੰਮ ਕੀਤਾ। ਅਜੇ ਵੀ ਬਜ਼ੁਰਗ ਲੋਕ ਆ, ਜੇ ਉਹਨਾਂ ਨੂੰ ਪੁੱਛੋ ਤਾਂ ਆਂਦੇ ਬੈਸਟ, ਬੈਟਰ, ਸਭ ਤੋਂ ਬੈਸਟ ਤੋਂ ਅੱਗੇ ਬੈਟਰ ਹੈ ਨਾ, ਜਿਹੜੀ ਫਾਰਮ ਹੈਗੀ ਗੁੱਡ, ਬੈਟਰ, ਬੈਸਟ ਤਾਂ ਸਭ ਤੋਂ ਜਿਹੜੀ ਬੈਸਟ ਫਾਰਮ ਆਫ ਗੌਰਮੈਂਟ ਸੀ ਅੰਗਰੇਜ਼ਾਂ ਦੀ ਸੀ। ਸਿਸਟਮ 'ਚ ਉਹਨਾਂ ਰੱਖਿਆ ਨਾ ਸਾਰਿਆਂ ਨੂੰ। ਆਹ ਜਿਹੜਾ ਰੈਵਨਿਊ ਆ ਉਹਨਾਂ ਦਾ ਬਣਾਇਆ ਪਿਆ ਸਾਰਾ ਕੁਝ, ਜਿਹੜਾ ਵੀ ਮਾਲ ਮਹਿਕਮਾ ਉਹਨਾਂ ਦਾ ਬਣਾਇਆ ਪਿਆ, ਉਹਨਾਂ ਦੇ ਹੈ। ਆਰਮੀ ਉਹਨਾਂ ਦੀ ਬਣਾਈ ਪਈ ਆ। ਪੁਲਿਸ ਦਾ ਜਿਹੜੀ ਪੁਲਿਸ ਦੀ ਪਗੜੀ ਸੀਗੀ ਨਾ, ਜਿਹੜੀ ਬੰਨ੍ਹਦੇ ਆ, ਉਹ ਉਦੋਂ ਦੀ ਜਿਹੜੀ ਬ੍ਰਿਟਿਸ਼ ਗੌਰਮੈਂਟ ਉਹਨਾਂ ਦੀ, ਲੋਕਾਂ ਦੇ ਮਨ 'ਚ ਦਹਿਸ਼ਤ ਸੀ ਯਾਰ ਉਹ ਪੁਲਿਸ ਆ ਗਈ। ਉਹਨਾਂ ਦੀ ਪਗੜੀ, ਉਹਨਾਂ ਦੇ ਸਟਾਈਲ, ਉਹਨਾਂ ਦਾ ਹੈ ਨਾ ਸਾਰਾ ਵੈਪਨ, ਉਹਨਾਂ ਸਾਰਾ ਕੁਝ ਉਹਨਾਂ ਦਾ ਪੈਟਰਨ ਸੀਗਾ। ਜਦੋਂ ਇਹਨਾਂ ਨੇ ਸਾਬੋਟਾਜ ਕਰਤਾ, ਤੋੜ ਦਿੱਤਾ, ਆਪਣੀ ਬਣਤਰ ਬਣਾਤੀ, ਤਾਂ ਲੋਕ ਇੰਡੀਪੈਂਡੈਂਟ ਹੋ ਗਏ, ਸਾਰਾ ਸਿਸਟਮ ਵਿਗੜ ਗਿਆ। ਇਹ ਸਾਰੇ ਮਹਿਕਮਿਆਂ 'ਚ ਹਾਲ, ਹੁਣ ਸਾਰੇ ਮਹਿਕਮਿਆਂ ਦਾ ਇਸ ਵੇਲੇ ਖਸਤਾ ਹਾਲ 'ਚੋਂ ਲੰਘ ਰਿਹਾ। ਨਾ ਬਹਿਣ ਲਈ, ਨਾ ਉੱਠਣ ਲਈ, ਨਾ ਰਹਿਣ ਲਈ, ਨਾ ਜਿੱਦਾਂ ਤੰਦ ਨਾ ਉਲਝੀ ਤਾਣੀ ਉਲਝੀ, ਉਹ ਸਾਰਾ ਕੁਝ ਬਿਲਕੁਲ ਸਹੀ ਗੱਲ ਹੈ। ਉਹ ਗੱਲ ਉਲਝੀ ਪਈ। ਇਸ ਕਰਕੇ ਗੱਲ ਇਹੀ ਹੈ ਕਿ ਜਦੋਂ ਤੁਸੀਂ ਕੋਈ ਪਾਲਿਸੀ ਬਣਾਉਂਦੇ ਹੋ ਜੀ, ਜਾਂ ਜਦੋਂ ਵੀ ਤੁਸੀਂ ਕੋਈ ਨੀਤੀ ਨੂੰ ਲਾਗੂ ਕਰਨਾ ਚਾਹੁੰਦੇ ਹੋ, ਤੁਹਾਡੀ ਮਨਸ਼ਾ ਕੀ ਹੈ, ਇਹ ਗੱਲ ਬਹੁਤ ਜ਼ਿਆਦਾ ਕਾਊਂਟ ਕਰਦੀ ਹੈ। ਕਿਉਂਕਿ ਤੁਸੀਂ ਦੇਖੋ ਆਰਮੀ ਦੇ ਵਿੱਚ 2 ਲੱਖ ਦੇ ਕਰੀਬ ਜੌਬਸ ਜਿਹੜੀਆਂ ਨੇ ਵੇਕੈਂਟ ਪਈਆਂ ਹੋਈਆਂ, ਉਹਦੀ ਭਰਤੀ ਨਹੀਂ ਹੋਈ। ਹਾਲਾਂਕਿ ਟੈਸਟ ਵੀ ਹੋ ਚੁੱਕੇ ਨੇ, ਹਾਲਾਂਕਿ ਜੋ ਸਟੂਡੈਂਟਸ ਨੇ ਉਹ ਰੈਡੀ ਵੀ ਨੇ, ਪਰ ਰਿਕਰੂਟਮੈਂਟ ਨਹੀਂ ਹੋਈ। ਨਾਲ ਇਹ ਸਕੀਮ ਦੇ ਦਿੱਤੀ ਗਈ ਹੈ। ਹੁਣ ਦੇਖੋ ਜਿਹੜੇ ਬੱਚਿਆਂ ਨੇ ਉਸ ਤਰ੍ਹਾਂ ਤਿਆਰੀ ਕੀਤੀ ਸੀ ਕਿ ਅਸੀਂ ਪਰਮਾਨੈਂਟਲੀ ਆਰਮੀ 'ਚ ਜਾ ਰਹੇ ਹਾਂ, ਉਹਦਾ ਡ੍ਰੀਮ ਹੁੰਦਾ
ਠੀਕ ਹੈ ਨਾ, ਉਹ ਇੱਕ ਸੁਪਨਾ ਲੈ ਕੇ ਆਉਂਦਾ, ਉਹਦੇ ਅੰਦਰ ਇੱਕ ਦੇਸ਼ ਭਗਤੀ ਦੀ ਭਾਵਨਾ ਹੁੰਦੀ ਹੈ, ਇੱਕ ਡਾਇਨਾਮਿਕ ਕੈਰੀਅਰ ਨੂੰ ਲੈ ਕੇ ਉਹ ਚੱਲਦਾ। ਪਰ ਆ ਕੀ ਹੋਏਗਾ ਉਹਦੇ ਨਾਲ? ਇੱਕ ਹੋਰ ਪਾਬੰਦੀ ਲਾਤੀ ਆ, ਉਹ ਵੀ ਸੁਣਨ ਵਾਲੀ ਗੱਲ ਆ। ਇਹਨਾਂ ਨੇ ਕਿਹਾ ਕਿ ਜਿਹੜੇ ਬੱਚਿਆਂ ਜਦੋਂ ਐਜੀਟੇਸ਼ਨ ਹੋਈ ਆ 2-3 ਦਿਨ, ਜਦੋਂ ਲੋਕਾਂ ਨੇ ਬੱਚਿਆਂ ਨੇ ਆ ਕੇ ਪ੍ਰਦਰਸ਼ਨ ਕੀਤਾ, ਇਹਨਾਂ ਨੇ ਕਿਹਾ ਕਿ ਉਹ ਵੀ ਸਰਟੀਫਿਕੇਟ ਨਾਲ ਦੇਣਗੇ ਜਿਹੜੇ ਬੱਚੇ ਰਿਕਰੂਟਮੈਂਟ ਲਈ ਆ ਰਹੇ ਆ, ਕਿ ਅਸੀਂ ਕਿਸੇ ਪਾਸੇ ਇਨਵੋਲਵ ਨਹੀਂ ਸੀਗੇ, ਜਦੋਂ ਵੀ ਐਜੀਟੇਸ਼ਨ ਹੋਈ ਸੀ ਇੱਥੋਂ ਬਾਹਰ ਸੀਗੇ, ਉਹ SSP ਡਿਸਟ੍ਰਿਕਟ ਦਾ ਦਊਗਾ। ਦੱਸੋ ਉਹ ਹੁਣ ਵਿਚਾਰੇ ਬੱਚੇ ਉੱਥੇ ਫਿਰ ਧੱਕੇ ਖਾਣਗੇ ਕਿ ਜਦੋਂ ਪੰਜਾਬ ਦੇ ਵਸਨੀਕ ਆ, ਜਾਂ ਸੂਬਿਆਂ ਦੇ ਵਸਨੀਕ ਆ, ਭਾਰਤ ਦੇ ਵਸਨੀਕ ਆ, ਆਧਾਰ ਕਾਰਡ ਤਾਂ ਦੇਖੋਗੇ ਤੁਸੀਂ, ਪਰ ਇਹ ਕੀ ਨਾਲ ਲਾਤਾ ਸਰਟੀਫਿਕੇਟ। ਇਹ ਵੀ ਚੀਜ਼ਾਂ ਪਾਬੰਦੀਆਂ ਹੋਰ ਲਾਤੀਆਂ ਵੀ ਅੱਗੇ ਤੋਂ ਬੋਲਣ ਨਾ, ਕਿਉਂਕਿ ਫਿਰ ਡੈਮੋਕ੍ਰੇਸੀ ਹੈ, ਲੋਕਤੰਤਰ ਆ, ਜਿਹੜੀ ਬੁਰੀ ਗੱਲ ਲੱਗੂ ਬੋਲੇਗਾ, ਬੋਲਣਾ ਉਹਦਾ ਇੱਕ ਰਾਈਟ ਆ, ਉਹਦਾ ਬਿਲਕੁਲ ਅਧਿਕਾਰ ਆ, ਉਹ ਬੋਲੂਗਾ ਵੀ। ਪਰ ਇਹੋ ਜਿਹੀਆਂ ਪਾਬੰਦੀਆਂ ਵੀ ਬੱਚਿਆਂ 'ਤੇ ਲਾਉਣੀਆਂ ਜਿਹੜੀਆਂ ਜ਼ਿਆਦਾ ਔਖੀ ਗੱਲ। ਫਿਰ ਉਹਨੂੰ ਜਿੰਨਾ ਸਨੱਬ ਕਰੋਗੇ ਉਹਨਾਂ ਵੀ ਭਾਂਬੜ ਮੱਚੂਗਾ, ਉਹਨਾਂ ਜ਼ਿਆਦਾ ਉੱਪਰ ਆਊਗਾ। ਇਹ ਗੱਲ ਵੀ ਬੁਰੀ ਗੱਲ ਆ ਕਿ ਨੌਜਵਾਨ ਨੂੰ ਰੋਕਣਾ ਮਾੜੀ ਗੱਲ ਆ। ਇਹ ਇੱਕ ਪਾਣੀ ਦਾ ਵੱਡਾ ਬਹਾਵ ਆ, ਇਹ ਚੱਲ ਰਿਹਾ, ਠਿਲ ਰਿਹਾ ਹੈਗਾ। ਜੇ ਅਸੀਂ ਇਹਨੂੰ ਰੋਕਾਂਗੇ ਫਿਰ ਹੜ੍ਹ ਬਣੂਗਾ, ਫਿਰ ਨੁਕਸਾਨ ਹੋਊਗਾ। ਨੁਕਸਾਨ ਨਾਲ ਤੇ ਫਿਰ ਸਾਰਾ ਕੁਝ ਜਿਹੜਾ ਉਹ ਤਬਾਹ ਹੋਊਗਾ। ਇਸੇ ਕਰਕੇ ਜਿਹੜੇ ਨੌਜਵਾਨ ਨੇ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਨੌਜਵਾਨ ਹੁੰਦੇ ਆ, ਜਿਨ੍ਹਾਂ ਨੂੰ ਸੰਭਾਲਿਆ ਜਾਵੇ ਤੇ ਤਰੀਕੇ ਨਾਲ ਕੰਮ ਕਰਨਗੇ। ਬਾਹਰਲੇ ਦੇਸ਼ਾਂ 'ਚ ਇਹੋ ਹੀ ਰਿਹਾ। ਅਮਰੀਕਾ 'ਚ ਨੌਜਵਾਨ ਨੂੰ ਬਹੁਤ ਤਰਜੀਹ ਦਿੰਦੇ ਆ। ਜਦੋਂ ਵੀ ਉਹਨਾਂ ਨੇ ਸਰਕਾਰਾਂ ਬਦਲੀਆਂ, ਜਦੋਂ ਬਰਾਕ ਓਬਾਮਾ ਆਇਆ ਤਾਂ ਨੌਜਵਾਨ ਅੱਗੇ ਲੱਗੇ। ਹਰ ਦੇਸ਼ 'ਚ ਨੌਜਵਾਨ ਅੱਗੇ ਲੱਗਦੇ ਰਹੇ ਆ। ਆਪਣੇ ਵੀ ਇਸ ਤਰ੍ਹਾਂ ਦੀ ਹੈਗੇ ਯੂਥ, ਜਿਹੜੀਆਂ ਕਾਂਗਰਸ ਯੂਥ ਹੈਗੀ ਆ, ਅਕਾਲੀ ਦਲ ਯੂਥ ਹੈਗਾ, ਜਿਹੜੀਆਂ ਖੇਤਰੀ ਪਾਰਟੀਆਂ 'ਚ ਯੂਥ ਤਾਂ ਹੈ ਹੀ ਹਨ। ਜਦੋਂ ਅਸੀਂ ਯੂਥ ਨੂੰ ਅੱਗੇ ਰੱਖਦੇ ਹਾਂ, ਫਿਰ ਉਪਾਧੀਆਂ ਨਾਂ ਦੀਆਂ ਦਿੱਤੀਆਂ ਜਾਂਦੀਆਂ। ਰਾਜਨੀਤੀ ਤੌਰ 'ਤੇ ਵੀ ਇਹੀ ਗੱਲ ਹੈਗਾ। ਪਰ ਸਾਡੇ ਖਿਆਲ ਮੁਤਾਬਕ ਜੇ ਇਹਨੂੰ ਵਾਪਸ ਚਲੋ ਨਹੀਂ ਲੈਣਾ ਜਾਂ ਕੁਝ ਨਹੀਂ ਲੈਣਾ, ਇਹ 'ਚ ਰੱਦੋ ਬਦਲ ਜੋ ਮੁੰਡੇ ਕਹਿੰਦੇ ਆ, ਜੋ ਜਵਾਨ ਕਹਿੰਦੇ ਆ, ਜੋ ਸੰਸਥਾਵਾਂ ਕਹਿੰਦੀਆਂ, ਉਹਦੇ ਅਕੋਰਡਿੰਗ ਗੱਲ ਕਰਨੀ ਚਾਹੀਦੀ ਹੈ। ਹੁਣ ਦੇਖੋ ਜਿਹੜੀਆਂ ਇਹ ਪੈਰਵਾਈ ਕਰਨਗੇ ਯੂਥ, ਜਿਹੜੇ ਇਹਨਾਂ ਨੇ ਕਰਨਾ, ਇਹਦੇ 'ਚ ਸਰਕਾਰ ਤੱਕ ਤਾਂ ਸੰਦੇਸ਼ ਜਾਊਗਾ, ਥਰੂ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕਸ ਮੀਡੀਆ ਰਾਹੀਂ ਜਾਊਗਾ, ਤਦ ਜਾ ਕੇ ਸਰਕਾਰ ਦੇ ਕੰਨਾਂ 'ਚ ਵੀ ਜੂਝ ਸਰਕੂਗੀ। ਕਿਉਂਕਿ ਬੱਚਾ ਜਦੋਂ ਰੋਂਦਾ ਜੀ, ਉਦੋਂ ਉਹਨੂੰ ਦੁੱਧ ਮਿਲਦਾ। ਜੇ ਬੱਚਾ ਘਰਾੜੇ ਮਾਰੂ ਸੁੱਤਾ ਰਹੂਗਾ, ਉਹਨੂੰ ਕੁਝ ਨਹੀਂ ਮਿਲਣਾ। ਉਹਨੂੰ ਕਹਿਣਾ ਮੈਂ ਰੱਜਿਆ ਪਿਆ, ਇਹਨੂੰ ਰਹਿਣ ਦਿਓ, ਹੈ ਨਾ। ਹੁਣ ਸਾਡੇ ਜਿਹੜੇ ਭੁੱਖਾ ਸ਼ੇਰ ਦਾ ਹਾੜਦਾ, ਉਹੀ ਭੁੱਬਾ ਮਾਰਦਾ, ਹੈ ਨਾ। ਉਹੀ ਗੱਲ ਹੁੰਦੀ ਹੈ, ਉਹਨੂੰ ਭੁੱਬਾ ਮਾਰੂਗਾ ਵੀ ਮੈਂ ਭੁੱਖਾ ਮਰ ਗਿਆ। ਕਿਉਂਕਿ ਰੋਜ਼ੀ ਰੋਟੀ ਤਾਂ ਚਾਹੀਦੀ ਹੈ। ਬੱਚੇ ਜਵਾਨ ਜੇ ਪੜ੍ਹਦੇ ਆ, ਡਿਗਰੀਆਂ ਲੈਂਦੇ ਆ, ਸਾਰਾ ਕੁਝ ਕਰਦੇ ਆ, ਉਹ ਕਾਹਦੇ ਲਈ ਲੈਂਦੇ ਆ? ਇਹ ਨਹੀਂ ਹੈਗਾ ਕਿ ਉਹਨਾਂ ਨੇ ਸਰਵਪੱਖੀ ਵਿਕਾਸ ਇਕੱਲਾ ਹੀ ਕਰਨਾ ਗਾ। ਗੱਲਾਂ ਲਈ ਨਹੀਂ ਹੁੰਦਾ ਇਹ, ਗੱਲਾਂ ਲਈ ਤੇ ਸੜਕਾਂ 'ਤੇ ਤੁਰਨ ਲਈ ਨਹੀਂ ਹੈਗਾ, ਤੇ ਡਿਗਰੀਆਂ ਦਿਖਾਉਣ ਲਈ ਨਹੀਂ ਹੈਗਾ, ਤੇ ਮੈਰਿਟ ਚਾਉਣ ਲਈ ਨਹੀਂ ਹੈਗਾ। ਇਹ ਸਿਰਫ ਇਹ ਹੈਗਾ ਕਿ ਕੰਮ ਕਰਨੀ ਗਾ। ਨਹੀਂ ਤਾਂ ਫਿਰ ਬਗਾਵਤ, ਐਜੀਟੇਸ਼ਨ, ਫਿਰ ਕੀ ਹੁੰਦਾ? ਉਹ ਸਾਰੇ ਦੇਸ਼ਾਂ 'ਚ ਆਈਆਂ ਵੀ ਹੈਗੀਆਂ। ਨੌਜਵਾਨਾਂ ਨੂੰ ਠੱਲ ਪਾਉਣ ਲਈ, ਰੋਕਣ ਲਈ ਉਹਨਾਂ ਨੂੰ ਪਿਆਰ ਨਾਲ, ਉਹਨਾਂ ਨੂੰ ਤਰੀਕੇ ਨਾਲ, ਸਲੀਕੇ ਨਾਲ ਰੱਖਣਾ ਚਾਹੀਦਾ ਵੀ ਆਹ ਮਿੱਤਰੋ ਤੁਹਾਡਾ ਕੰਮ ਜੇ, ਇਹਨੂੰ ਸੰਭਾਲੋ, ਤੁਸੀਂ ਕਰਨਾ ਹੈਗਾ। ਅਸੀਂ ਤਾਂ 4 ਸਾਲ 3 ਸਾਲ ਹੈਗੇ, ਕਿਉਂਕਿ ਹੁਣ ਆ ਜਿਹੜੀ ਮੌਜੂਦਾ ਗੌਰਮੈਂਟ ਇਹਦੇ ਤੇ 2 ਸਾਲ ਰਹਿ ਗਏ ਜਾਂ 3 ਸਾਲ ਰਹਿ ਗਏ, ਜਦੋਂ 8 ਸਾਲ ਪੂਰੇ ਹੋ ਗਏ ਫਿਰ ਨਵੀਂ ਗੌਰਮੈਂਟ ਆਉਣੀ ਆ। ਜਾਂ ਤਾਂ ਉਹ ਗੌਰਮੈਂਟ ਸਟੈਪ ਲੈਂਦੀ, ਜਿੱਦ ਕੋ ਹੁਣ ਰਹਿ 3 ਸਾਲ ਗਏ ਆ, ਉਹਨੇ ਕਰਨਾ ਕੀ ਹੈਗਾ। ਹੋ ਸਕਦਾ ਇਹਨਾਂ ਨੂੰ ਉਮੀਦ ਹੋਵੇ 2024 ਚ ਇਲੈਕਸ਼ਨ ਵੀ ਆ, 2022 ਜਾ ਰਿਹਾ ਅਤੇ ਇਹਦੇ ਨਾਲ ਨੌਜਵਾਨ ਨਾਰਾਜ਼ ਕੀਤੇ ਇਹਨਾਂ ਨੇ। ਜਿਹੜੇ ਹੁਣ ਨੌਜਵਾਨ 18 ਸਾਲ ਤੋਂ ਉੱਪਰ ਆ, ਵੋਟ ਆ ਉਹਨਾਂ ਕੋਲ। ਹੁਣ ਉਹ ਲੋਕ ਰਾਏ ਆ, ਉਹ ਤੁਸੀਂ ਨਹੀਂ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਜੇ ਕੋਈ ਨਾਰਾਜ਼ ਹੋਊਗਾ ਤਾਂ ਉਸ ਪਲੜੇ 'ਚ ਨਹੀਂ ਬੈਠੂਗਾ, ਉਹ ਦੂਜੇ ਪਲੜੇ 'ਚ ਬੈਠੂਗਾ। ਇਹੀ ਹੈ ਪੰਜਾਬ 'ਚ ਕੀ ਹੋਇਆ। ਪੰਜਾਬ 'ਚ ਬਣੀ ਸੀਟਾਂ ਕਿਉਂ ਆਈਆਂ ਕਿ ਜਿੰਨੇ ਦਿਗਜ ਨੇਤਾ ਨੇ, ਜਿੰਨੀਆਂ ਸਾਡੀਆਂ ਇੱਥੇ ਰਾਜਨੀਤਿਕ ਪਾਰਟੀਆਂ ਨੇ, ਮਨਮਾਨੀ ਹੋਈ। ਉਹਨਾਂ ਨੇ ਲੋਕਾਂ ਨੂੰ ਵਿਸਾਰ ਦਿੱਤਾ, ਲੋਕਾਂ ਦੀ ਗੱਲ ਨਹੀਂ ਪੁੱਛੀ। ਜਿਹਨੂੰ ਬਾਤ ਨਹੀਂ ਪੁੱਛਣੀ ਉਹ ਕਹਿੰਦੇ ਆ। ਉਹ ਕਹਿੰਦੇ 12 ਸਾਲ ਤਾਂ ਰੂੜੀ ਦੀ ਵੀ ਸੁਣਦਾ, ਆਂਦੇ ਵੀ ਰੂੜੀ ਨੂੰ ਚੁੱਕੋ। ਜੇ 15-15 ਸਾਲ ਤੱਕ ਅਕਾਲੀ ਦਲ ਨੇ ਰਾਜ ਕੀਤਾ, ਕਾਂਗਰਸ ਸ਼ੁਰੂ ਤੋਂ ਹੀ ਇੱਥੇ ਲੱਗੀ ਰਹੀ ਹੈ, ਇੱਥੇ BJP ਸੈਂਟਰ 'ਚ ਬੈਠੀ ਹੈ। ਜੇ ਤੁਸੀਂ ਇਹ ਸਾਰੀਆਂ ਗੱਲਾਂ ਨੂੰ, ਲੋਕਾਂ ਨੂੰ, ਉਹਨਾਂ ਦੇ ਜਿਹੜੇ ਵਿਚਾਰ ਆ, ਉਹਨਾਂ ਦੀ ਸਹੂਲਤਾਂ ਅੱਖੋਂ ਪਰੋਖੇ ਕਰੋਗੇ ਤਾਂ ਲੋਕ ਫਿਰ ਦੂਜੇ ਪਾਸੇ ਪਲੜੇ 'ਚ ਜਾ ਬਹਿਣਗੇ। ਇਹ ਸੱਚੀ ਉਦਾਹਰਣ ਤੇ ਜਿਹੜੀ ਪ੍ਰਤੱਖ ਨੂੰ ਪ੍ਰਮਾਣ ਕੀ ਪੰਜਾਬ ਦੀ ਜਿਹੜੀ ਮੌਜੂਦਾ ਗੌਰਮੈਂਟ ਆ ਉਹਦੇ ਲਈ ਹੈ। ਦੇਖੋ ਇਹਨੂੰ 100% ਮੈਜੋਰਟੀ ਦੇਤੀ, ਬਹੁਮਤ ਦੇਤੀ। ਗੱਲ ਇਹ ਹੈ ਕਿ ਨਾ ਕਿਸੇ ਦੇ ਖਿਲਾਫ ਤੇ ਨਾ ਕਿਸੇ ਦੇ ਪੱਖ 'ਚ ਜੀ, ਸਿਰਫ ਭਾਰਤ ਦੇਸ਼ ਦੇ ਪੱਖ ਦੇ ਵਿੱਚ। ਬਿਲਕੁਲ ਸਹੀ। ਭਾਰਤ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ, ਬਸ ਅਗਰ ਭਾਰਤ ਨੂੰ ਇਹ ਚੀਜ਼ ਸੂਟ ਨਹੀਂ ਕਰਦੀ ਤਾਂ ਤੁਸੀਂ ਜ਼ਰੂਰ ਲਾਗੂ ਕਰਨੀ। ਬਿਲਕੁਲ। ਇਹ ਕੋਈ ਜ਼ਿੱਦ ਥੋੜਾ ਹੈ ਕਿ ਦੇਸ਼ ਮੇਰਾ ਦੇਸ਼ ਕਹੋਗੇ ਨਾ, ਮੇਰਾ ਹਿੰਦੁਸਤਾਨ ਹੀ ਕਹੋਗੇ ਨਾ, ਇੰਡੀਆ ਇਜ਼ ਮਾਈ ਕੰਟਰੀ ਕਹੋਗੇ ਨਾ, ਇਹ ਜਵਾਨਾਂ ਦਾ ਹੈ। ਜਦੋਂ ਅਸੀਂ ਨਹੀਂ ਸੀਗੇ ਉਦੋਂ ਵੀ ਭਾਰਤ ਸੀ। ਬਿਲਕੁਲ। ਜਦੋਂ ਅਸੀਂ ਨਹੀਂ ਰਹਿਣਾ ਉਦੋਂ ਵੀ ਭਾਰਤ ਨੇ ਰਹਿਣਾ ਹੈ। ਹਾਂ। ਜਦੋਂ ਕੋਈ ਵੀ ਪਾਰਟੀ ਸੱਤਾ 'ਚ ਹੁੰਦੀ ਹੈ, ਉਸ ਤੋਂ ਪਹਿਲਾਂ ਵੀ ਭਾਰਤ ਸੀ। ਜੇ ਉਹਨੇ ਸੱਤਾ 'ਚ ਨਹੀਂ ਰਹਿਣਾ, ਉਸ ਤੋਂ ਬਾਅਦ ਵੀ ਭਾਰਤ ਨੇ ਰਹਿਣਾ। ਤੇ ਜਦੋਂ ਭਾਰਤ ਨੇ ਰਹਿਣਾ ਤੇ ਹਰ ਚੀਜ਼ ਭਾਰਤ ਨੂੰ ਸਾਹਮਣੇ ਰੱਖ ਕੇ ਉਹਦੇ ਬਿਹਤਰੀ ਵਾਸਤੇ ਜੋ ਭਾਰਤ ਦੇ ਹੱਕ ਵਿੱਚ ਹੈ ਉਹ ਫੈਸਲਾ ਲਿੱਤਾ ਜਾਵੇ, ਜੋ ਦੇਸ਼ ਦੇ ਹੱਕ ਦੇ ਵਿੱਚ ਹੈ। ਇਹ ਨਹੀਂ ਕਿ ਮੈਂ ਜ਼ਿੱਦ ਫੜ ਲਈ, ਜੇ ਮੈਂ 1 ਇੰਚ ਪਿੱਛੇ ਨਹੀਂ ਹਟਾਂਗਾ ਜੀ, ਮੈਂ ਇਹ ਕਰਕੇ ਰਵਾਂਗਾ। ਇਹ ਕੋਈ ਗੱਲ ਥੋੜਾ ਬਣਦੀ ਹੈ। ਇਹ ਜ਼ਿੱਦ ਕੀ ਫੜ ਲਈ? ਕੋਈ ਇਹ ਜ਼ਿੱਦ ਫੜਨ ਵਾਲੀ ਤੇ ਗੱਲ ਹੈ ਨਹੀਂ।
ਇਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਜਿਹੜੀ ਚੀਜ਼ ਲੋਕਾਂ ਨੂੰ ਚਾਹੀਦੀ ਹੈ, ਜਿਹੜੀ ਚੀਜ਼ ਲੋਕਾਂ ਨੂੰ ਸੂਟ ਕਰਦੀ ਹੈ, ਦੇਸ਼ ਨੂੰ ਸੂਟ ਕਰਦੀ ਹੈ, ਉਹ ਉਹਨਾਂ ਨੂੰ ਦੇ ਦਿਓ। ਜਿਹੜੀ ਚੀਜ਼ ਨਹੀਂ ਸੂਟ ਕਰਦੀ ਉਹ ਵਾਪਸ ਲੈ ਲਵੋ। ਇਹ ਕੋਈ ਆਪਸ ਦੇ ਵਿੱਚ ਕੋਈ ਟਸਲ ਥੋੜਾ ਕ੍ਰੀਏਟ ਕਰਨੀ ਹੈ, ਕੋਈ ਆਪਸ ਦੇ ਵਿੱਚ ਸੰਘਰਸ਼ ਥੋੜਾ ਕ੍ਰੀਏਟ ਕਰਨਾ। ਲੋਕਾਂ ਦੇ ਮੁੱਠ 'ਚ ਹੀ ਹੈਗੀ ਹੈ ਪਾਵਰ, ਦੁਨੀਆ ਦੀ ਹੈ। ਜਿਹੜਾ ਸੰਘੀ ਢਾਂਚਾ ਹੈਗਾ ਜਿਹਦੇ 'ਚ ਸਾਰਾ ਕੁਝ ਉਹਨਾਂ ਦੇ ਕੋਲ ਹੈਗਾ, ਜਦੋਂ ਵੀ ਵੋਟਿੰਗ ਹੁੰਦੀ ਹੈ, ਜਦੋਂ ਵੀ ਟਾਈਮ ਆਉਂਦਾ, ਫਿਰ ਉਹ ਆਪਣਾ ਸਾਰਾ ਕੁਝ ਮੂਲ ਮੁੱਦਾ ਆਪਣੇ ਕੋਲ ਲੈ ਲੈਂਦੇ ਆ। ਉਸੇ ਤਰ੍ਹਾਂ ਉਹਨਾਂ ਨੇ ਕਰਨਾ, ਇਸ ਕਰਕੇ ਕਰਨਾ ਜਿਹੜਾ ਵੀ ਬੰਦਾ, ਜਿਹੜਾ ਵੀ ਕੋਈ ਲੀਡਰ ਜਦੋਂ ਵੀ ਕੁਰਸੀ ਤੇ ਬਹਿੰਦਾ, ਉਹ ਇੱਕ ਪੁੱਗੀ ਮਿਆਦ ਤੋਂ ਬਾਅਦ ਖਤਮ। ਚਾਹੇ ਸਾਡੇ ਹੁਣ ਰਾਸ਼ਟਰਪਤੀ ਸਾਹਿਬ, ਉਹਨਾਂ ਦੀ ਵੀ ਆ ਰਹੀ ਆ ਇਲੈਕਸ਼ਨ, ਉਹ ਵੀ ਸਾਡੇ ਦੇਸ਼ ਦੇ ਸਭ ਤੋਂ ਪ੍ਰਮੁੱਖ ਨੇਤਾ ਨੇ, ਉਹਨਾਂ ਨੇ ਸਾਰਾ ਵਾਗਡੋਰ ਉਹਨਾਂ ਦੇ ਹੱਥ ਹੈ, ਪ੍ਰਧਾਨ ਮੰਤਰੀ ਸਾਹਿਬ ਨੇ। ਪਰ ਉਹਨਾਂ ਦਾ ਲਿਮਿਟ ਟਾਈਮ ਤਾਂ ਹੈਗਾ ਨਾ, ਪਰ ਸਮੁੱਚਾ ਟਾਈਮ ਕਿਹਨਾਂ ਕੋ ਹੈਗਾ? ਲੋਕਤੰਤਰ ਦੇ ਜਿਹੜੇ ਵਸਨੀਕ ਨੇ, ਉਹਨਾਂ ਦੇ ਸਿਸਟਮ 'ਚ ਲੋਕ ਰਹਿ ਰਹੇ, ਲੋਕਾਂ ਦੇ ਕੋਲ ਹੈਗਾ। ਲੋਕਾਂ ਨੇ ਸਾਰਾ ਕੁਝ ਡਿਸਾਈਡ ਕਰਨਾ ਕਿ ਅਸੀਂ ਕਿਹਦੀ ਸਰਕਾਰ ਬਣਾਉਣੀ ਹੈ, ਕਿਹਦੀ ਰਾਜਨੀਤੀ ਹੋਣੀ ਆ, ਕੀ ਅਸੀਂ ਚਾਹੁੰਦੇ ਹਾਂ। ਕਿਉਂਕਿ ਲੋਕ ਹੁਣ ਪੜ੍ਹ ਲਿਖ ਗਏ ਆ, ਸਿਆਣੇ ਹੋ ਗਏ ਆ, ਹੁਣ ਉਹ ਗੂਠਾ ਛਾਪ ਨਹੀਂ ਰਹੇ, ਅਤੇ ਨਾ ਉਹ ਲੋਕਾਂ ਦੀ ਕੋਈ ਇੱਦਾਂ ਦੀ ਆਵਾਜ਼ ਨਹੀਂ ਸੁਣਦਾ। ਉਹ ਆਵਾਜ਼ ਵੀ ਸੁਣਾਉਣਾ ਜਾਣਦੇ ਆ, ਕਹਿਣਾ ਵੀ ਜਾਣਦੇ ਆ, ਪਰ ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਅਸੀਂ ਸੁੱਤੇ ਉੱਠਣਾ ਵਾ, ਦਹਾੜਾਂ ਮਾਰਨੀਆਂ, ਸਾਰਾ ਕੁਝ ਹੁੰਦਾ। ਪਰ ਨੌਜਵਾਨਾਂ ਨੂੰ ਉਂਗਲੀ ਲਾਉਣੀ ਵੀ ਬੁਰੀ ਗੱਲ ਆ, ਉਹਨਾਂ ਨੂੰ ਸਮਝਾਉਣਾ ਸੌਖਾ। ਸਰਕਾਰ ਤੇ ਲੋਕਾਂ ਦੇ ਵਿੱਚ ਖਿੱਚਾਤਾਣ ਨਹੀਂ ਹੋਣੀ ਚਾਹੀਦੀ, ਖਿੱਚੋਤਾਣ ਨਹੀਂ ਹੋਣੀ ਚਾਹੀਦੀ, ਕਿਸੇ ਤਰ੍ਹਾਂ ਦਾ ਕੋਈ ਸੰਘਰਸ਼ ਨਹੀਂ ਹੋਣਾ ਚਾਹੀਦਾ, ਕੋਈ ਟਸਲ ਨਹੀਂ ਹੋਣੀ ਚਾਹੀਦੀ। ਬਿਲਕੁਲ ਸ਼ਾਂਤੀਪੂਰਕ ਤਰੀਕੇ ਨਾਲ, ਸ਼ਾਂਤੀਪੂਰਨ ਤਰੀਕੇ ਨਾਲ ਬੈਠ ਕੇ ਗੱਲ ਹੋਣੀ ਚਾਹੀਦੀ ਹੈ ਵੀ ਤੁਸੀਂ ਕੀ ਚਾਹੁੰਦੇ ਹੋ, ਉਹ ਆਪਾਂ ਕਰ ਦਿੰਦੇ ਹਾਂ। ਆਪਾਂ ਤਾਂ ਜਿਹੜੇ ਤੱਕੜੀ 'ਚ ਪਾਸਕੂ ਹੁੰਦਾ, ਬਾਹਰਲੇ ਦੇਸ਼ਾਂ ਲਈ ਅਜੇ ਵੀ ਉਹ ਹੈ ਨਹੀਂਗੇ, ਭਾਵੇਂ ਅਸੀਂ 100 ਗੱਲਾਂ ਕਰ ਲਈਏ। ਨਾ ਤਾਂ ਉਹਨਾਂ ਸਾਡਾ ਏਰੀਆ ਜਿੰਨਾ ਰਸ਼ੀਆ ਕੋ ਏਰੀਆ, ਅਮਰੀਕਾ ਕੋ ਆ, ਯੂਨਾਈਟਿਡ ਸਟੇਟ ਆ ਨਾ, ਕਿੰਨੇ ਸਟੇਟ ਯੂਨਾਈਟ ਹੋ ਗਏ। ਕੈਨੇਡਾ ਕੋ ਕਿੰਨੇ ਹੈਗੇ? ਤੁਸੀਂ ਕੈਨੇਡਾ ਦੇ ਅੰਦਰ ਹੀ ਜਦੋਂ ਜਾਣਾ 5-5 10-10 ਘੰਟੇ ਤੁਹਾਨੂੰ ਦੂਜੀ ਸਟੇਟ ਤੱਕ ਜਾਣਾ ਪੈਂਦਾ। ਸਾਡੇ ਤਾਂ ਅਸੀਂ ਚੱਲ ਪਏ ਦਿੱਲੀ ਤੋਂ, ਤਾਂ ਤੁਸੀਂ ਕਸ਼ਮੀਰ ਤੱਕ ਜਾਣਾ ਤੇ 2 ਘੰਟੇ ਤੱਕ ਜਾਓ ਜਿੱਧਰ ਮਰਜੀ। ਇਹ ਛੋਟਾ ਦੇਸ਼ ਹੈ, ਪਰ ਅਸੀਂ ਰੀਸ ਵੱਡੇ ਦੇਸ਼ਾਂ ਦੀ ਕਰਦੇ, ਜਿਹਦਾ ਖੇਤਰਫਲ ਇੰਨਾ ਵੱਡਾ ਹੋਏਗਾ, ਖੰਨਾ ਜੀ, ਜਿਹਦੇ ਕੋਲ ਇੰਨੀ ਪਾਵਰ ਹੋਊਗੀ, ਜਿਹਦਾ ਡਾਲਰ ਹੀ ਇਸ ਵੇਲੇ ਸੁਪਰ ਅੱਜ ਇੱਥੇ ਚੱਲ ਰਿਹਾ, ਤੁਹਾਡਾ ਤਾਂ ਰੁਪਈਆ ਤੇ ਥੱਲੇ ਆ ਗਿਆ, ਫਿਰ ਤੁਸੀਂ ਗੱਲਾਂ ਆਪਾਂ ਕਰਾਂਗੇ ਬਹੁਤ ਵੱਡੀਆਂ। ਫਿਰ ਉਹ ਗੱਲ ਹੈ ਕਿ ਸਾਨੂੰ ਉਹਨਾਂ ਕੀ ਚਾਦਰ 'ਚ ਵੇਖ ਕੇ ਪੈਰ ਪਸਾਰਨੇ ਚਾਹੀਦੇ, ਵੇਖਣਾ ਚਾਹੀਦਾ ਕਿ ਅਸੀਂ ਜਿਹੜੇ ਵੀ ਗੱਲ ਕਰ ਰਹੇ ਹਾਂ ਇਕੱਲੇ ਯੂਥ ਦੀ ਨਹੀਂ, ਸਾਰੀ ਦੁਨੀਆ ਦੀ, ਜਿਹਦੇ 'ਚ ਲੋਕ ਅਪਾਹਜ ਵੀ ਆ, ਲੂਲੇ ਵੀ ਆ, ਲੰਗੜੇ ਵੀ ਆ, ਗਰੀਬੀ ਨਾਲ ਵੀ ਘੁਲ ਰਹੇ ਆ, ਉਹ ਵੀ ਹੈਗੇ ਆ। ਪਰ ਇਹਨਾਂ ਨੂੰ ਚਾਹੀਦਾ ਗਰੀਬੀ ਦੂਰ ਕਿੱਦਾਂ ਕਰਨੀ। ਜਿੰਨੀ ਸਰਕਾਰਾਂ ਆਈਆਂ, ਗਰੀਬੀ ਦੂਰ ਕਰ ਦਾਂਗੇ ਜੀ, ਕੰਗਾਲੀ ਦੂਰ ਕਰ ਦਾਂ ਜੀ, ਭੁੱਖਮਰੀ ਦੂਰ ਕਰ ਦਾਂਗੇ ਜੀ, ਕਣਕ ਬਹੁਤ ਹੋ ਗਈ ਹੈ ਜੀ, ਇੱਥੇ ਪਤਾ ਹੀ ਨਹੀਂ ਕਿੰਨੀ ਕਣਕ ਹੋ ਗਈ ਹੈ। ਲੋਕਾਂ ਨੂੰ ਵੇਖੋ ਰੋਟੀ ਤੋਂ ਤਰਸ ਰਿਹਾ, ਪ੍ਰੈਕਟੀਕਲੀ ਤੌਰ 'ਤੇ ਜਾਓਗੇ, ਜ਼ਮੀਨ 'ਤੇ ਵੇਖੋਗੇ, ਫੁੱਟਪਾਥ 'ਤੇ ਸੁੱਤੇ ਹੁੰਦੇ ਲੋਕ। ਬੰਬੇ ਜਾ ਕੇ ਦੇਖ ਲਓ, ਮੈਂ ਇੱਕ ਵਾਰੀ ਗਿਆ ਸੀ ਉੱਥੇ, ਤੇ ਕੰਮ ਕਰ ਰਹੇ ਸੀ ਉੱਥੇ ਲੋਕ, ਮੈਂ ਦੇਖ ਰਿਹਾ ਸੀ ਅਸੀਂ ਖਲੋਤੇ ਇੱਕ ਖੋਖੇ ਤੋਂ ਚਾਹ ਪੀ ਰਹੇ ਸੀਗੇ। ਤਾਂ ਅਸੀਂ ਜਦੋਂ ਚਾਹ ਪੀ ਰਹੇ ਸੀ, ਇੱਕ ਬੱਚਾ ਰਿੜਦਾ ਆਇਆ ਬੜੇ ਜ਼ੋਰ ਦੀ, ਤਾਂ ਅਸੀਂ ਫੜਿਆ ਉਹਨੂੰ, ਦੇਖਿਆ ਉਹਦੀ ਮਾਂ ਉਹ ਸੁੱਤੀ ਸੀ। ਜਦੋਂ ਦੇਖਿਆ, ਅਸੀਂ ਦੇਖਿਆ ਵੀ ਕਿਸ ਦਾ ਬੱਚਾ ਹੈ। ਉਹਨਾਂ ਨੇ ਉੱਠ ਕੇ ਵੇਖਿਆ, ਅਸੀਂ ਉਹਨਾਂ ਨੂੰ ਪੁੱਛਿਆ ਇੱਥੇ ਸੁੱਤੇ ਪਏ ਜੀ? ਉਹ ਕਹਿੰਦੇ ਜੀ ਸਾਡੇ ਲਈ ਕੰਮ ਮਿਲ ਜਾਂਦਾ, ਸੌਣ ਲਈ ਜਗ੍ਹਾ ਹੈ ਨਹੀਂ, ਅਸੀਂ ਫੁੱਟਪਾਥ 'ਤੇ ਸੁੱਤੇ ਪਏ। ਅੱਖੀਂ ਵੇਖਿਆ ਮੈਂ, ਇਹ ਗੱਲ 1983 ਦੀ ਹੈ, ਜ਼ਿਆਦਾ ਦੂਰ ਦੀ ਨਹੀਂ। ਇਹ ਗੱਲ ਹੈਗਾ ਸਾਡਾ। ਫਿਰ ਵੀ ਪੰਜਾਬ ਗੁਰੂਆਂ ਦੀ ਧਰਤੀ, ਇੱਥੇ ਬੜਾ ਕੁਛ ਹੈਗਾ, ਖਾਣ ਪੀਣ ਵੀ ਹੈਗਾ, ਬਹਿਣ ਉੱਠਣਾ ਪਹਿਨਣ ਵੀ ਆਉਂਦਾ, ਸ਼ਾਂਤੀ ਵੀ ਹੈਗੀ, ਸਾਰਾ ਕੁਛ ਹੈਗਾ। ਬਾਕੀ ਸੂਬਿਆਂ 'ਚ ਬਹੁਤ ਮਾੜਾ ਹਾਲ ਹੈਗਾ, ਖਾਸ ਕਰਕੇ ਮੈਟਰੋਪੋਲੀਟਨ ਸਿਟੀ ਹੈ ਜਿਨ੍ਹਾਂ 'ਚ ਬੰਬੇ ਨੇ, ਕਰਨਾਟਕਾ, ਮਦਰਾਸ ਹੈ ਨਾ, ਤੁਸੀਂ ਇਹਨਾਂ 'ਚ ਜਾਓਗੇ ਵੱਡੇ ਵੱਡੇ ਸ਼ਹਿਰਾਂ 'ਚ ਤਾਂ ਹੋਰ ਤਰ੍ਹਾਂ ਦਾ ਹੈਗਾ। ਸਾਡਾ ਜਲੰਧਰ ਤਾਂ ਖੁੱਲ੍ਹਾ ਡੁੱਲਾ ਸ਼ਹਿਰ ਹੈਗਾ, ਬਹਿਣ ਲਈ ਵੀ ਹੈਗਾ, ਸਾਰਾ ਕੁਛ ਹੈਗਾ। ਪਰ ਬਾਕੀ ਸਾਡੇ ਪ੍ਰਵਾਸੀ ਭਾਰਤੀ ਨੇ, NRI ਵੀਰ ਨੇ, ਉਹ ਮੌਜਾਂ ਕਰ ਰਹੇ, ਬਾਹਰ ਰਹੇ ਆ। ਔਰ ਇਹ ਆਪਾਂ ਕਈ ਵਾਰੀ ਕਹਿੰਦੇ ਯਾਰ ਬਾਹਰ ਚਲੇ ਗਏ, ਉੱਥੇ ਚਲੇ ਗਏ, ਇੱਥੇ ਰਹਿ ਕੇ ਵੀ ਕੀ ਭੁੱਖ ਮਰੀ ਹੈ, ਇੱਥੇ ਰਹਿ ਕੇ ਵੀ ਤੁਸੀਂ ਕੀ ਕਰੋਗੇ? ਕੰਧਾਂ ਨਾ ਵੱਜੋਗੇ, ਨਸ਼ਿਆਂ ਵਾਲਿਆਂ ਨਾਲ ਤੁਹਾਨੂੰ ਹੋਵੇਗਾ, ਸਨੈਚਰ ਹੋਵੇਗਾ, ਤੁਹਾਡੇ ਕੋਲ ਸਮਾਨ ਖੋਇਆ ਜਾਊਗਾ, ਤੁਸੀਂ ਸੇਫ ਨਹੀਂ ਰਹੋਗੇ, ਸਿਕਿਉਰ ਨਹੀਂ ਰਹੋਗੇ। ਕਈ ਚੀਜ਼ਾਂ ਜਿਹੜੀਆਂ ਇੱਥੇ ਹੁਣ ਤੁਹਾਨੂੰ ਡਰਾਉਣਾ ਲੱਗਦਾ, ਉਹ ਵੀ ਪੰਜਾਬ ਸੀਗਾ ਜਿੱਥੇ ਅੱਧੀ ਰਾਤ ਨੂੰ ਜਿੱਧਰ ਮਰਜ਼ੀ ਤੁਰੇ ਫਿਰੋ, ਜਿੱਧਰ ਮਰਜ਼ੀ ਬਹਿ ਜਾਓ, ਜਿੱਥੇ ਮਰਜ਼ੀ ਆਓ, ਮਾਵਾਂ ਨੂੰ ਕੋਈ ਫਿਕਰ ਨਹੀਂ ਸੀਗਾ। ਹੁਣ ਆਪਣੇ ਬੱਚਿਆਂ ਦਾ ਫਿਕਰ ਰਹਿੰਦਾ, ਸਿਰਫ ਨੌਕਰੀ ਦਾ ਫਿਕਰ ਨਹੀਂਗਾ, ਉਹਨਾਂ ਨੂੰ ਬਚਾਉਣ ਦਾ ਫਿਕਰ ਵੀ ਹੁੰਦਾ। ਕਦੋਂ ਤੱਕ ਕੀ ਕੁਛ ਹੋਇਆ, ਕਿੰਨੀ ਦਹਿਸ਼ਤਗਰਦੀ ਫੈਲ ਗਈ, ਕੀ ਕੁਛ ਹੋਇਆ। ਇਹ ਇੱਕ ਸਰਕਾਰ ਦੀ ਵੱਸ ਦੀ ਗੱਲ ਨਹੀਂ ਹੁੰਦੀ ਕਿ ਮੌਜੂਦਾ ਸਰਕਾਰ ਫਲਾ ਰਹੀ ਫਲਾਣੀ, ਸਾਰੀਆਂ ਸਰਕਾਰਾਂ ਦੇ ਟਾਈਮ 'ਤੇ ਹੁੰਦਾ। ਪਰ ਚਿੱਕੜ ਸੁੱਟਣਾ ਸਾਡੀ ਆਦਤ ਇੱਕ ਦੂਜੇ 'ਤੇ, ਲੈ ਯਾਰ ਇਹਨੂੰ ਗਰਾਜ ਨਹੀਂ ਕਰਨਾ ਹੁੰਦਾ, ਇਹਨੇ ਦੇਖ ਲਓ ਹੁਣ ਕੀ ਕਰ ਲਿਆ, ਕਿੰਨੇ ਬੰਦੇ ਮਰ ਰਹੇ ਆ, ਕਿੰਨੇ ਬੰਦਿਆਂ ਦੀ ਜ਼ਮੀਨਾਂ ਖੋਹੀਆਂ ਗਈਆਂ, ਕਿੰਨਾ ਕੁਛ ਹੁੰਦਾ। ਸਿਸਟਮ 'ਚ ਰਹਿ ਕੇ ਕੰਮ ਕਰਨਾ ਹੋ ਰਿਹਾ। ਉਹ ਬਾਹਰਲੇ ਦੇਸ਼ਾਂ ਦੇ ਲੋਕ ਡਿਸਿਪਲਨ 'ਚ ਰਹਿੰਦੇ ਆ, ਕੰਮ 'ਚ ਰਹਿੰਦੇ ਆ, ਔਰ ਨਾ ਕਿਸੇ ਦੀ ਨੁਕਤਾਚੀਨੀ ਨਹੀਂ ਕਰਦੇ। ਅਸੀਂ ਬੋਲਦੇ ਜ਼ਿਆਦਾ ਵਾਂ ਅਤੇ ਕੰਮ ਸਾਡੇ ਕੋਲ ਜ਼ੀਰੋ ਹੁੰਦਾ। ਸੋ ਪ੍ਰੈਜ਼ੀਡੈਂਟ ਦੀ ਇਲੈਕਸ਼ਨਸ ਦੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਭਾਰਤ ਦੇ ਨਵੇਂ ਰਾਸ਼ਟਰਪਤੀ ਸਾਹਿਬ ਦੀ ਚੋਣ ਹੋਣੀ ਹੈ, ਤੇ ਉਹਦੇ ਵਾਸਤੇ 2 ਕੈਂਡੀਡੇਟ ਸਾਹਮਣੇ ਨੇ। ਇੱਕ ਤਾਂ ਯਸ਼ਵੰਤ ਸਿਨਹਾ ਜੀ ਨੇ ਜੋ ਓਪੋਜੀਸ਼ਨ ਪਾਰਟੀ ਲੈ ਕੇ ਆਈ ਹੈ, ਇੱਕ NDA ਵੱਲੋਂ ਉਹ ਕਿਹੜੇ ਲੇਡੀ ਨੇ ਜਿਨ੍ਹਾਂ ਦਾ ਤੁਸੀਂ ਨਾਮ ਦਾ ਜ਼ਿਕਰ ਕਰ ਰਹੇ ਸੀ?
ਪਰ ਪਹਿਲੀ ਗੱਲ ਤਾਂ ਤੁਸੀਂ ਅੱਛਾ ਕੀਤਾ ਜਦੋਂ ਕਿ ਇੱਕ ਜਿਹੜਾ ਨਾ ਇਹ ਇੱਕ ਮਸਲਾ ਇਦਾਂ ਦਾ ਸੀ ਕਿ ਟੇਢੇ ਮਸਲੇ ਤੋਂ ਬਾਅਦ ਤੁਸੀਂ ਆਪਣੇ ਰਾਸ਼ਟਰਪਤੀ ਦੀ ਚੋਣ 'ਤੇ ਆ ਗਏ, ਇਲੈਕਸ਼ਨ 'ਤੇ ਆ ਗਏ। ਵਧੀਆ ਗੱਲ ਹੈ, ਕਿਉਂਕਿ ਕਰਤਾ ਧਰਤਾ ਸਾਡੇ ਜਿਹੜੀ ਡੈਮੋਕ੍ਰੇਸੀ ਹੈ ਦੇ ਰਾਸ਼ਟਰਪਤੀ ਨੇ, ਜਿਹੜੇ ਇਹਨਾਂ ਨੇ ਆਉਣਾ ਹੁਣ ਨਵੇਂ ਰਾਸ਼ਟਰਪਤੀ, ਅਤੇ ਪਹਿਲੇ ਰਾਸ਼ਟਰਪਤੀ ਉਹਨਾਂ ਦੀ ਮਿਆਦ ਖਤਮ ਹੋ ਗਈ। ਔਰ ਇਹਦੇ 'ਚ 2 ਕੈਂਡੀਡੇਟ ਇਸ ਵੇਲੇ ਫਾਈਨਲ ਕਰ ਲਏ ਇਹਨਾਂ ਨੇ। ਇੱਕ ਤਾਂ ਮੈਂ ਦੱਸ ਦਿੱਤੇ ਨੇ। ਹਾਂ, ਉਹ ਲੇਡੀ ਕੌਣ ਸਿਨਹਾ ਜੀ, ਉਹ ਜਿਹੜੇ ਉਹ ਦ੍ਰੋਪਦੀ ਹੈਗੇ ਨੇ, ਉਹਨਾਂ ਦੇ ਉਹ ਝਾਰਖੰਡ ਦੇ ਰਾਜਪਾਲ ਰਹੇ ਆ ਸਾਬਕਾ, ਔਰ ਬੜੀ ਗਰੀਬੀ 'ਚੋਂ ਨਿਕਲ ਕੇ ਕੰਮ ਕੀਤਾ ਉਹਨਾਂ ਨੇ। ਉਹਨਾਂ ਦੇ 2 ਬੇਟੇ ਸੀ, ਐਕਸੀਡੈਂਟ ਨਾਲ ਡੈਥ ਹੋ ਗਈ, ਹਸਬੈਂਡ ਦੀ ਵੀ ਡੈਥ ਹੋ ਗਈ, ਔਰ ਉਹਨਾਂ ਨੇ ਫਿਰ ਆਪ ਹੀ ਕੰਮ ਕੀਤਾ ਉੱਥੇ। ਆਪ ਕੰਮ ਕਰਕੇ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਘਰ ਨੂੰ ਪਰਿਵਾਰ ਨੂੰ ਪਾਲਿਆ। ਫਿਰ ਉਹਨਾਂ ਨੇ ਜਦੋਂ ਇਹ ਰਾਜਪਾਲ ਬਣਾਇਆ, ਗੌਰਮੈਂਟ ਨੇ ਉਹਨਾਂ ਨੂੰ ਬੜਾ ਕੁਝ ਸਤਿਕਾਰ ਦਿੱਤਾ। ਫਿਰ ਸਤਿਕਾਰ ਦੇ ਕੇ ਉਹਨਾਂ ਨੇ ਆਪਣਾ ਬੜਾ ਅੱਛਾ ਸਟੇਟਸ ਬਣਾਇਆ, ਔਰ ਸਟੇਟਸ ਬਣਾਉਣ ਤੋਂ ਬਾਅਦ ਆਦਿਵਾਸੀ ਨੇ ਉਸ ਝਾਰਖੰਡ ਦੇ ਇਲਾਕੇ 'ਚੋਂ, ਔਰ ਉਹਨਾਂ ਨੇ ਇੰਨਾ ਕੁਝ ਬਣਾਇਆ ਉੱਥੇ, ਲੋਕਾਂ ਦਾ ਬੜਾ ਕੁਝ ਕੀਤਾ, ਲੋਕ ਉਹਨਾਂ ਨੂੰ ਮੰਨਦੇ ਆ ਉਸ ਇਲਾਕੇ ਦੇ। ਔਰ ਘੱਟੋ ਘੱਟ ਚਲੋ ਇੱਕ ਵੂਮਨ ਰਿਪਰੈਜ਼ੈਂਟੇਟਿਵ ਹੈ ਨੇ ਉੱਥੇ, ਇਹਨਾਂ ਨੇ ਮੌਕਾ ਦਿੱਤਾ, ਔਰ NDA ਨੇ। ਔਰ ਦੇਖੋ ਹੁਣ ਇੱਕ ਅੱਛੀ ਗੱਲ 'ਤੇ ਫੁੱਲ ਚੜ੍ਹਾਏ ਇਹਨਾਂ ਨੇ, ਔਰ ਕਿਤੇ ਕਿਤੇ ਅੱਛੀਆਂ ਗੱਲਾਂ ਵੀ ਕਰਦੇ ਆ, ਕਿਤੇ ਕਿਤੇ ਕਈ ਵਾਰੀ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਜਿਹੜੀ ਲੋਕਾਂ ਨੂੰ ਨਹੀਂ ਚੰਗੀਆਂ ਲੱਗਦੀਆਂ। ਔਰ ਇਹ ਅੱਛਾ ਡਿਸੀਜਨ ਆ, ਇਹ 'ਤੇ ਇਹਨਾਂ ਨੇ ਮੋਹਰ ਲਾਤੀ ਹੈ। ਹੁਣ ਉਹ ਜਿਹੜੀਆਂ ਪਾਰਟੀਆਂ ਜਸਵੰਤ ਸਿਨਹਾ ਦੇ ਲਈ ਉਹ 13 ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋਈਆਂ, ਉਹਨਾਂ ਨੇ ਆਪਣਾ ਮਿਲ ਕੇ ਇੱਕ ਨੇਤਾ ਨੂੰ ਚੁਣਿਆ। ਉਹ ਵੀ ਬੜੇ ਅੱਛੇ ਸਟੇਟਸ ਦੇ, ਬੜੇ ਸੂਝਵਾਨ ਜਸਵੰਤ ਸਿਨਹਾ ਜੀ, ਔਰ ਬੜਾ ਅੱਛਾ ਫਾਈਨਾਂਸ ਨੂੰ ਸਮਝਣ ਵਾਲੇ ਔਰ ਦੇਸ਼ ਦੀ ਨੀਤੀ ਨੂੰ ਸਮਝਣ ਵਾਲੇ ਹੈ ਨੇ ਦੋਵੇਂ ਕੈਂਡੀਡੇਟ। ਪੁਰਾਣੇ BJP ਤੋਂ ਨੇ। BJP ਦੇ ਉਹਨਾਂ ਦੀ ਜਿਹੜੀ ਪਾਰਟੀ ਪੁਰਾਣੀ ਹੈਗੀ, ਮੁੱਢਲੀ ਪਾਰਟੀ BJP ਹੈਗੀ। ਫਿਰ ਇੱਥੋਂ ਕਿਸੇ ਗੁੱਸੇ ਗਿਲੇ ਨਾਲ ਨਿਕਲ ਕੇ ਕਈ ਕੁਛ ਹੁੰਦਾ, ਪਰ ਉਹਦੇ 'ਚ ਹੁਣ ਇਸ ਵੇਲੇ ਉਹਨਾਂ ਨੇ ਜਿਹੜੀ ਆਪੋਜੀਸ਼ਨ ਦੇਖੋ ਕਿੰਨੀ ਅੱਛਾ ਡਿਸੀਜਨ। ਉਹਨਾਂ ਨੇ ਇਹ ਵੀ ਲਿਆ ਕਿ BJP ਦੇ ਹੈਗੇ ਨੇਤਾ, ਪਰ ਉਹਨਾਂ ਨੇ ਉਹਨੂੰ ਚੁਣਿਆ, ਉਹਨਾਂ ਨੂੰ ਉਸ ਵੇਲੇ ਮਨਾ ਲਿਆ, ਔਰ ਉਹ ਐਗਰੀ ਹੋ ਗਿਆ। ਹੁਣ ਦੇਖੋ ਕਿ ਮੈਜੋਰਟੀ ਕੀ ਕਰਦੀ ਹੈ, ਸ਼ਾਸਨ ਕੀ ਕਰਦਾ ਹੈ, ਔਰ ਜੇ ਉਹ ਬੀਬੀ ਜੀ ਬਣ ਜਾਂਦੇ ਆ, ਦ੍ਰੋਪਦੀ ਜੀ ਬਣ ਜਾਂਦੇ ਆ ਤਾਂ ਹੋਰ ਬੈਟਰ ਆ। ਜੇ ਜਸਵੰਤ ਸਿਨਹਾ ਜੀ ਆਉਂਦੇ, ਉਹ ਵੀ ਬਹੁਤ ਸਿਆਣੇ ਹੈਗੇ, ਔਰ ਦੇਸ਼ ਨੂੰ ਸੰਭਾਲਣਾ ਕਰਨਾ ਨੀਤੀਵਾਨ ਦਾ ਬਹੁਤ ਵੱਡਾ ਕੰਮ ਆ, ਔਰ ਲੋਕ ਇਹਨਾਂ ਦੋਵਾਂ 'ਤੇ ਖੁਸ਼ ਹੋਣਗੇ, ਜੜਵਾਈ ਬਣ ਗਿਆ। ਬਿਲਕੁਲ ਜੀ, ਸਹੀ ਗੱਲ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਵਾਕਈ ਕਾਬਿਲ ਪ੍ਰਾਈਮ ਮਿਨਿਸਟਰ ਜਿੱਦਾਂ ਆਪਾਂ ਹਮੇਸ਼ਾ ਤਵੱਕੋ ਕਰਦੇ ਹਾਂ ਕਿ ਭਾਰਤ ਨੂੰ ਮਿਲਣ, ਉਸੇ ਤਰ੍ਹਾਂ ਹੀ ਕਾਬਿਲ ਪ੍ਰੈਜ਼ੀਡੈਂਟ ਵੀ ਮਿਲਣ ਸਾਡੇ ਭਾਰਤ ਨੂੰ, ਔਰ ਹਮੇਸ਼ਾ ਮਿਲਦੇ ਵੀ ਰਹੇ ਨੇ, ਅਜੇ ਤੱਕ ਬਿਲਕੁਲ ਮਿਲਦੇ ਰਹੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇੱਕ ਵਧੀਆ ਚੋਣ ਹੋਏਗੀ ਤੇ ਜਲਦੀ ਹੀ ਅਨਾਉਂਸ ਹੋਏਗਾ ਸਾਡੇ ਜੋ ਨਵੇਂ ਰਾਸ਼ਟਰਪਤੀ ਬਣਨਗੇ ਭਾਰਤ ਦੇ, ਉਹਨਾਂ ਦਾ ਨਾਮ, ਤਾਂ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਤੁਹਾਨੂੰ ਸਾਰਿਆਂ ਨੂੰ ਉਹ ਇਨਫੋਰਮ ਵੀ ਕਰਾਂਗੇ। ਸੋ ਹੁਣ ਆਪਾਂ ਅੱਗੇ ਵਧਦੇ ਹਾਂ ਸੰਗਰੂਰ ਦੀ ਜ਼ਿਮਨੀ ਚੋਣ ਜੀ, ਔਰ ਉਹਦਾ ਜੋ ਮੁਕਾਬਲਾ ਹੈ, ਰੱਸਾਕਸ਼ੀ ਬਿਲਕੁਲ ਚੱਲ ਰਹੀ ਹੈ ਹੁਣ, ਤੇ ਪ੍ਰਚਾਰ ਵੀ ਬੰਦ ਹੋ ਗਿਆ ਕਿਉਂਕਿ ਭਲਕੇ ਚੋਣਾਂ ਨੇ। ਦੇਖੋ ਹੁਣ ਕੀ ਅੱਜ ਦਾ ਕੰਮ ਕੱਲ ਤੇ ਨਾ ਛੱਡੋ, ਉਹ ਕੱਲ ਨੂੰ ਆ, ਉਹ ਕੱਲ ਨੂੰ ਹੈ। ਪਰ ਇਸ ਵਕਤ ਵੀ ਕੁਝ ਨਹੀਂ ਕਹਿ ਸਕਦੇ ਕਿ ਕੌਣ ਜਿੱਤੂਗਾ ਤੇ ਕੌਣ ਹਾਰੂਗਾ, ਕਿਉਂਕਿ ਮੇਨ ਚੋਣਾਂ ਵਾਕਣ ਇਹ ਵੀ ਅਨਪ੍ਰੈਡਿਕਟੇਬਲ ਹੈ, ਕਿਉਂਕਿ ਜਦੋਂ ਤੱਕ ਰਿਜ਼ਲਟ ਨਹੀਂ ਘੋਸ਼ਿਤ ਹੋ ਜਾਂਦਾ ਉਦੋਂ ਤੱਕ ਤੁਸੀਂ ਕੁਝ ਨਹੀਂ ਕਹਿ ਸਕਦੇ ਕਿ ਕੌਣ ਆਏਗਾ ਤੇ ਕੌਣ ਨਹੀਂ ਆਏਗਾ। ਪਰ MP ਚੁਣਿਆ ਜਾਏਗਾ ਇੱਥੋਂ, ਇਸ ਧਰਤੀ ਤੋਂ, ਔਰ ਜੋ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ। ਜਿਮਨੀ ਚੋਣ ਇਹ ਆ ਕਿ ਇੱਥੋਂ ਖਾਲੀ ਸੀਟ ਹੋ ਗਈ। ਭਗਵੰਤ ਮਾਨ ਜੀ ਪਹਿਲਾਂ ਸੰਸਦ ਮੈਂਬਰ ਸੀ, ਪਾਰਲੀਮੈਂਟ ਦੇ ਮੈਂਬਰ ਸੀਗਾ, ਔਰ ਜਦੋਂ ਇਹਨਾਂ ਦਾ ਰਿਜ਼ਾਈਨ ਕੀਤਾ ਖਾਲੀ ਹੋ ਗਈ, ਔਰ ਉੱਥੇ ਇਲੈਕਸ਼ਨ ਕੱਲ੍ਹ ਹੈਗੀ ਵੋਟਾਂ ਦੀ। ਪ੍ਰਚਾਰ ਬੰਦ ਹੋ ਗਿਆ, ਉਹਦਾ ਰੌਲਾ ਰੱਪਾ ਬੰਦ ਹੋ ਗਿਆ। ਉੱਥੋਂ ਦੇ SDM ਸਾਹਿਬ ਨੇ ਕਹਿ ਦਿੱਤਾ ਕਿ ਜਿਹੜੇ ਬਾਹਰੋਂ ਲੋਕ ਆਏ ਨੇ ਹੁਣ ਉਹ ਖਾਲੀ ਕਰਕੇ ਚਲੇ ਜਾਣ, ਤਾਂ ਕਿ ਇੱਥੇ ਜਿਹੜੀਆਂ ਅੱਛੇ ਤਰੀਕੇ ਨਾਲ ਵੋਟਾਂ ਪਾਈਆਂ ਜਾਣ, ਔਰ ਲੋਕਾਂ ਨੂੰ ਨਿਰਪੱਖ ਤੌਰ 'ਤੇ ਪਤਾ ਲੱਗ ਜਾਏ ਵੀ ਲੋਕ ਇਸ ਤਰ੍ਹਾਂ ਲੋਕ ਵਿਚਰ ਰਹੇ ਕੰਮ 'ਚ। ਔਰ ਇਹਦੇ 'ਚ 16 ਕੈਂਡੀਡੇਟ ਨੇ, ਔਰ 16 ਚੋਂ ਜਿਹੜੇ ਹੈਗੇ ਆ ਜ਼ਿਆਦਾ ਫਸਵਾਂ ਮੁਕਾਬਲਾ ਤਾਂ ਇਹਨਾਂ ਦਾ, ਜਿਹੜੀ 4 ਪਾਰਟੀਆਂ ਇਹਨਾਂ ਦਾ ਹੋਊਗਾ। ਆਮ ਪਾਰਟੀ ਤੋਂ ਗੁਰਮੇਲ ਸਿੰਘ ਨੇ ਖਰਾਂਚੋ, ਉਹਨਾਂ ਦਾ ਹੈਗਾ ਆਮ ਪਾਰਟੀ ਦਾ। ਭਗਵੰਤ ਮਾਨ ਜੀ ਖੁਦ ਗਏ ਉਹਨਾਂ ਨੇ ਉੱਥੇ ਕੀਤਾ ਪ੍ਰਚਾਰ ਉਹਨਾਂ ਦਾ। ਔਰ ਕਾਂਗਰਸ ਦੇ ਵੀ ਕੈਂਡੀਡੇਟ ਅੱਛੇ ਨੇ, ਕੇਵਲ ਸਿੰਘ ਢਿੱਲੋਂ, ਔਰ ਉਹਦੇ ਤੋਂ ਰਾਜਵਾਨਾ ਸਾਹਿਬ ਨੇ, ਉਹਨਾਂ ਦੀ ਸਿਸਟਰ ਹੈਗੇ ਰਾਜਵਾਨਾ ਤੋਂ ਕਮਲਜੀਤ ਬਲਵੰਤ ਸਿੰਘ ਰਾਜਵਾਨਾ ਦੀ ਭੈਣ, ਔਰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨੇ। ਔਰ ਉਹਨਾਂ ਨੇ ਇੱਕ ਬੜੀ ਵੱਡੀ ਕੋਈ ਉਦਾਹਰਨ ਪੈਦਾ ਕੀਤੀ ਸੀ। ਔਰ 1999 'ਚ 13 ਦੇ 13 ਹੀ ਜਿਹੜੇ MP ਇਹਨਾਂ ਦੇ ਪਾਰਟੀ ਦੇ ਸੀਗੇ, ਔਰ 13 ਦੇ 13 ਜਿੱਤ ਗਏ ਸੀਗੇ। ਲੋਕਾਂ ਨੇ ਜਿਸ ਤਰ੍ਹਾਂ ਉਦਾਹਰਨ ਹੁਣ ਪੇਸ਼ ਕੀਤੀ ਆ ਆਮ ਆਦਮੀ ਪਾਰਟੀ ਲਈ, 92 ਦੇ 92 100% ਕਰ ਦਿੱਤਾ। ਉਸ ਟਾਈਮ 'ਤੇ ਵੀ ਆਜ਼ਾਦੀ ਤੋਂ ਹੁਣ ਤੱਕ ਦੀ ਗੱਲ ਆ ਕਿ ਇਹ ਪਹਿਲੀ ਵਾਰ ਸੀ ਜਦੋਂ 13 ਸੀਟਾਂ ਆਪਣੀਆਂ ਹੈਗੀਆਂ
ਮੈਂਬਰ ਪਾਰਲੀਮੈਂਟ ਦੀਆਂ, ਹਾਂਜੀ ਤੇ ਉਹਦੇ 'ਚ 13 ਦੀਆਂ 13 ਹੀ ਲੈ ਗਏ ਸੀ। ਔਰ ਉੱਥੇ ਜਾ ਕੇ ਇੱਕ ਗੱਲ ਤੋਂ ਇਹਨਾਂ ਨੇ ਥੋੜ੍ਹਾ ਜਿਹਾ ਜਿਹੜੀ ਉਹ ਗੱਲ ਨਾ ਉੱਥੋਂ ਤੱਕ ਪੂਰੀ ਉਤਰੀ। ਇਹ ਚਾਹੁੰਦੇ ਸੀ ਕਿ ਪਾਰਲੀਮੈਂਟ 'ਚ ਅਸੀਂ ਵਿਦ ਵੈਪਨ ਜਾਈਏ। ਉੱਥੇ ਇਹ ਕਾਨੂੰਨ ਲਾਗੂ ਨਹੀਂ ਹੈਗਾ। ਉਹਨਾਂ ਕਿਹਾ ਵੀ ਉੱਥੇ ਕਿਹੜੀ ਲੜਾਈ ਕਰਨੀ ਹੈ, ਉੱਥੇ ਤਲਵਾਰਾਂ ਨਹੀਂ ਚੱਲਣਗੀਆਂ, ਰਿਵਾਲਵਰ ਨਹੀਂ ਜਾਣਗੇ, 3 ਫੁੱਟੀ ਤਲਵਾਰ ਲੈ ਕੇ ਜਾਣਾ। ਹਾਂ, ਇਹਨਾਂ ਨੇ ਕਿਹਾ ਵੀ ਉਹ ਅਸੀਂ ਜਿਹੜੀ ਹੈਗੀ ਜੋ ਅਸੀਂ ਹਵਾਈ ਜਹਾਜ਼ ਵੀ ਲੈ ਕੇ ਚੱਲਦੇ ਹਾਂ, ਉਹ ਸਾਰਾ ਕੁਝ ਸਾਨੂੰ ਇਹ 'ਤੇ ਜਾਣਾ ਚਾਹੀਦਾ। ਉਹ ਬੜੀ ਦੇਰ ਇਹ ਰੌਲਾ ਪਿਆ ਰਿਹਾ ਔਰ ਇਹ ਕਿਸੇ ਪਾਸੇ ਨੇਪਰੇ ਨਹੀਂ ਚੜਿਆ। ਇਹਨਾਂ ਨੇ ਫਿਰ ਉਹੀ ਗੱਲ ਨਹੀਂ ਮੰਨੀ, ਇਹ ਨਹੀਂ ਅੰਦਰ ਗਏ। ਔਰ ਇਹ ਗੱਲ ਸੀਗੀ ਲੋਕਾਂ ਵੱਲੋਂ ਤਾਂ ਬੜਾ ਵਧੀਆ ਰਿਸਪੌਂਸ ਦਿੱਤਾ ਇਹਨਾਂ ਨੂੰ ਔਰ ਇਹ 13 ਦੇ 13 ਜਿੱਤੇ। ਹੁਣ ਦੇਖੋ ਉਦੋਂ ਬਾਅਦ ਫਿਰ ਇਹਨਾਂ ਦੇ ਨਸੀਬ ਨਹੀਂ ਹੋਈ ਜਿੱਤ, ਮਾਨ ਸਾਹਿਬ ਨਹੀਂ ਜਿੱਤੇ। ਫਿਰ ਉਦੋਂ ਬਾਅਦ ਇਹਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਬਣਾ ਲਿਆ। ਹੁਣ ਅੱਜ ਕੱਲ੍ਹ ਇਹ ਸੰਗਰੂਰ ਤੋਂ ਕੈਂਡੀਡੇਟ ਨੇ ਆਪ ਖੁਦ, ਔਰ ਇਹਨਾਂ ਨੂੰ ਸੁਖਬੀਰ ਬਾਦਲ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਵੀ ਸੀਗਾ, ਉਹਨਾਂ ਨਾਲ ਡਿਸਕਸ ਵੀ ਕੀਤਾ ਹੈਗਾ ਕਿ ਉਹ ਜਿਹੜੇ ਬੀਬੀ ਕਮਲਜੀਤ ਕੌਰ ਰਾਜਵਾਨਾ ਖੜੇ ਨੇ ਉਹਨਾਂ ਦੇ ਕੈਂਡੀਡੇਟ, ਉਹਨਾਂ ਦੇ ਫੇਵਰ 'ਚ ਤੁਸੀਂ ਇਹ ਆਪਣਾ ਖਤਮ ਕਰ ਦਿਓ ਅਤੇ ਤੁਸੀਂ ਇਹ ਆਪਣਾ ਅੱਗੇ ਇਲੈਕਸ਼ਨ ਨਾ ਲੜੋ। ਉਹ ਨਹੀਂ ਮੰਨੇ। ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕਿਹਾ ਵੀ ਉਹ ਰਿਹਾਈ ਦੇ ਤੌਰ 'ਤੇ ਅਸੀਂ ਕਰ ਰਹੇ ਹਾਂ, ਉਹਨਾਂ ਨੂੰ ਕੁੜੀ ਨੂੰ ਤਦੇ ਲਿਆਂਦਾ ਇਸੇ ਕਰਕੇ। ਪਰ ਉਹਨਾਂ ਦਾ ਜਵਾਬ ਇਹ ਸੀਗਾ ਵੀ ਜਦੋਂ ਤੁਹਾਡੇ ਕੋਲ ਸੀਗਾ ਅਤੇ ਇਹ ਸਾਰਾ ਕੁਛ ਰਾਜਨੀਤਾ ਤੁਸੀਂ ਸੀ ਇੱਥੋਂ ਦੇ, ਤੁਹਾਡੇ ਕੋਲ ਪਾਵਰ ਸੀਗਾ, ਉਦੋਂ ਨਹੀਂ ਤੁਹਾਨੂੰ ਚੇਤਾ ਆਇਆ ਇਹਨਾਂ ਦਾ, ਉਦੋਂ ਤਾਂ ਤੁਸੀਂ ਕੁਛ ਕੀਤਾ, ਕੁਛ ਨਹੀਂ ਕਰਤਾ। ਹੁਣ ਤੁਸੀਂ ਉਹਨਾਂ ਦੇ ਨੂੰ ਕੈਂਡੀਡੇਟ ਬਣਾ ਦਿਆ। ਪਰ ਉਹਨਾਂ ਦਾ ਡਿਸੀਜਨ ਤਾਂ ਅੱਛਾ, ਕਿਉਂਕਿ ਉਹ ਕੁੜੀ ਨੂੰ ਮੌਕਾ ਦੇਣਾ, ਕਿਉਂਕਿ ਉਹਨਾਂ ਨੇ ਬੜਾ ਵੱਡਾ ਸੰਘਰਸ਼ ਕੀਤਾ, ਬਹੁਤ ਕੁਛ ਕੀਤਾ ਕੰਮ, ਔਰ ਉਹ ਕੈਂਡੀਡੇਟ ਨੇ ਫਸਵਾਂ ਮੁਕਾਬਲਾ ਹੋ ਸਕਦਾ ਕਿ ਕੁੜੀ ਨੂੰ ਹੀ ਲੋਕ ਫੇਵਰੇਬਲ ਹੋ ਜਾਣ। ਔਰ ਇਹਨਾਂ ਦਾ ਜਿਹੜੇ ਆਪਣੇ ਸਿਮਰਨਜੀਤ ਮਾਨ ਜੀ ਨੇ, ਉਹਨਾਂ ਦਾ ਵੀ ਵੈਸੇ ਉੱਥੇ ਚੰਗਾ ਅਸਰ ਸੂਗਾ, ਉਹਨਾਂ ਦਾ ਵੀ ਨਾਂ ਹੈਗਾ, ਉਹਨਾਂ ਦਾ ਵੀ ਦੇਖੋ ਸਿੱਕਾ ਚੱਲ ਗਿਆ ਤਾਂ ਵਧੀਆ ਗੱਲ ਹੈ ਨਾ, ਜੇ ਚੱਲ ਜੇ ਤਾਂ ਸਿੱਕਾ, ਨਹੀਂ ਤਾਂ ਕੋਟਾ, ਇਹ ਕਰਕੇ ਆ। ਪਰ ਹੁਣ ਇਹ ਉੱਥੇ ਫਸਵਾਂ ਮੁਕਾਬਲਾ ਹੋ ਰਿਹਾ ਜਿਨ੍ਹਾਂ ਦਾ ਵੀ, ਬੀਜੇਪੀ ਵੀ ਉੱਥੇ ਕੈਂਡੀਡੇਟ ਉਹਨਾਂ ਦਾ, ਔਰ ਇਸੇ ਤਰ੍ਹਾਂ ਦੇ ਕਾਫੀ ਉੱਥੇ ਕੈਂਡੀਡੇਟ ਜਿਹੜੇ ਹੈਗੇ ਆ। ਹੁਣ ਕੱਲ੍ਹ ਤੱਕ ਤਾਂ ਇਹ ਕੰਮ ਖਤਮ ਹੋ ਜਾਣਾ ਜਦੋਂ ਵੋਟਾਂ ਪੈ ਗਈਆਂ। ਹੁਣ ਅੱਗੇ ਬਾਅਦ ਰਿਜ਼ਲਟ ਆ ਗਿਆ, ਨਤੀਜਾ ਆ ਗਿਆ, ਤਾਂ ਫਿਰ ਪਤਾ ਲੱਗ ਜਾਣਾ ਕਿਹਨੇ ਕੌਣ ਜਿੱਤਿਆ ਅਤੇ ਕੌਣ ਹਾਰਿਆ ਅਤੇ ਕਿਹਦੇ ਹੱਥ 'ਚ ਵਾਗਡੋਰ ਆ ਗਈ ਅਤੇ ਕਿਹੜਾ ਪੰਜਾਬ ਦੀ ਆਵਾਜ਼ ਬੁਲੰਦ ਕਰਦਾ। ਐਮਪੀ ਦਾ ਮਤਲਬ ਉੱਥੇ ਕਿ ਪਾਰਲੀਮੈਂਟ ਸੈਸ਼ਨ 'ਚ ਜਾ ਕੇ ਪੰਜਾਬ ਬਾਰੇ ਬੋਲਣਾ ਵੀ ਪੰਜਾਬ 'ਚ ਆਹ ਨਹੀਂ ਹੈਗਾ, ਉਹ ਨਹੀਂ ਹੈਗਾ। ਉਹ ਜਿਹੜਾ ਵੀ ਬੰਦਾ ਇੱਥੋਂ ਇਲੈਕਟ ਹੋ ਗਿਆ ਪੰਜਾਬ ਦੀ ਗੱਲ ਕਰੂਗਾ। ਜਿਸ ਤਰ੍ਹਾਂ ਰਾਜ ਸਭਾ ਦੇ ਮੈਂਬਰ ਆਪਣੇ ਉੱਥੇ ਜਾਂਦੇ ਆ, ਉਹ ਪੰਜਾਬ ਦੀ ਗੱਲ ਕਰਨਗੇ। ਆ ਜਿਹੜੇ ਹੁਣ ਤੱਕ ਨੋਮੀਨੇਟ ਕੀਤੇ ਉਹਨਾਂ ਤੋਂ ਕੁਝ ਕੀਤਾ ਨਹੀਂ ਹੈਗਾ, ਪਰ ਜਿਹੜੇ 2 ਜਾ ਰਹੇ ਨੇ, ਸੀਚੇਵਾਲ ਸਾਹਿਬ ਨੇ ਹੈ ਨਾ, ਤੋਂ ਕਮਲਜੀਤ ਸਾਹਨੀ ਆ, ਉਹ 2 ਨਵੇਂ ਦਿੱਤੇ ਆ, ਉਹਨਾਂ ਲੋਕ ਫੇਵਰੇਬਲ ਹੋਏ ਆ ਕਿ ਉਹ ਕੀ ਕਰਦੇ ਆ। ਪਰ ਉਹ ਜਿਹੜੇ ਕਮਲਜੀਤ ਜੀ ਨੇ, ਉਹਨਾਂ ਨੇ ਕਹਿਤਾ ਕਿ ਜਿਹੜਾ ਮੈਨੂੰ ਫੰਡ ਆਊਗਾ, ਖੰਨਾ ਜੀ ਉਹਨਾਂ ਕਿਹਾ ਜਿਹੜਾ ਮੈਨੂੰ ਫੰਡ ਆਊਗਾ ਨਾ, ਜਿੰਨਾ MP ਨੂੰ ਫੰਡ ਆਉਂਦਾ, ਉਹ ਫੰਡ ਅੱਧਾ ਮੈਂ ਕੋਲੋਂ ਦਊਂਗਾ ਜਿੱਥੇ ਕਿਤੇ ਡਿਵੈਲਪਮੈਂਟ ਕਰਨੀ ਹੈ। ਇਹੋ ਜਿਹੇ ਜੇ ਕੈਂਡੀਡੇਟ ਕੰਮ ਕਰਨਗੇ, ਰਾਜ ਸਭਾ ਦੇ ਮੈਂਬਰ ਕੰਮ ਕਰਨਗੇ ਪੰਜਾਬ ਲਈ, ਅਤੇ ਗੱਲ ਬੜੀ ਪ੍ਰਸ਼ੰਸਾਯੋਗ ਹੈ ਕਿ ਜਿਹੜੇ ਲੋਕ ਆਉਂਦੇ ਵੀ ਜੇ ਮੈਨੂੰ 2 ਕਰੋੜ ਮਿਲਦਾ ਤਾਂ 2 ਕਰੋੜ ਮੈਂ ਕੋਲੋਂ ਵੀ ਪਾ ਕੇ ਲੋਕਾਂ ਦਾ ਕੰਮ ਕਰ ਸਕਦਾ, ਉੱਥੇ ਡਿਵੈਲਪਮੈਂਟ ਕਰ ਸਕਦਾ। ਇਹੋ ਜਿਹੀ ਗੱਲ ਤਾਂ ਅੱਛੀ ਹੈ, ਜਿਹੜੇ ਕੰਮ ਕਰਨਾ ਸੂਬੇ ਲਈ, ਲੋਕਾਂ ਲਈ, ਗਲੀਆਂ ਨਾਲੀਆਂ ਦਾ ਕੰਮ ਵਧੀਆ ਹੋ ਜਾਂਦਾ, ਲੋਕਾਂ ਦੀਆਂ ਸੱਥਾਂ 'ਚ ਬਹਿਣ ਦਾ ਕੰਮ ਸਹੂਲਤਾਂ ਹੋ ਜਾਣਗੀਆਂ, ਬੱਚਿਆਂ ਦੀ ਪੜ੍ਹਾਈ ਦਾ ਕੰਮ ਹੋ ਜਾਂਦਾ, ਕਿਤਾਬਾਂ ਦਾ ਬੱਚਿਆਂ ਨੂੰ ਦਿੱਤਾ ਜਾਊ ਜਿਹੜੇ ਲੋੜਵੰਦ ਬੱਚੇ। ਇੱਕ ਚੀਜ਼ ਹੈ ਸਰ, ਇੱਕ ਚੀਜ਼ ਹੈ ਬਲਕਾਰ ਜੀ ਜੋ ਮੈਂ ਮਹਿਸੂਸ ਕਰਦਾ ਕਿ ਸਾਨੂੰ ਨਾ ਹੁਣ ਸੋਚ ਨੂੰ ਬਹੁਤ ਅੱਗੇ ਵਧਾਉਣਾ ਪਏਗਾ। ਇਹ ਗਲੀਆਂ ਨਾਲੀਆਂ ਤੋਂ ਠੀਕ ਹੈ, ਇਹ ਵੀ ਜ਼ਰੂਰਤ ਹੈ, ਇਹ ਵੀ ਪੱਕੇ ਰਸਤੇ ਹੋਣੇ ਚਾਹੀਦੇ ਨੇ, ਸਭ ਕੁਝ ਹੋਣਾ ਚਾਹੀਦਾ, ਇਸ ਤੋਂ ਅੱਗੇ ਜਾਣਾ ਚਾਹੀਦਾ। ਪੂਰੀ ਦੁਨੀਆ 'ਚ ਕੀ ਹੋ ਰਿਹਾ, ਪੂਰੀ ਦੁਨੀਆ ਦੇ ਵਿੱਚ ਲੋਕ ਕੀ ਕਰ ਰਹੇ ਨੇ, ਜਦੋਂ ਤੱਕ ਅਸੀਂ ਦੁਨੀਆ ਦੇ ਨਾਲ ਨਹੀਂ ਜੁੜਦੇ, ਸਾਡੀ ਸੋਚ ਉਹਨਾਂ ਦੀ ਸੋਚ ਦੇ ਨਾਲ ਮੈਚ ਨਹੀਂ ਕਰਦੀ, ਉਦੋਂ ਤੱਕ ਉਹ ਰਿਜ਼ਲਟ ਨਹੀਂ ਆਉਣੇ। ਕਿਉਂਕਿ ਪੁਰਾਣੀਆਂ ਟੈਕਨੀਕਸ ਨੂੰ ਲੈ ਕੇ, ਪੁਰਾਣੇ ਤਰੀਕਿਆਂ ਨੂੰ ਲੈ ਕੇ ਅਸੀਂ ਨਵੇਂ ਰਿਜ਼ਲਟ ਨਹੀਂ ਲਿਆ ਸਕਦੇ। ਨਵੇਂ ਰਿਜ਼ਲਟ ਲਿਆਉਣ ਲਈ ਸਾਨੂੰ ਨਵੀਆਂ ਟੈਕਨੀਕਸ ਇਸਤੇਮਾਲ ਕਰਨੀਆਂ ਪੈਣਗੀਆਂ, ਨਵੀਂ ਸੋਚ ਦੇ ਨਾਲ ਨਵੀਆਂ ਸਕੀਮਸ ਲਾਗੂ ਕਰਨੀਆਂ ਪੈਣਗੀਆਂ, ਤਾਂ ਨਵੇਂ ਰਿਜ਼ਲਟ ਆਉਣਗੇ। ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਜੋ ਪੂਰੀ ਦੁਨੀਆ ਇੱਕ ਪਿੰਡ ਬਣਨ ਜਾ ਰਹੀ ਹੈ, ਗਲੋਬਲ ਵਿਲੇਜ ਜਿਹਨੂੰ ਕਹਿੰਦੇ ਆ, ਆਪਾਂ ਉਹਨੂੰ ਵੀ ਵਿਲੇਜ ਕਹਿੰਦੇ ਆ, ਵਿਲੇਜ ਪਿੰਡ ਹੀ ਕਹਿੰਦੇ ਆ ਉਹਨੂੰ, ਜੋ ਸਾਰੀ ਦੁਨੀਆ ਇਕੱਠਾ ਹੋ ਕੇ ਪਿੰਡ ਬਣਦੀ ਪਈ ਆ, ਕੋਈ ਸਮਾਰਟ ਟਾਊਨ ਨਹੀਂ ਕਹਿੰਦੇ ਉਹਨੂੰ। ਤਾਂ ਜਿਹੜਾ ਇਹ ਪਿੰਡ ਬਣਦਾ ਹੈ ਨਾ, ਗਲੋਬਲ ਵਿਲੇਜ ਬਣਦਾ, ਉਹਦੇ ਵਿੱਚ ਜੋ ਸਾਡੀ ਕੀ ਕਾਰਗੁਜ਼ਾਰੀ ਹੈ, ਸਾਡਾ ਕੀ ਯੋਗਦਾਨ ਹੈ, ਉਹ ਤਾਂ ਆ ਸਕਦਾ ਜੇ ਅਸੀਂ ਨਵੀਂ ਸੋਚ, ਜਿਵੇਂ ਉਹ ਗੱਲ ਹੈਗੀ ਕਹਿੰਦੇ ਵੀ ਜੇ ਤੁਸੀਂ ਕੁਝ ਕਰਨਾ ਨਾ ਤਾਂ ਸੁਪਨਾ ਅਰਸ਼ਾਂ ਦਾ ਲਓ, ਅੰਬਰ ਦਾ ਲਓ, ਹੈ ਨਾ, ਜਾਂ ਬੱਦਲਾਂ ਤੱਕ ਸੁਪਨਾ ਲਓ। ਪਰ ਜੇ ਜ਼ਮੀਨ ਦਾ ਲਓਗੇ ਹੈ ਨਾ, ਜਾਂ ਜ਼ਮੀਨ ਤੋਂ ਥੱਲੇ ਦਾ ਲਓਗੇ ਤਾਂ ਫਿਰ ਉਹ ਕੁਝ ਸੁਪਨਾ ਨਹੀਂਗਾ, ਫਿਰ ਅਡਾਰੀ ਤਾਂ ਵੱਡੀ ਹੋਣੀ ਚਾਹੀਦੀ ਹੈ। ਪਰ ਦੂਜੀ ਗੱਲ ਇਹ ਵੀ ਹੈਗੀ ਹੈ, ਉਹ ਕਹਿੰਦੇ ਜੇ ਤੁਸੀਂ ਪੱਕਾ ਵੇਖ ਕੇ, ਚੁਬਾਰਾ ਵੇਖ ਕੇ ਆਪਣਾ ਕੱਚਾ ਤਾਂ ਨਹੀਂ ਢਾਲੋਗੇ, ਜਿਹਦੀ ਛੱਤ ਤੁਸੀਂ ਰਹਿਣਾ, ਵੀ ਰੀਸ ਕਰਨ ਲੱਗੇ ਹੈ ਨਾ, ਵੀ ਉਹਨੇ ਤਾਂ ਯਾਰ ਹੈ ਨਾ ਅੰਡਰਗਰਾਊਂਡ ਬਣਾ ਲਿਆ,
ਤੇ ਮੇਰੇ ਕੋਲ ਤਾਂ ਜੇ ਆ ਹੈਗਾ ਤੇ ਮੈਂ ਖੁੱਲਾ ਪਾਣੀ ਛੱਡਿਆਗਾ, ਇਹ ਵੀ ਹੈਗਾ। ਪੈਸਾ ਵੀ ਬੜਾ ਕੁਝ ਕਰਦਾ। ਸਕੀਮਾਂ ਜਿਹੜੀਆਂ ਪੈਸੇ ਨਾਲ ਹੀ ਆਉਂਦੀਆਂ, ਤੁਹਾਡੇ ਮਨ 'ਚ ਉਦੋਂ ਬੜਾ ਕੁਝ ਉਜਾਗਰ ਹੋਊਗਾ ਜਦੋਂ ਪੈਸੇ ਹੋਣਗੇ ਜੇਬ 'ਚ। ਜੇ ਤੁਹਾਡਾ ਬਟੂਆ ਖਾਲੀ ਆ ਤਾਂ ਕੁਝ ਨਹੀਂ ਹੋਊਗਾ। ਉਹ ਕਿਸੇ ਨੂੰ ਪੁੱਛਿਆ ਨਾ ਕਿ ਤੂੰ ਰੋਈ ਕਿਉਂ ਜਾਣਾ, ਤੂੰ ਆਂਦਾ ਰੋਣਾ ਕਿਉਂ ਹੈਗਾ, ਆਂਦਾ ਵੇਖ ਮੈਂ ਥਾਲੀ 'ਚ ਤਾਂ ਕੁਝ ਨਹੀਂ ਹੈਗਾ, ਆਂਦਾ ਮੇਰੀ ਥਾਲੀ 'ਚ ਕੁਝ ਨਹੀਂ ਹੈਗਾ ਖਾਣ ਲਈ ਤਾਂ ਰੋ ਰਿਹਾ ਹੈਗਾ। ਇਹ ਹੈਗਾ। ਜੇ ਥਾਲੀ 'ਚ ਲੱਡੂ ਹੋਣਗੇ, ਬਰਫੀ ਪਈ ਹੋਊਗੀ, ਹੈ ਨਾ, ਪਰੌਂਠੇ ਪੈਣਗੇ, ਫਿਰ ਤਾਂ ਹੱਸੂਗਾ ਵੇਖ ਕੇ, ਖਿੜਖੜ ਹੱਸੂਗਾ। ਜੇ ਇਕੱਲਾ ਪਿਆਜ਼ ਤੇ ਅਚਾਰ ਪਿਆ ਹੋਊਗਾ, ਰੋਟੀ ਨਹੀਂ ਪਏਗੀ ਤਾਂ ਫਿਰ ਰੋਊਗਾ ਹੀ ਵਿਚਾਰਾ। ਉਹੀ ਹੈ, ਰੋਟੀ ਲਈ ਰੋਣਾ ਹੁੰਦਾ। ਕਾਹਦੇ ਲਈ ਰੋਣਾ ਹੈਗਾ? ਕਾਹਦੇ ਲਈ ਲੋਕ ਪ੍ਰਦੇਸ਼ਾਂ 'ਚ ਬੈਠੇ ਆ? ਕਾਹਦੇ ਲਈ ਲੋਕ ਦੌੜ ਰਹੇ ਆ? ਕਾਹਦੇ ਲਈ ਨਹੀਂ ਸੌਂਦੇ? ਕਿਉਂ ਨੀਂਦਰਾ ਝਾਕਦੇ ਆ? ਇਸੇ ਕਰਕੇ ਰੋਜ਼ੀ ਰੋਟੀ ਸਭ ਤੋਂ ਵੱਡੀ ਚੀਜ਼ ਹੈ। ਮੈਂ ਤੁਹਾਡੀ ਇਸ ਗੱਲ ਤੇ ਮੈਨੂੰ ਇੱਕ ਚੇਤਾ ਆ ਗਿਆ, ਇੱਕ ਬੜਾ ਸੋਹਣਾ ਲਿਟਰੇਚਰ ਦੇ ਵਿੱਚ ਇੱਕ ਸੀਨ ਮਿਲਦਾ ਹੈ, ਇੱਕ ਦ੍ਰਿਸ਼ ਮਿਲਦਾ ਹੈ। ਉਹਦੇ 'ਚ ਕੀ ਹੈ, ਇੱਕ ਬੰਦਾ ਬੈਠਾ ਹੋਇਆ, ਥੋੜਾ ਵੱਡੀ ਉਮਰ ਦਾ, ਬਜ਼ੁਰਗ ਕਹਿ ਸਕਦੇ ਹੋ, ਕੋਲ ਇੱਕ ਬੱਚਾ ਬੈਠਾ ਨਿੱਕਾ ਜਿਹਾ, ਉਹ ਰੋਈ ਜਾਂਦਾ ਤੇ ਉਹ ਜਿਹੜਾ ਬਜ਼ੁਰਗ ਹੈ ਉਹ ਆਰਾਮ ਨਾਲ ਬੈਠਾ ਹੋਇਆ। ਇਹਦੇ ਨੂੰ ਪੁਲਿਸ ਵਾਲਾ ਆ ਗਿਆ। ਪੁਲਿਸ ਵਾਲਾ ਆ ਕੇ ਉਹਨੂੰ ਬਜ਼ੁਰਗ ਨੂੰ ਪੁੱਛਦਾ, ਇਹ ਬੱਚਾ ਕਿਉਂ ਰੋਂਦਾ? ਤੇ ਬਜ਼ੁਰਗ ਅੱਗੋਂ ਕਹਿੰਦਾ ਰੋਣਾ ਮਨਾ ਹੈ। ਉਹਨੂੰ ਕੀ ਜਵਾਬ ਦੇਵੇ? ਬਜ਼ੁਰਗ ਅੱਗੋਂ ਫਿਰ ਕਹਿੰਦਾ ਰੋਟੀ ਖਾਣਾ ਤਾਂ ਪਹਿਲਾਂ ਹੀ ਮਨਾ ਸੀ, ਹੁਣ ਰੋਣਾ ਵੀ ਮਨਾ ਹੈ। ਆਹ ਗੱਲ ਹੈ। ਕਾਨੂੰਨ ਦਿਖਾ ਕਿੱਥੇ ਹੈ? ਰੋਵੇ ਨਾ, ਕਾਨੂੰਨ ਦੇ ਵਿੱਚ ਕਿੱਥੇ ਲਿਖਿਆ ਰੋਣਾ ਮਨਾ ਹੈ? ਫਿਰ ਉਹ ਬੱਚਾ ਚੁੱਪ ਕਰ ਗਿਆ, ਦੇਖਣ ਲੱਗ ਪਿਆ ਕਿ ਪੁਲਿਸ ਵਾਲੇ ਨਾਲ ਇਹ ਬਜ਼ੁਰਗ ਕੀ ਗੱਲਾਂ ਕਰਦਾ। ਹੱਸਣਾ ਵੀ ਮਨਾ ਨਹੀਂ, ਰੋਣਾ ਤਾਂ ਹੱਸਣਾ ਜਦੋਂ ਮਰਜ਼ੀ ਹੱਸੋ। ਤੇ ਬਜ਼ੁਰਗ ਬੱਚੇ ਨੂੰ ਕਹਿੰਦਾ ਤੂੰ ਕਿਉਂ ਰੋਣਾ ਮਨਾ ਕਰ ਦਿੱਤਾ, ਤੂੰ ਕਿਉਂ ਰੋਣਾ ਬੰਦ ਕਰ ਦਿੱਤਾ, ਤੂੰ ਰੋ, ਉੱਚੀ ਉੱਚੀ ਰੋ, ਜਦੋਂ ਤੂੰ ਰੋਏਗਾ ਨਾ ਫਿਰ ਤੈਨੂੰ ਭੀਖ ਮਿਲੂਗੀ, ਫਿਰ ਉਸ ਭੀਖ ਦੇ ਪੈਸੇ ਨਾਲ ਆਪਾਂ ਰੋਟੀ ਲਵਾਂਗੇ। ਮਤਲਬ ਇਹ ਹੈ ਕਿ ਇਸ ਵਕਤ ਜੋ ਹਾਲਾਤ ਬਣੇ ਹੋਏ, ਉਹਨਾਂ ਹਾਲਾਤਾਂ ਨੂੰ ਉਸ ਦ੍ਰਿਸ਼ ਦੇ ਵਿੱਚ ਉਸ ਲੇਖਕ ਨੇ ਪੂਰੀ ਤਰ੍ਹਾਂ ਦੱਸ ਦਿੱਤਾ ਕਿ ਆਹ ਹਾਲਾਤ ਹੈਗੇ ਨੇ। ਪੁਲਿਸ ਵਾਲਾ ਉੱਥੇ ਖੜਾ, ਉਹਨੂੰ ਕਹਿੰਦਾ ਬਜ਼ੁਰਗ ਕਾਨੂੰਨ ਦਿਖਾ ਜਿੱਥੇ ਲਿਖਿਆ ਕਿ ਰੋਣਾ ਮਨਾ ਹੈ। ਉਹਨੂੰ ਕਾਨੂੰਨ ਤਾਂ ਕੋਈ ਹੈ ਨਹੀਂ। ਸੋ ਇਹ ਦ੍ਰਿਸ਼ ਜਿਹੜੇ ਨੇ ਉਹ ਮੈਨੂੰ ਯਾਦ ਆ ਗਏ ਤੁਹਾਡੀ ਇਸ ਗੱਲ ਤੋਂ। ਵਾਕਈ ਗੱਲ ਇਹ ਹੈ ਕਿ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ, ਜੋ ਭਾਰਤ ਦੇ, ਪੰਜਾਬ ਦੇ ਪੂਰੇ ਹਾਲਾਤ ਨੇ, ਬਲਕਿ ਗਰੀਬੀ ਤਾਂ ਦੁਨੀਆ 'ਚ ਹਰ ਥਾਂ ਦੇ ਉੱਤੇ ਰੋਟੀ ਦਾ ਮਸਲਾ ਖੜਾ ਹੋ ਚੁੱਕਾ ਹੈ। ਪੁਰਾਣੀ ਗੱਲ ਹੀ ਹੈ, ਬਹੁਤੀ ਜ਼ਿਆਦਾ ਨਹੀਂ। ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਰਾਜ ਸੀਗਾ, ਕਾਬਲ ਕੰਧਾਰ ਤੱਕ ਰਾਜ ਸੀਗਾ, ਦੂਰ ਤੱਕ ਸੀਗਾ, ਔਰ ਉਦੋਂ ਪੰਜਾਬ 'ਚ ਕਾਲ ਪੈ ਗਿਆ ਸੀ ਅਨਾਜ ਦਾ। ਰੋਟੀ ਰੋਜੀ ਨਹੀਂ ਸੀ ਮਿਲ ਰਹੀ, ਦਾਣੇ ਨਹੀਂ ਸੀ ਹੈਗੇ। ਜਿਸ ਤਰ੍ਹਾਂ ਹੁਣ ਸਰਕਾਰਾਂ ਦਾਣੇ ਦੇ ਰਹੀਆਂ ਜਾਂ ਲੋਕਾਂ ਨੂੰ ਉਹਨਾਂ ਰੋਟੀਆਂ ਲਈ ਆਟਾ ਦੇ ਰਹੀਆਂ, ਉਦੋਂ ਫਿਰ ਇਹਨਾਂ ਨੇ ਉਹ ਜਦੋਂ ਉਹਨਾਂ ਨੇ ਇੱਕ ਲਾਤਾ, ਬਹੁਤ ਵੱਡਾ ਹੱਟ ਲਾਤਾ, ਜਿਹਦੇ ਵਿੱਚ ਨਾ ਅਨਾਜ ਵੰਡਦੇ ਸੀਗੇ, ਜਿਹਦੇ ਵਿੱਚ ਬੋਰੀਆਂ ਦੀਆਂ ਬੋਰੀਆਂ ਕਣਕ ਜਾ ਰਹੀ ਸੀਗੀ। ਅਤੇ ਉੱਥੇ ਇਹ ਆਪ ਦੌਰਾ ਕਰ ਰਹੇ ਸੀਗੇ ਮਹਾਰਾਜਾ ਰਣਜੀਤ ਸਿੰਘ, ਘੁੰਮਦੇ ਘੁੰਮਦੇ ਚਲੇ ਗਏ। ਜਦੋਂ ਆ ਰਹੇ ਸੀ ਉੱਥੇ ਵੇਖ ਰਹੇ, ਬੁੱਕਲ ਮਾਰੀ ਇਹਨਾਂ ਨੇ। ਇੱਕ ਬਜ਼ੁਰਗ ਨੇ ਬੋਰੀ ਤੇ ਪੁਰਵਾ ਲਈ ਦਾਣਿਆਂ ਦੀ, ਕਣਕ ਦੀ ਭਰਵਾ ਕੇ ਰੱਖ ਲਈ। ਹੁਣ ਬਜ਼ੁਰਗ ਸੀਗਾ, ਉਹ ਉੱਠਿਆ ਨਹੀਂ ਸੀ ਜਾਂਦਾ, ਉਹਨੂੰ ਲੈ ਕੇ ਜਾਣਾ ਸੀ। ਇਹ ਵਾਚ ਕਰ ਰਹੇ ਸੀ। ਇਹ ਐਗਜ਼ਾਮਪਲ ਹੈ, ਇਤਿਹਾਸ ਹੈ। ਇਹ ਵੇਂਦੇ ਰਹੇ ਤੇ ਫਿਰ ਉਹਨਾਂ ਨੇ ਪੁੱਛਿਆ, ਬਾਬਾ ਤੁਸੀਂ ਕਿੱਥੇ ਜਾਣਾ? ਹੁੰਦਾ ਜੀ ਮੈਂ ਨਾਲ ਦੇ ਪਿੰਡ 'ਚ। ਕਹਿੰਦਾ ਕੀ ਕਰੋਗੇ? ਕਹਿੰਦਾ ਜੀ ਆ ਮੈਂ ਦਾਣੇ ਚੁੱਕ ਕੇ ਜਾਣਾ ਤੇ ਨਹੀਂ ਜਾ ਰਹੇ। ਕਹਿੰਦੇ ਕਿਉਂ? ਕਿ ਮੈਂ ਆਂਦੇ ਬੁੜਾ, ਮੈਂ ਤਾਂ ਤੁਰਨਾ ਹੀ ਔਖਾ। ਕਹਿੰਦੇ ਜੇ ਮੈਂ ਤੁਹਾਡੇ ਦਾਣੇ ਚੁੱਕ ਲਾਂ? ਤੇ ਕਹਿੰਦੇ ਚੁੱਕ ਲਾ ਮੁੰਡਿਆ, ਤੂੰ ਲੈ ਜਾ ਨਾਲ। ਕਹਿੰਦੇ ਠੀਕ ਆ, ਮੈਨੂੰ ਚੁਕਾਓ। ਤੇ ਇਹਨਾਂ ਨੇ ਜਦੋਂ ਉੱਤੋਂ ਚੁੱਕਿਆ ਤੇ ਕਲਗੀ ਮਹਾਰਾਜ ਦੀ, ਜਦੋਂ ਉਹਨਾਂ ਵੇਖਿਆ ਨਾ ਕਿਹਾ ਤੁਹਾਨੂੰ ਵੀ ਤੂੰ ਯਾਰ ਇਹ ਤੁਸੀਂ ਤਾਂ ਮਹਾਰਾਜ। ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਚੁਕਾਓ ਮੈਨੂੰ ਔਰ ਮੈਂ ਲੈ ਕੇ ਜਾਊਂਗਾ। ਇਹ ਇੱਦਾਂ ਦਾ ਨਿਸ਼ਾਵਰ ਕਰ ਦਿੰਦੇ ਸੀ ਸਾਰਾ ਕੁਛ ਆਪਣਾ ਆਪ, ਔਰ ਲੋਕਾਂ ਤੱਕ। ਇਹ ਹੁੰਦੀ ਆ ਲੋਕਾਂ 'ਤੇ ਰਾਜ ਕਰਨਾ, ਲੋਕਾਂ 'ਤੇ ਆਪਣਾ ਕੰਮ, ਲੋਕਾਂ ਦੇ ਕੰਮ ਆਉਣਾ। ਇਹ ਹੁੰਦੀ ਆ ਇਨਸਾਨੀਅਤ। ਇਹ ਐਗਜ਼ਾਮਪਲ ਹੈ ਲੋਕਾਂ ਦੀਆਂ। ਔਰ ਦੇਖ ਲਓ, ਉਹ ਬੱਚੇ ਨੂੰ ਵੀ ਉਹਨਾਂ ਨੇ ਚੁਕਾਇਆ, ਬਜ਼ੁਰਗ ਨੂੰ ਵੀ ਤੇ ਬੱਚੇ ਨੂੰ। ਬੱਚਾ ਤੋਤਲੀਆਂ ਗੱਲਾਂ 'ਚ ਮਹਾਰਾਜਾ ਰਣਜੀਤ ਸਿੰਘ ਨਾਲ ਗੱਲ ਕਰਦਾ ਹੈ। ਫਿਰ ਜਦੋਂ ਉਹਨੂੰ ਚੁਕਾਈ ਪੰਡ ਨਾ ਨਾਲ ਤੋਂ ਉਹਦੀ ਚੁੱਕੀ ਹੈ, ਇਹੋ ਜਿਹੀਆਂ ਗੱਲਾਂ ਵੀ ਕਰਦੇ ਰਹੇ ਵੀ ਲੋੜਵੰਦ ਕੌਣ। ਇਹ ਗੱਲ ਇੱਥੇ ਆ ਕੇ ਰੁਕਦੀ ਹੈ ਨਾ। ਇਸੇ ਤਰ੍ਹਾਂ ਹੀ ਹੈਗਾ, ਜਦੋਂ ਗੁਰੂ ਨਾਨਕ ਦੇਵ ਜੀ ਨੇ ਹੱਟ 'ਤੇ 13 ਤੋਲ ਕੇ ਲੋਕਾਂ ਦੀ ਝੋਲੀਆਂ ਭਰ ਦਿੱਤੀਆਂ ਸੀ। ਇਹੋ ਜਿਹੀਆਂ ਐਗਜ਼ਾਮਪਲਾਂ ਪੰਜਾਬ 'ਚ ਹੈਗੀਆਂ, ਔਰ ਉਹ ਅਜੇ ਤੱਕ ਵੀ ਜਿੰਦਾ ਨੇ ਮਿਸਾਲ। ਔਰ ਉਸ ਤੋਂ ਬਾਅਦ ਲੋਕ ਅਜੇ ਵੀ ਕੁਝ ਬਹੁਤ ਹਨ ਜਿਹੜੇ ਸਰਬੱਤ ਦਾ ਭਲਾ ਮੰਗਦੇ ਆ, ਸਰਬੱਤ ਦੀ ਜਿਹੜੀ ਗੱਲ ਖੈਰ ਮੰਗਦੇ ਆ। ਇਹ ਹੈ ਪੰਜਾਬ ਦੀ ਹੋਂਦ। ਬਿਲਕੁਲ ਪੰਜਾਬ ਦੀ ਹੋਂਦ ਇਹੀ ਹੈ, ਪੰਜਾਬ ਦੀ ਸੱਚਾਈ ਇਹ ਹੈ। ਬਿਲਕੁਲ। ਹੁਣ ਇੱਕ ਸੱਚਾਈ ਹੋਰ ਬਣੀ ਪਈ ਹੈ, ਭ੍ਰਸ਼ਟਾਚਾਰ। ਵਾਹ ਵਾਹ, ਇਹ ਭ੍ਰਸ਼ਟਾਚਾਰ ਮਗਰੋਂ ਨਹੀਂ ਲੈਂਦਾ। ਤੁਸੀਂ ਮਸਲੇ ਬੜੇ ਚੱਕਵੇਂ ਲਿਆਉਂਦੇ ਜੀ ਸਾਰੇ, ਹੈ ਨਾ। ਔਰ ਆ ਇੱਕ ਨੰਬਰ ਵੀ ਇਸ਼ੂ ਕੀਤਾ ਸੀ, ਜਿਵੇਂ ਗਵਰਨਮੈਂਟ ਬਣੀ ਹੈਲਪਲਾਈਨ ਇਸ਼ੂ, ਲੋਕਾਂ ਨੂੰ ਭੁੱਲ ਗਿਆ ਹੁਣ। ਉਹ ਭੁੱਲ ਗਿਆ। ਉਹ ਮਸਲਿਆਂ ਦਾ ਪਤਾ ਨਹੀਂ ਕੀ ਬਣਿਆ, ਉਹ ਪਤਾ ਨਹੀਂ ਕਿੰਨੀਆਂ ਕੰਪਲੇਂਟਸ ਨੇ, ਉਹ ਗੱਲ ਆਈ ਗਈ ਹੋ ਗਈ। ਉਸ ਤੋਂ ਬਾਅਦ ਉਹਦੇ ਉੱਤੇ ਕੀ ਅਮਲ ਹੋਏ ਨੇ, ਕੀ ਐਕਸ਼ਨ ਹੋਏ ਨੇ। ਇੱਕ ਸ਼ੁਰੂ 'ਚ ਇੱਕ ਲੇਡੀ ਨੂੰ ਫੜ ਲਿਆ ਸੀਗਾ, ਉਹ ਪਤਾ ਨਹੀਂ ਕਿੰਨੇ ਲੱਖ ਦੀ ਰਿਸ਼ਵਤ ਦੇ ਵਿੱਚ FIR ਦਰਜ ਹੋ ਗਈ, ਉਹਦੇ ਉੱਤੇ ਕੇਸ ਚੱਲਦਾ ਪਿਆ। ਉਹ ਬਾਕੀ ਸਾਰੇ ਕਿੱਥੇ ਗਏ ਤੇ ਕੀ ਹੁੰਦੇ ਪਏ ਤੇ ਕਿੱਧਰ ਗਏ ਤੇ ਕਿੱਧਰ ਨਹੀਂ ਗਏ, ਕੁਝ ਨਹੀਂ ਪਤਾ ਲੱਗਦਾ ਪਿਆ। ਰਿਸ਼ਵਤ ਦਾ ਕੀ ਹਾਲ ਹੈ।
ਹਾਂ ਇਹ ਮਸਲਾ ਇਸ ਵੇਲੇ ਸਗੋਂ ਹੋਰ ਗੰਭੀਰ ਹੋ ਗਿਆ ਜਦੋਂ ਹੈਲਪਲਾਈਨ ਸ਼ੁਰੂ ਕਰ ਦਿੱਤੀ ਆ। ਵੇਖੋ ਉਹਦੇ 'ਚ ਪੰਜਾਬ ਪੁਲਿਸ ਦੇ ਕਿੰਨੇ ਕੇਸ ਅੱਜ ਹਵਾਲਦਾਰ ਇੱਕ ਫੜੇਗਾ 7,000 ਲੈਂਦਾ ਸੀ ਉਹਦੇ ਕੋਲੋਂ, ਔਰ ਮੈਡੀਕਲ ਆਫੀਸਰ ਸਿਵਲ ਹਸਪੀਟਲ 'ਚ ਜਿਹੜੇ ਮੈਡੀਕਲ ਰਿਪੋਰਟ ਬਣਾ ਕੇ ਦੇਣੀ ਆ ਉਹ ਪੈਸੇ ਲੈ ਰਹੇ ਆ, ਔਰ ਉਹਨਾਂ ਕੋਲ ਪੈਸੇ ਮੰਗਦੇ ਆ, ਔਰ ਵੀਡੀਓ ਆ ਰਹੀ ਆ ਉਹਨਾਂ ਦਾ, ਉਹਦੇ 'ਚ ਫੋਨ ਕਾਲ ਵੀ ਰਿਕਾਰਡ ਹੋ ਜਾਂਦੀ ਆ, ਔਰ ਉਹ ਜਦੋਂ ਜਾਂਦੀ ਹੈ ਵਿਜੀਲੈਂਸ ਕੋ ਉਹਨਾਂ ਨੇ ਕੇਸ ਨੰਬਰ 1 2 3 ਉਹ ਸਾਰੇ ਨੰਬਰ ਲਾਏ ਆ ਵੀ ਡਾਕਟਰ ਕਿੰਨੇ ਫੜੇ ਆ, ਪੁਲਿਸ ਆਫੀਸਰ ਕਿੰਨੇ ਉਹਦੇ 'ਚ ਹੈਗੇ ਆ, ਪਟਵਾਰੀ ਕਿੰਨੇ ਆ, ਕਾਨੂੰਗੋ ਕਿੰਨੇ ਆ। ਹੁਣ ਜੇ ਆਪਾਂ ਵੀ ਗਿਣੀਏ ਤਾਂ ਆਪਣਾ ਵੀ ਮੂੰਹ ਥੱਕ ਜਾਂਦਾ ਜਿੰਨੇ ਲੋਕ ਫੜਦੇ ਆ। ਪਰ ਇਹ ਗੱਲ ਹੈਗੀ ਆ ਜਦੋਂ FIR ਲੌਜ ਹੁੰਦੀ ਉਹਨਾਂ 'ਤੇ ਕੇਸ ਹੁੰਦਾ ਔਰ ਬਦਨਾਮੀ ਹੁੰਦੀ ਆ, ਮਹਿਕਮੇ ਦੀ ਬਦਨਾਮੀ ਹੁੰਦੀ ਆ, ਔਰ ਉਹਨਾਂ ਉਹ ਤਨਖਾਹ ਲੈਂਦੇ। ਕਾਨਾ ਜੀ ਤੁਹਾਨੂੰ ਪਤਾ ਹੈ ਤਨਖਾਹਾਂ ਬਹੁਤ ਅੱਛੀਆਂ ਇਸ ਵੇਲੇ, ਹਵਾਲਦਾਰ ਤੋਂ ਲੈ ਕੇ ਅੱਗੇ ASI ਤੱਕ ਜਿਹੜੇ ਥਾਣੇਦਾਰ ਆ ਜਿੱਤੇ 1 ਸਟਾਰ ਆ। ਇੱਕ ਵਾਰੀ ਉਹ ਬੋਲਦੇ ਸੀਗੇ ਵੀ 1 ਸਟਾਰ ਲੱਗਾ, ਜੇ ਸਟਾਰ ਚਮਕਾਉਣਾ ਹੋਵੇ ਜਿਹੜਾ ਕੰਧੇ 'ਤੇ ਹੈਗਾ ਔਰ ਲੋਕਾਂ ਤੱਕ ਜਦੋਂ ਤਾਰਾ ਚਮਕਦਾ ਲੋਕਾਂ ਤੱਕ ਆਊਗਾ, ਉਹੀ ਸਟਾਰ ਬਦਨਾਮੀ ਦਵਾ ਰਿਹਾ। ਉਹ 'ਚ ASI ਫੜੇ ਗਏ ਬਹੁਤ, ਉਹਦੇ 'ਚ 2 ਜਿਹੜੇ ਸਬ ਇੰਸਪੈਕਟਰ 2 ਸਟਾਰ ਵਾਲੇ ਵੀ ਫੜੇ ਗਏ, SHO ਵੀ। ਵੇਖੋ ਪੰਜਾਬ ਪੁਲਿਸ ਦਾ ਇਹ ਹਾਲ ਆ, ਜੇ ਆਪਾਂ ਕਹਾਂਗੇ ਗੱਲ ਕਹਾਂਗੇ ਤਾਂ ਇਹ 'ਚ ਨਾਰਾਜ਼ਗੀ ਵੀ ਲੋਕਾਂ ਨੂੰ ਆਉਂਦੀ ਆ, ਪਰ ਇਹ ਮੀਡੀਆ ਨਾ ਨਹੀਂ ਕਹਿ ਰਿਹਾ, ਇਹ 'ਚ ਸੋਸ਼ਲ ਮੀਡੀਆ ਨਹੀਂ ਕਹਿ ਰਿਹਾ, ਲੋਕ ਕਹਿ ਰਹੇ ਆ ਕਿਉਂਕਿ ਉਹ ਫੜੇ ਗਏ, FIR ਲੌਜ ਹੋ ਗਈ ਆ ਜਿਹਦੇ 'ਚ ਡਾਕਟਰ ਖੁਦ ਪੜੇ ਗਏ ਆ। ਜਿੱਥੇ ਡਾਕਟਰ ਪਤਾ ਕੀ ਕਰਦੇ ਆ, ਜਿੱਥੇ ਤੁਹਾਨੂੰ ਬੁਲਾਇਆ ਉਹਨਾਂ ਨੇ ਰਿਪੋਰਟ ਦੇਣੀ ਹੈ, ਤੁਹਾਨੂੰ ਕੰਸਲਟ ਇੱਥੇ ਕੀਤਾ ਸਿਵਲ ਹਸਪੀਟਲ 'ਚ ਕੀਤਾ, ਕਿੱਧਰ ਭੇਜ ਰਹੇ ਆ ਜਿੱਥੇ ਕਲੀਨਿਕ ਉੱਥੇ ਜਾਓ, ਉੱਥੇ ਲਿਖਣਗੇ ਸਾਰਾ ਕੁਝ, ਦਵਾਈਆਂ ਉਹ ਲਿਖਣਗੇ ਕੈਮਿਸਟ ਸ਼ਾਪ ਉਹਨਾਂ ਦੀ ਆ ਉੱਥੇ ਹੈਗੀ ਆ, ਜਿਹੜੀ 700 ਦੀ ਦਵਾਈ ਆ ਉਹ 7,000 ਦੀ ਲਿਖਣਗੇ। ਇੰਜੈਕਸ਼ਨ ਆ ਜੀ ਇਹਦੇ ਤੁਹਾਡੇ ਹਾਰਟ ਦਾ, ਤੁਹਾਨੂੰ ਹਾਰਟ ਅਟੈਕ ਹੁੰਦਾ, ਇਹ ਲਾਓ ਤੇ ਆ ਇੱਥੋਂ ਮਿਲਦਾ ਤੁਹਾਨੂੰ। ਉਹ ਕਿੱਥੋਂ ਮਿਲ ਰਿਹਾ ਉਹਨਾਂ ਦਾ, ਉਹ 'ਚ ਕਿੰਨਾ ਕਮਿਸ਼ਨ ਹੈ। ਮੈਡੀਕਲ ਕੌਂਸਲ ਜਿਹੜੀ ਇੰਡੀਅਨ ਮੈਡੀਕਲ ਕੌਂਸਲ ਇਹ ਨਹੀਂ ਕਹਿੰਦੀ। ਹੁਣ ਜਿਹਦੇ 'ਚ ਉੱਤੇ ਰੇਟ ਲਿਖਿਆ ਉਹਦੇ 'ਚ ਵੀ ਇਹ ਹੈਗਾ, ਉਹਦੇ 'ਚ ਵੀ ਇਹ ਹੈਗੀ ਹੈ ਭੇਦ। ਜੀ ਉੱਥੇ ਰੇਟ ਕੁਛ ਹੈਗਾ ਔਰ ਰੇਟ ਚਾਹੀਦਾ ਕੁਛ ਹੈਗਾ, ਉਹ ਕੌਣ ਦੇ ਰਿਹਾ? ਅੱਗੇ ਤੋਂ ਵਿਚਾਰਾ ਪਿਸ ਰਿਹਾ ਬੰਦਾ, ਬਿਮਾਰ ਆ, ਗਰੀਬ ਆਦਮੀ ਇੰਡੀਆ 'ਚ ਨਹੀਂ ਕੋਈ ਵੀ ਇਲਾਜ ਕਰਾ ਸਕਦਾ। ਆਪਾਂ ਤੁਸੀਂ ਬਾਹਰਲੇ ਦੇਸ਼ਾਂ ਦੀ ਗੱਲ ਕੀਤੀ ਹੈ, ਉੱਥੇ ਇਲਾਜ ਜਿਹੜੇ ਹੈਗੇ ਲੋਕਾਂ ਦੇ ਫ੍ਰੀ ਹੈ, ਮੈਡੀਕਲ ਫ੍ਰੀ ਆ, ਉੱਥੇ ਐਜੂਕੇਸ਼ਨ ਫ੍ਰੀ ਹੈਗਾ, ਜੇ ਖਾਣ ਪੀਣ ਉੱਥੇ ਲੋਕਾਂ ਨੂੰ ਮਿਲਦਾ ਹੈਗਾ, ਜੇ ਤੁਸੀਂ ਬੇਰੁਜ਼ਗਾਰ ਜੇ ਭੱਤਾ ਮਿਲਦਾ ਹੈਗਾ। ਸਾਡੇ ਤਾਂ ਗੱਲਾਂ ਹੀ ਮਿਲਦੀਆਂ, ਭਾਸ਼ਣ ਮਿਲਦੇ ਆ, ਔਰ ਜਿਹੜੀ ਭ੍ਰਿਸ਼ਟਾਚਾਰ ਦੀ ਤੁਸੀਂ ਗੱਲ ਕੀਤੀ ਹੈ ਇਹ ਫਿਰ ਅੰਤਾਂ 'ਤੇ ਆ ਗਿਆ। ਇਹ ਸਾਡੀਆਂ ਇਹ ਹਿੰਦੁਸਤਾਨ ਦੀਆਂ ਤੇ ਪੰਜਾਬ ਦੀਆਂ ਰਗਾਂ 'ਚ ਵਸ ਗਿਆ। ਜਦੋਂ ਤੱਕ ਇੱਕ ਮੁੱਖ ਦੀ ਗੱਲ ਇਹ ਹੈ, ਸਾਨੂੰ ਆਪ ਨੂੰ ਸ਼ਰਮ ਨਹੀਂ ਨਾ ਆਉਂਦੀ ਕਿ ਅਸੀਂ ਰਿਸ਼ਵਤ ਕਿਉਂ ਲੈਂਦੇ ਹਾਂ, ਇਹ ਗੱਲ ਸਹੀ ਹੈ, ਅਸੀਂ ਭ੍ਰਿਸ਼ਟਾਚਾਰ ਕਿਉਂ ਕਰਦੇ ਹਾਂ। ਸਾਨੂੰ ਆਪ ਨੂੰ ਜਦੋਂ ਤੱਕ ਸ਼ਰਮ ਨਹੀਂ ਨਾ ਆਉਂਦੀ ਉਦੋਂ ਤੱਕ ਇਹ ਮਗਰੋਂ ਨਹੀਂ ਲੈਣ ਲੱਗਾ, ਜਦੋਂ ਤੱਕ ਮੈਨੂੰ ਲੱਗਦਾ। ਕਿਉਂਕਿ ਜਿੰਨੇ ਮਰਜ਼ੀ ਰੂਲ ਬਣਾ ਲਓ, ਜਿੰਨੇ ਮਰਜ਼ੀ ਨਿਯਮ ਬਣਾ ਲਓ, ਕਿੱਥੇ ਕਿੱਥੇ ਕਿਹਨੂੰ ਫੜੋਗੇ? ਹਰ ਬੰਦਾ ਭ੍ਰਸ਼ਟ ਹੋਈ ਫਿਰਦਾ, ਔਰ ਜਿਹੜੇ ਬਚੇ ਹੋਏ ਨੇ ਉਹ ਵਿਚਾਰੇ ਫਸੇ ਹੋਏ ਨੇ। ਜਾਂ ਫਿਰ ਕਿਹਾ ਜਾਂਦਾ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਉਹ ਭ੍ਰਸ਼ਟ ਨਹੀਂ ਬਣੇ, ਬਾਕੀ ਦੇ ਸਭ ਭ੍ਰਸ਼ਟ ਨੇ, ਇਹ ਵੀ ਕਿਹਾ ਜਾਂਦਾ। ਕੱਲ ਦੀ ਗੱਲ ਸੁਣ ਲਓ, ਬਾਰਦਾਨਾ ਅੱਜ ਦੀ ਨਿਊਜ਼ ਵੀ ਹੈਗੀ ਆ, ਬਾਰਦਾਨਾ ਜਿਹੜੀਆਂ ਬਾਰਦਾਨਾ ਬੋਰੀਆਂ ਨੂੰ ਕਹਿੰਦੇ ਆ ਜਿੱਥੇ ਕਣਕ ਪਾਉਂਦੇ ਆ, ਉਹ ਵਿਕ ਗਈਆਂ ਬਾਹਰ ਕੱਢ ਕੇ। ਸਟੋਰ ਜਿੱਥੇ ਪੈਨਗ੍ਰੇਨ ਦਾ ਸਟੋਰ ਸੀ ਉੱਥੇ ਕਣਕ ਵਿਕੀ ਆ। ਕਣਕ ਦੀ ਜਿਹੜੀ ਭਰਤੀ ਹੁੰਦੀ ਨਾ, ਇਹਦੇ ਵਿੱਚ ਕੁਇੰਟਲ ਦੀ ਹੁੰਦੀ ਕਣਕ ਦੀ, ਤੇ ਉਹਦੇ ਵਿੱਚੋਂ 5-10 ਕਿਲੋ ਕੱਢ ਲੈਂਦੇ ਨਾਲ ਹੀ, ਕੱਢ ਕੇ ਉਹ ਵੱਖਰੀ ਰੱਖ ਕੇ ਫਿਰ ਤੋਲਦੇ ਆ। ਉਹ ਜਾਂਦੀ ਆ ਜਿਨ੍ਹਾਂ ਨੇ ਖਰੀਦਣੀਆਂ ਜਾਂ ਸਟੋਰ 'ਚ ਲੱਗ ਗਈ ਉਹ ਕਣਕ ਆ, ਉਹ 20 ਕਰੋੜ ਦਾ ਹੋਣਾ ਇੱਕ ਫੜਿਆ ਮਸਲਾ। ਉਹ 'ਚ ਜਿਹੜੇ ਇੰਸਪੈਕਟਰ ਫੂਡ ਸਪਲਾਈ ਦੇ ਉਹ ਫੜੇ ਗਏ, ਔਰ ਉਹਦੇ 'ਚ ਤੇ ਗੂਠੇ ਕਿਦੋਂ ਲਾਇਆ? ਜਦੋਂ ਕਰੋਨਾ ਦਾ ਟਾਈਮ ਸੀਗਾ, ਜਦੋਂ ਲਾਕਡਾਊਨ ਸੀਗਾ, ਫੇਕ ਗੂਠੇ ਲਾ ਕੇ ਆਪ ਹੀ ਕਾਗਜ਼ ਬਣਾਉਂਦੇ, ਉਹ ਵੀ ਫੜੇ ਗਏ ਬੰਦੇ। ਹੁਣ ਆਪਾਂ ਇੱਕ ਨਹੀਂ ਗੱਲ ਕਰਦੇ, ਇੰਨਾ ਵੱਡੀ ਫਰਿਸ਼ਤ ਆ, ਤੁਸੀਂ ਗੱਲ ਕਰੋਗੇ ਤਾਂ ਤੁਹਾਨੂੰ ਯਾਦ ਨਹੀਂ ਰਹੂਗਾ ਇੰਨੇ ਲੋਕ ਫੜੇ ਜਾ ਰਹੇ ਆ। ਔਰ ਕੌਣ ਫੜੇ ਜਾ ਰਹੇ ਆ? ਭ੍ਰਿਸ਼ਟਾਚਾਰ ਲਈ। ਭਗਵੰਤ ਮਾਨ ਨੇ ਗੱਲ ਤਾਂ ਵਧੀਆ ਕੀਤੀ, ਉਹਨਾਂ ਨੇ ਇਹਨੂੰ ਨੱਥ ਪਾਉਣ ਲਈ, ਸਕੰਜਾ ਕੱਸਣ ਲਈ ਕੰਮ ਕੀਤਾ, ਪਰ ਹੁਣ ਉੱਥੋਂ ਮੁੱਖ ਮੰਤਰੀ ਬਹਿ ਕੇ ਥੋੜ੍ਹਾ ਫੜੂਗੇ ਇਹਨਾਂ ਨੂੰ। ਜਾਂ ਤੁਹਾਡੀ ਗੱਲ ਸਹੀ ਆ, ਜੇ ਲੋਕਾਂ ਨੂੰ ਆਪ ਨਹੀਂ ਇਹਦੇ 'ਤੇ ਸ਼ਰਮ ਆਊਗੀ ਜਾਂ ਇਹਦੇ 'ਤੇ ਨਹੀਂ ਸੋਚ ਆਊਗੀ ਵੀ ਅਸੀਂ ਸੱਚੇ ਸੁੱਚੇ ਹਾਂ, ਅਸੀਂ ਰਹਿਣਾ ਸੱਚੇ ਆ ਔਰ ਲੋਕਾਂ ਤੱਕ ਹੈਗਾ, ਇਹ ਵੀ ਇੱਕ ਮਾਫੀਆ ਜਿੱਦਾਂ ਦੇ ਉਹ ਸਨੈਚਰ ਆ, ਪੈਸਾ ਖੋਹ ਕੇ ਲੈ ਗਏ, ਇਹ ਵੀ ਤਾਂ ਪੈਸਾ ਖੋਹ ਰਹੇ ਜੀ। ਤੁਹਾਡੇ ਬਟੂਏ 'ਚੋਂ ਜਾ ਰਿਹਾ ਪੈਸਾ, ਤੁਹਾਡੀ ਕਮਾਈ 'ਚੋਂ ਪੈਸਾ ਜਾ ਰਿਹਾ, ਤੁਹਾਡਾ ਆਪਣਾ ਹੀ ਪੈਸਾ ਜਾ ਰਿਹਾ, ਤੁਹਾਡੀ ਇਨਕਮ ਹੀ ਜਾ ਰਹੀ ਹੈ, ਔਰ ਉਹਨਾਂ ਦੇ ਤਾਂ ਨਹੀਂ ਕਮਾਈ ਤੋਂ ਜਾ ਰਹੇ, ਉਹਨਾਂ ਦੀ ਕਮਾਈ 'ਚ ਜੋੜ ਰਹੇ। ਪਰ ਇਹ ਪੈਸਾ ਜਾਂਦਾ ਤਾਂ ਗਲਤੀ ਆ। ਜਿਹੜੇ ਬੰਦੇ ਪੈਸਾ ਲੈਂਦੇ ਉਹਨਾਂ ਦੇ ਬੱਚੇ ਕੁਝ ਨਾ ਕੁਝ ਕਰ ਜਾਂਦੇ। ਇਹੀ ਆ, ਜਿਹੜੇ ਭ੍ਰਿਸ਼ਟਾਚਾਰੀ ਨੇ ਉਹ ਮਾਫੀਆ ਹੈ। ਬਿਲਕੁਲ ਸਹੀ ਸ਼ਬਦ ਤੁਸੀਂ ਇਸਤੇਮਾਲ ਕੀਤਾ, ਭ੍ਰਿਸ਼ਟਾਚਾਰ ਕਰਨ ਵਾਲੇ ਭ੍ਰਿਸ਼ਟਾਚਾਰੀ ਮਾਫੀਆ ਹੈ, ਜੋ ਲੋਕਾਂ ਦਾ ਲਹੂ ਪੀਣ ਲੱਗਾ ਹੋਇਆ। ਇਹ ਜੋਕਾਂ ਨੇ ਜਿਹੜੀਆਂ ਚਿੰਬੜੀਆਂ ਹੋਈਆਂ ਨੇ, ਇਹ ਪਤਾ ਨਹੀਂ ਕਿਵੇਂ ਮਗਰੋਂ ਲੈਣਗੀਆਂ। ਵਾਕਈ ਇਹਨਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ, ਔਰ ਰੱਬ ਸੋਝੀ ਪਾਵੇ ਇਹਨਾਂ ਨੂੰ। ਕਿਉਂਕਿ ਅਸੀਂ ਬਾਰ-ਬਾਰ ਕਹਿੰਦੇ ਹਾਂ ਪੰਜਾਬ ਦੀ ਧਰਤੀ ਹੈ, ਔਰ ਪੰਜਾਬ ਦੀ ਧਰਤੀ ਅਸੀਂ ਆਪੇ ਦਿਲੋਂ ਮੰਨਦੇ ਹਾਂ, ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਇੱਥੇ ਬਖਸ਼ਿਸ਼ ਹੈ ਮਾਲਿਕ ਦੀ। ਔਰ ਅਸੀਂ ਮਾਲਿਕ ਦੀ ਬਖਸ਼ਿਸ਼ ਦੀ ਗੱਲ ਕਰੀਏ, ਅਸੀਂ ਪੀਰਾਂ ਪੈਗੰਬਰਾਂ ਅੱਗੇ ਸਿਰ ਝੁਕਾਈਏ, ਅਸੀਂ ਗੁਰੂ ਸਾਹਿਬਾਨ ਅੱਗੇ ਸਿਰ ਝੁਕਾਈਏ, ਅਸੀਂ ਉਹਨਾਂ ਨੂੰ ਆਪਣੇ ਬਜ਼ੁਰਗ ਕਹੀਏ ਤੇ ਅਸੀਂ ਰਿਸ਼ਵਤ ਖਾਈਏ,
ਅਸੀਂ ਪੁੱਠੇ ਸਿੱਧੇ ਧੰਦੇ ਕਰੀਏ, ਸਾਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆ ਕੀ ਕਰਦੇ ਪਏ ਆ। ਪੰਜਾਬ ਦੀ ਧਰਤੀ ਨੂੰ ਕਿਹੜਾ ਰੋਗ ਲਾਇਆ ਹੋਇਆ ਸੀ, ਇਸ ਰੋਗ ਤੋਂ ਅਸੀਂ ਦੇਖੋ ਅੱਗੇ ਪਿਛਲੇ 10 ਸਾਲਾਂ 'ਚ 15 ਸਾਲਾਂ 'ਚ ਤੁਸੀਂ ਵੇਖਿਆ ਕਿ ਮਿੱਟੀ ਵੇਚ ਕੇ ਵੀ ਪੈਸਾ ਵਟਿਆ ਜਾਊਗਾ। ਰੇਤਾ ਜੀ ਧਰਤੀ ਆ, ਜ਼ਮੀਨ ਆ, ਜ਼ਮੀਨ ਤੋਂ ਤੁਸੀਂ ਮਿੱਟੀ ਵੇਚ ਕੇ ਤੇ ਉਹਦਾ ਪੈਸਾ ਕਮਾ ਰਹੇ, ਤੇ ਉਹ ਵੀ ਚੋਰੀ। ਜਦੋਂ ਦਰਿਆ ਵਹਿੰਦੇ, ਆਪਣੇ ਦਰਿਆਵਾਂ ਦਾ ਵਹਿਣ ਇੱਧਰ ਨੂੰ ਆ ਰਿਹਾ, ਦਰਿਆਵਾਂ ਦਾ ਵਹਿਣ ਚੱਲ ਰਿਹਾ, ਸਤਲੁਜ ਆ ਇੱਥੇ, ਬਿਆਸ ਦਰਿਆ ਵਾ, ਹੈ ਨਾ, ਉਹ ਸਾਰੇ ਵੱਡੇ ਦਰਿਆ ਵਾ, ਚਨਾਬ ਦਰਿਆ ਇੱਧਰ ਨੂੰ ਚੱਲ ਰਿਹਾ, ਉਹਦੇ ਜਿਹੜੇ ਰੇਤਾ ਆ ਰਹੀ ਹੈ, ਰੇਤਾ ਆ ਕੇ ਮੰਡ ਦੇ ਏਰੀਆ ਨੂੰ ਕਹਿੰਦੇ ਆ, ਉਹ ਜਿੱਥੇ ਪਈ ਆ ਉੱਥੇ ਖਨਨ ਹੋ ਰਿਹਾ, ਉੱਥੇ ਟਰਾਲੀਆਂ ਟਰੈਕਟਰ ਲਾਏ ਪਏ ਆ, ਉਹ ਫੜੇ ਵੀ ਗਏ ਆ। ਜੋਗਿੰਦਰਪਾਲ ਜਿਹੜੇ ਆਪਣੇ ਵਿਧਾਇਕ ਰਹੇ ਆ, ਫੜੇ ਆ, ਅਰੈਸਟ ਹੋਏ ਆ, ਇਸੇ ਕਰਕੇ ਰਹੇ ਆ। ਉਹਨਾਂ ਦੇ ਕ੍ਰੈਸ਼ਰ ਲੱਗੇ ਸੀ ਉੱਥੇ। ਕ੍ਰੈਸ਼ਰ ਹੁੰਦਾ ਜਿਹੜਾ ਸਟੋਨ ਨੂੰ ਕੱਟ ਕੇ ਨਿੱਕਾ ਬਣਾਉਣਾ, ਜਿਹਦੀ ਬੱਜਰੀ ਬਣਾਉਣੀ ਆ, ਰੇਤਾ ਬਣਾਉਣੀ ਆ, ਹੁਣ ਉਹ ਵੀ ਅਰੈਸਟ ਹੋ ਗਏ। ਜਿਹੜੀਆਂ ਸਰਕਾਰਾਂ ਜਿਹੜੀਆਂ ਪਹਿਲੋਂ ਗਈਆਂ, ਉਹਨਾਂ ਦੇ ਮੰਤਰੀਆਂ ਨੇ, ਉਹਨਾਂ ਦੇ ਵਿਧਾਇਕਾਂ ਨੇ ਕੰਮ ਕੀਤਾ, ਉਹ ਤਾਂ ਉੱਥੋਂ ਹੁਕਮ ਜਾਰੀ ਕਰਦੇ ਆ। ਕੰਮ ਕਰਨ ਵਾਲੇ ਕਰਿੰਦੇ ਹੋਰ ਆ, ਉਹਨਾਂ 'ਚ ਉਹਨਾਂ ਦੀ ਵਾਈਫ ਦਾ ਵੀ ਕੇਸ ਨਾਲ ਹੀ ਹੈਗਾ, ਹੈ ਨਾ, ਸਾਧੂ ਸਿੰਘ ਧਰਮਸੋਤ ਜੇ, ਹੈ ਨਾ, ਕਿੱਥੋਂ ਦਾ ਕਿੱਥੇ ਕੇਸ ਗਏ। ਅਸੀਂ ਹੁਣੇ ਕਰਦੇ ਭ੍ਰਿਸ਼ਟਾਚਾਰ ਦੀ ਗੱਲ, ਨਾਗਰਿਕ ਦੀ ਔਰ ਮਹਿਕਮਿਆਂ ਦੀ, ਅਫਸਰਾਂ ਦੀ ਗੱਲ ਕਰਦੇ ਸੀ, ਅਫਸਰਸ਼ਾਹੀ ਦੀ। ਮੰਤਰੀ ਕਿਹੜੇ ਬਚੇ ਹੈ ਨਾ, ਮੰਤਰੀਆਂ ਦੇ ਵਿੱਚ ਜਿੰਨੇ ਮੰਤਰੀ ਆਉਣਗੇ ਤੁਸੀਂ ਗਿਣ ਲਓ, ਨਾ ਗਿਣ ਲਓ ਕਿੰਨੇ ਮੰਤਰੀ ਤੇ ਹੈਗਾ। ਕੋਈ ਮਨੀ ਲਾਂਡਰਿੰਗ 'ਚ ਫਸਿਆ, ਕੋਈ ਖਨਨ ਰੇਤਾ 'ਚ ਫਸ ਗਿਆ, ਕੋਈ ਕਿਸੇ ਪਾਸੇ ਆ। ਔਰ ਉਹ ਆਂਦੇ ਵੀ ਗੱਡਾ ਗਡੋਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ ਦੂਜੀ ਨੂੰ ਤਿਆਰ। ਹੁਣ ਇੱਕ ਸਰਕਾਰ ਜਾਂਦੀ ਹੈ ਤੇ ਉਹ ਦੂਜੀ ਜਿਹੜੇ ਆ ਉਹ ਮੰਤਰੀ ਅੰਦਰ ਹੋ ਜਾਂਦੇ ਆ। ਜਦੋਂ ਉਹ ਮੌਜੂਦਾ ਸਰਕਾਰ ਜਦੋਂ ਜਾਊਗੀ, ਇਹਨਾਂ ਅੰਦਰ ਹੋ ਜਾਣਾ ਤੇ ਦੂਜਿਆਂ ਨੇ ਆ ਜਾਣਾ। ਇਹ ਕੰਮ ਹੁੰਦਾ, ਇੱਕ ਦੂਜੇ ਤੇ ਚਿੱਕੜ ਸੁੱਟ ਕੇ ਉਹ ਆਂਦੇ ਵੀ ਅਸੀਂ ਤਾਂ ਬਾਹਰ ਰਹੇ, ਤੁਸੀਂ ਇਕੱਲੇ ਖਾ ਗਏ, ਹੁਣ ਤੁਹਾਨੂੰ ਅਸੀਂ ਅੰਦਰ ਕਰਾਂਗੇ ਤਾਂ ਅਸੀਂ ਖਾਵਾਂਗੇ। ਇਹ ਹੋ ਗਿਆ, ਇਹ ਹੋ ਗਿਆ ਵੀ ਵਾਰੀ ਦਾ ਵੱਟਾ ਲੈਣਾ ਹੈਗਾ ਬਸ। ਗੱਲ ਇਹ ਹੁਣ ਵਾਰੀ ਦਾ ਵੱਟਾ ਜੋ ਲੈਣ ਦੀ ਰਿਵਾਇਤ ਚੱਲਦੀ ਪਈ ਹੈ, ਇਹ ਹੁਣ ਅੱਗੇ ਵੀ ਗੱਲ ਵੱਧਦੀ ਪਈ ਹੈ ਕਿ ਜਿਹੜੇ ਕਾਂਗਰਸ ਦੇ ਲੋਕ ਨੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਈਡੀ ਦੇ ਸਾਰੇ ਮਾਮਲੇ ਨੇ ਨਾ, ਰਾਹੁਲ ਗਾਂਧੀ ਦੇ ਖਿਲਾਫ ਹੌਰਲ ਕੇਸ ਬਣਿਆ ਹੋਇਆ ਹੈ, ਇਹ ਸਭ ਜੋ ਹੈ ਜ਼ਲੀਲ ਕਰਨ ਵਾਸਤੇ ਈਡੀ ਦੀਆਂ ਹਰਕਤਾਂ ਨੇ। ਇਹ ਕੋਈ ਕਾਨੂੰਨੀ ਚੀਜ਼ ਨਹੀਂ ਹੈ, ਸੰਵਿਧਾਨ ਦੇ ਮੁਤਾबिक ਨਹੀਂ ਹੈ, ਇਹ ਬਸ ਪਰਸਨਲ ਖਹਿਬਾਜ਼ੀ ਹੈ, ਉਸ ਕਰਕੇ ਇਹ ਸਾਰਾ ਕੇਸ ਬਣਿਆ ਹੋਇਆ ਹੈ। ਹਾਲਾਂਕਿ ਡਾਕਟਰ ਸੁਬਰਾਮਨੀਅਮ ਸਵਾਮੀ ਨੇ ਇਹ ਰਿਟ ਪਟੀਸ਼ਨ ਪਾਈ ਸੀ, ਜਿਹਦੇ ਖਿਲਾਫ ਇਹ ਸਾਰਾ ਐਕਸ਼ਨ ਚੱਲਦਾ ਪਿਆ। ਹੁਣ 5 ਟਾਈਮ ਰਾਹੁਲ ਗਾਂਧੀ ਦੀ ਡ੍ਰਿਲਿੰਗ ਹੋ ਚੁੱਕੀ ਹੈ, ਬੁਲਾ ਲਿਆ। ਹੁਣ ਫਿਰ ਸ਼ਾਇਦ ਸੱਦਾ ਆਵੇ ਔਰ ਉਧਰੋਂ ਸ਼ਾਇਦ ਮਿਸਿਸ ਸੋਨੀਆ ਗਾਂਧੀ ਨੂੰ ਵੀ ਸੱਦਾ ਆਵੇ। ਤਾਂ ਕਾਂਗਰਸੀ ਕਹਿ ਰਹੇ ਨੇ ਕਿ ਇਹ ਬੇਇੱਜ਼ਤੀ ਕਰਨ ਵਾਸਤੇ ਇਹ ਸਾਰਾ ਤਮਾਸ਼ਾ, ਇਹ ਸਾਰਾ ਡਰਾਮਾ ਹੁੰਦਾ ਪਿਆ। ਅਸਲ ਵਿੱਚ ਇਦਾਂ ਦੀ ਕੋਈ ਗੱਲ ਹੈ ਨਹੀਂ। ਆ ਦੇਖੋ, ਜਦੋਂ ਇੰਡੀਆ 'ਚ, ਹਿੰਦੁਸਤਾਨ 'ਚ ਸ਼ਾਂਤੀ ਬਹਾਲ ਕਰਨੀ ਹੁੰਦੀ ਹੈ ਤਾਂ ਉਹਦੇ 'ਚ ਬੜੇ ਤਰੀਕੇ, ਬੜੇ ਸਿਧਾਂਤ, ਵਿਧਾਨ ਔਰ ਬੜਾ ਕੁਝ ਰਚਿਆ ਜਾਂਦਾ। ਪਰ ਜਦੋਂ ਅਸ਼ਾਂਤੀ, ਜਦੋਂ ਲੋਕਾਂ 'ਚ ਰੌਲਾ, ਡਾਂਗ ਸੋਟਾ ਕਰਾਉਣਾ ਹੁੰਦਾ, ਉਦੋਂ ਵੀ ਬੜੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ। ਹੁਣ ਇਹ ਮਸਲਾ ਬੜਾ ਪੁਰਾਣਾ, ਨੈਸ਼ਨਲ ਹੈਰਾਲਡ ਜਿਹੜੀ ਅਖਬਾਰ ਸੀਗਾ, ਉਦੋਂ ਮਨੀ ਲਾਂਡਰਿੰਗ ਦਾ ਪੈਸਾ ਸੀਗਾ। ਉਹਨਾਂ ਨੇ ਕਿਹਾ ਕਿ ਉਹ ਪੈਸਾ ਤੁਹਾਨੂੰ ਕਿੱਥੋਂ ਆਇਆ ਔਰ ਕਿੱਥੇ ਵਰਤਿਆ ਗਿਆ। ਉਦੋਂ ਤੇ ਜੰਮਿਆ ਵੀ ਨਹੀਂ ਸੀ। ਜਦੋਂ ਕਿ ਹੁਣ 50 ਸਾਲ ਦਾ, 50 ਸਾਲ ਪੁਰਾਣਾ ਕੇਸ ਜਿਹੜੇ ਆ, ਉਹ ਕੇਸ ਆ ਜਵਾਹਰ ਲਾਲ ਨਹਿਰੂ ਦੇ ਟਾਈਮ ਤੋਂ ਲੈ ਕੇ ਹੁਣ ਇਹਨਾਂ ਨੇ ਛੇੜਿਆ। ਔਰ ਇਹ ਦੇਖੋ ਵਾਰੀ ਕਦੋਂ ਆਉਂਦੀ ਹੈ, ਵਾਰੀ ਉਦੋਂ ਆਉਂਦੀ ਹੈ ਜਦੋਂ ਸਰਕਾਰ ਇਹਨਾਂ ਦੀ ਬਣੀ ਸੀ, ਉਦੋਂ ਤਾਂ ਕੋਈ ਗੱਲ ਨਹੀਂ ਛਿੜੀ। ਕਾਂਗਰਸ ਜਦੋਂ ਰਹੀ ਹੈ ਉਦੋਂ ਨਹੀਂ ਛਿੜੀ। ਹੁਣ ਇਹ ਆ ਗਈ ਸਰਕਾਰ, ਹੁਣ ਇਹਨਾਂ ਨੂੰ ਚੇਤਾ ਆ ਗਿਆ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਪਹਿਲੋਂ ਕਿੱਦਾਂ ਸੁੱਤੇ ਸੀ, ਪਹਿਲੋਂ ਵੀ ਗੌਰਮੈਂਟ ਆਉਂਦੀ ਰਹੀ ਹੈ, ਪਹਿਲੋਂ ਇਹਨਾਂ ਦੀ ਸਰਕਾਰਾਂ ਚੱਲਦੀਆਂ ਰਹੀਆਂ। ਹੁਣ ਜਿੰਨੀ ਵਾਰੀ ਬੁਲਾਇਆ ਪ੍ਰਦਰਸ਼ਨੀ ਹੋਈ, ਉੱਥੇ ਜਿਹੜੇ ਵਰਕਰ ਆ ਉਹਨਾਂ ਨੇ ਰੌਲਾ ਪਾਇਆ, ਡਾਂਗਾਂ ਮਾਰੀਆਂ, ਉੱਥੇ ਜੰਤਰ ਮੰਤਰ 'ਤੇ ਉੱਥੇ ਪ੍ਰਦਰਸ਼ਨੀ ਕੀਤੀ ਹੈ ਜਿੱਥੇ ਦਿੱਲੀ 'ਚ। ਉਹ ਸਾਰਾ ਕੁਝ ਰੌਲਾ ਰੱਪਾ ਪੈ ਕੇ ਕਾਂਗਰਸ ਨੇ ਉਹਦਾ ਜਿਹੜਾ ਜਵਾਬ ਤਾਂ ਦਿੱਤਾ। ਹੁਣ ਇਹਨਾਂ ਨੇ ਕਿਹਾ ਹੱਲਾ ਬੋਲ, ਹੱਲਾ ਬੋਲ। ਇਹਨਾਂ ਵੀ ਕਿਹਾ ਵੀ ਹੱਲਾ ਬੋਲ। ਹੱਲਾ ਤੇ ਇਹਨਾਂ ਤੇ ਬੋਲਿਆ ਗਿਆ, ਕਾਂਗਰਸ ਤੇ। ਇਹਨਾਂ ਨੇ ਨਹੀਂ ਹੱਲਾ ਬੋਲਿਆ, ਕਾਂਗਰਸ ਤੇ ਹੱਲਾ ਬੋਲਿਆ ਗਿਆ। ਤੇ ਰਾਹੁਲ ਗਾਂਧੀ ਦੇ ਮਦਰ ਜਿਹੜੇ ਆ, ਸੋਨੀਆ ਗਾਂਧੀ ਤੇ ਵੀ ਕੇਸ ਹੈਗਾ, ਉਹਨਾਂ ਨੂੰ ਤਾਂ ਕਰੋਨਾ ਹੋਣ ਕਰਕੇ ਉਹ ਵਿਚਾਰੇ ਐਡਮਿਟ ਰਹੇ, ਹੁਣ ਸ਼ਾਇਦ ਬਾਹਰ ਆਉਣਗੇ, ਉਹਨਾਂ ਨੂੰ ਜਾਣਾ ਪਊਗਾ। ਹੁਣ ਈਡੀ ਸਾਹਿਬ ਜੇ 5 ਵਾਰੀ ਬੁਲਾ ਲਿਆ ਉਹਨਾਂ ਨੂੰ, ਇੰਨਾ ਕਿ ਲੰਬਾ ਫਰਿਸ਼ਤ ਹੋ ਗਿਆ, ਇੰਨੇ ਕੁਐਸਚਨ ਹੋ ਗਏ, ਇੰਨਾ ਕੁਛ ਹੋ ਗਿਆ, ਵਾਰ-ਵਾਰ ਬੁਲਾਇਆ ਗਿਆ। ਦੇਖੋ ਉਹ ਤੋਂ ਬਾਅਦ ਜਦੋਂ ਪੁੱਟਿਆ ਪਹਾੜ ਤੇ ਨਿਕਲਣਾ ਕੁਛ ਵੀ ਨਹੀਂ, ਨਿਕਲਣਾ ਚੂਹਾ। ਉਹੀ ਗੱਲ ਆ, ਪੀ ਚਿਦੰਬਰਮ ਨੇ ਕਹਿ ਦਿੱਤਾ, ਇਹਨਾਂ ਦੇ ਫਾਈਨਾਂਸ ਮਿਨਿਸਟਰ ਰਹੇ ਆ, ਵੀ ਇਹਦੇ 'ਚੋਂ ਕੋਈ ਨਹੀਂ ਨਿਕਲਣਾ, ਸਾਨੂੰ ਪਤਾ ਹੈਗਾ। ਇਹ ਨਹੀਂ ਮਤਲਬ ਲੋਕਾਂ ਨੂੰ ਪਤਾ ਹੈ, ਲੋਕਾਂ ਨੂੰ ਵੀ ਪਤਾ ਹੈਗਾ ਕਿ ਇਹ ਜਦੋਂ ਪਾਰਟੀ ਆਪ ਸੱਤਾ 'ਚ ਹੁੰਦੀ ਆ, ਆਪ ਪਾਵਰ 'ਚ ਹੁੰਦੀ ਆ, ਉਦੋਂ ਚੇਤਾ ਆ ਜਾਂਦਾ। ਨਹੀਂ ਤੇ ਜੇ ਇਹ 'ਚ ਕਸੂਰ ਹੈਗਾ ਤਾਂ ਪਹਿਲੋਂ ਕਿਉਂ ਨਹੀਂ ਫੜਿਆ? ਉਦੋਂ ਵਿਜੀਲੈਂਸ ਕੀ ਕਰਦੀ ਹੈ, CID ਕੀ ਕਰਦੀ ਹੈ ਨਾ, CBI ਕੀ ਕਰਦੀ ਸੀ? ਉਦੋਂ ਕੁਝ ਨਹੀਂ ਪਤਾ ਕਿਸੇ ਨੂੰ। ਹੁਣ ਈਡੀ ਸਾਹਿਬ ਹੁਣ ਪਤਾ ਆ ਗਿਆ। ਇਹ ਚੀਜ਼ਾਂ ਦਾ ਉਦੋਂ ਹੀ ਆਉਂਦਾ ਜਦੋਂ ਤੁਸੀਂ ਪਾਵਰ ਜੇ, ਜਦੋਂ ਤੁਸੀਂ ਕੁਰਸੀ 'ਤੇ ਬੈਠੇ ਜੇ, ਉਦੋਂ ਸਾਰਾ ਕੁਝ ਹੈਗਾ। ਅਸੀਂ ਮੰਨਦੇ ਹਾਂ ਆਪਾਂ ਵੀ ਭ੍ਰਿਸ਼ਟਾਚਾਰ ਤਾਂ ਫੈਲਿਆ ਵਾ, ਹੈ ਨਾ, ਸਾਰੀਆਂ ਪਾਰਟੀਆਂ 'ਚ ਵੀ ਆ, ਨਾਗਰਿਕ 'ਚ ਵੀ ਆ, ਉਹਦੇ 'ਚ ਆਮ ਲੋਕ ਵੀ ਹੈਗੇ ਆ, ਉਹਦੇ 'ਚ ਅਫਸਰਸ਼ਾਹੀ ਵੀ ਹੈਗੀ ਆ, ਉਹ 'ਚ ਪੁਲਿਸ ਵੀ ਹੈਗੀ, ਸਾਰਾ ਕੁਝ ਹੈਗਾ। ਪਰ ਇਹਦੇ 'ਚ ਅਸੀਂ ਇਹ ਨਹੀਂ ਆਪਾਂ ਕਹਿ ਰਹੇ ਕਿ ਮੀਡੀਆ ਕਹਿ ਰਿਹਾ ਵੀ ਰਾਹੁਲ ਗਾਂਧੀ ਸੱਚਾ ਜਾਂ ਇਹ ਹੈਗਾ। ਕੁਛ ਨਾ ਕੁਛ ਚਲੋ ਗੱਲ ਹੋ ਸਕਦੀ, ਜੇ ਗੱਲ ਉੱਡੀ ਆ,
ਜੇ ਧੂਆਂ ਹੁੰਦਾ ਤਾਂ ਹੈ ਹੀ ਆ, ਕੁਛ ਨਾ ਕੁਛ ਹੁੰਦਾ, ਪਰ ਇਹਦੇ 'ਚ ਇਹ ਨਹੀਂ ਕਿ ਵੀ ਹੁਣ ਚੇਤਾ ਆਏ ਨੇ ਸਾਲ ਬਾਅਦ, ਇਹ ਵੀ ਮਾੜੀ ਗੱਲ। ਤੁਹਾਡੀ ਉਹ ਗੱਲ ਜਿਹੜੀ ਹੈ ਨਾ, ਖੋਦਿਆ ਪਹਾੜ ਤੇ ਨਿਕਲਿਆ ਚੂਹਾ, ਉਹ ਵੀ ਸੌਰੀ ਦਾ ਮਰਿਆ ਹੋਇਆ। ਸੋ ਕਿਤੇ ਇਹ ਨਾ ਗੱਲ ਹੋ ਜਾਵੇ ਕਿ ਇੰਨੇ ਸਾਲ ਆਹ ਤਾਂ ਬਦਬੂਦਾਰ ਹੋ ਜੇ, ਫਿਰ ਕੁਝ ਜਿਹਦਾ ਨਿਕਲਿਆ ਤਾਂ ਚਲੋ ਭੱਜੂਗਾ, ਬਿੱਲੀ ਮਗਰ ਭੱਜੂਗੀ, ਕਈ ਚੀਜ਼ਾਂ ਹੋਣਗੀਆਂ, ਕਿਸੇ ਦਾ ਕੋਈ ਫਾਇਦਾ ਹੋ, ਬਿੱਲੀ ਦਾ ਹੀ ਫਾਇਦਾ ਹੋਊਗਾ ਇੱਥੇ, ਤੇ ਕਿਸੇ ਦਾ ਕੋਈ ਬਿੱਲੀ ਫਾਇਦਾ ਤੇਰੀ ਆਪਣਾ ਭੋਜਨ ਬਣਾਉਂਗੀ। ਸੋ ਕਿਵੇਂ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਨਹੀਂ ਜਾ ਸਕਦੀ ਨਾ। ਬਿਲਕੁਲ। ਸੋ ਇਹ ਚੀਜ਼ਾਂ ਨੇ ਕਿ ਇਹ ਪੋਲੀਟੀਕਲ ਤਮਾਸ਼ੇ ਚੱਲ ਰਹੇ ਨੇ, ਪਰ ਗੱਲ ਇਹ ਹੈ ਨਾ ਬਲਕਾਰ ਜੀ, ਜੀ ਦੇਸ਼ ਨੂੰ, ਦੇਸ਼ ਦੇ ਲੋਕਾਂ ਨੂੰ ਇਹਦਾ ਕੀ ਫਾਇਦਾ? ਨਾ, ਇਹ ਸਾਰੇ ਤਮਾਸ਼ਿਆਂ ਦਾ ਕੋਈ ਫਾਇਦਾ ਨਹੀਂ। ਜਿਹੜੀ ਚੀਜ਼ ਦੇਸ਼ ਨੂੰ, ਦੇਸ਼ ਵਾਸੀਆਂ ਨੂੰ ਫਾਇਦਾ ਦੇਵੇ ਉਹਦਾ ਜ਼ਿਕਰ ਕਰੋ, ਉਸ ਚੀਜ਼ ਨੂੰ ਇਲੈਕਸ਼ਨ ਦਾ ਮੁੱਦਾ ਬਣਾਓ, ਉਸ ਚੀਜ਼ ਨੂੰ ਚੋਣਾਂ ਦਾ ਮੁੱਦਾ ਬਣਾਓ, ਡਿਸਕਸ਼ਨਸ ਦਾ, ਡਿਬੇਟ ਦਾ ਮੁੱਦਾ ਬਣਾਓ। ਉਹ ਖੇਡਾਂ ਜਿਹੜੀਆਂ ਤੁਸੀਂ ਪੋਲੀਟੀਕਲ ਖੇਡਾਂ ਖੇਡਦੇ ਹੋ, ਚਾਲਾਂ ਚੱਲਦੇ ਹੋ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਨਾਲ ਲੱਗੇ ਰਹੇ ਹੋ, ਔਰ ਪੂਰੀ ਭਾਰਤ ਦੀ ਜਨਤਾ ਨੂੰ ਇੱਕ ਤਮਾਸ਼ਾ ਦਿਖਾਉਂਦੇ ਪਏ ਹੋ, ਇੱਕ ਬਿਨਾਂ ਟਿਕਟ ਤੋਂ ਅਸੀਂ ਫ੍ਰੀ 'ਚ ਫਿਲਮ ਦੇਖਦੇ ਡਰਾਮਾ ਦਿੰਦੇ ਆ ਲੋਕਾਂ ਨੂੰ, ਉਹਦਾ ਕੀ ਫਾਇਦਾ ਹੈ? ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਰੋਲ ਮਿਲੇ ਆ, ਰੋਲ ਆਪਣਾ ਪਲੇ ਕਰ ਰਹੇ ਆ ਤੇ ਅਸੀਂ ਉਹਦਾ ਮੌਜਾਂ ਮਾਣ ਰਹੇ ਆ। ਲੋਕ ਹੱਸਦੇ ਆ, ਲੋਕ ਹੱਸਦੇ ਇਸ ਗੱਲ ਤੇ, ਲੋਕਾਂ ਨੂੰ ਸਮਝਦੇ ਨੇ ਹਰ ਚੀਜ਼। ਉਹ ਐਸ ਕੰਨ ਦੀ ਸੁਣਦੇ, ਇੱਧਰ ਦੀ ਕੱਢ ਦਿੰਦੇ ਆ। ਲੋਕਾਂ ਨੂੰ ਪਤਾ ਹੈ ਕਿ ਅੱਜ ਆਹ ਕਹਿ ਗਿਆ ਤੇ ਕੱਲ ਦੂਜਾ ਕਹਿੰਦਾ ਸੀਗਾ, ਹੁਣ ਚੌਥਾ ਆ ਗਿਆ, ਵੀ ਇਹਨਾਂ ਨੇ ਵਾਰੀ-ਵਾਰੀ ਬੋਲ ਕੇ ਚਲੇ ਜਾਣਾ। ਭਾਸ਼ਣ ਇਹਨਾਂ ਦਾ 35 ਮਿੰਟ ਦਾ, ਇਹਨਾਂ ਬੋਲਣਾ। ਜਿੱਦਾਂ ਕਹਿੰਦੇ ਕੋਈ ਪ੍ਰੋਫੈਸਰ ਬੋਲ ਰਿਹਾ ਸੀ, ਲੜ ਰਿਹਾ ਸੀ ਜਨਾਨੀ ਆਪਣੀ ਨਾਲ, ਤੇ ਨਾਲ ਦੀ ਜਨਾਨੀ ਉਹਦੀ ਆਂਦੀ, ਨਹੀਂ ਬੱਲਾ ਇਹਨਾਂ ਨੂੰ ਚੁੱਪ ਕਰਾ, ਤੁਹਾਡੇ ਖਾਵੰਦ ਬੋਲੀ ਜਾਂਦੇ ਕਿਉਂ ਨਹੀਂ? ਆਂਦੀ ਭੈਣ ਜੀ 15 ਮਿੰਟ ਰਹਿ ਗਏ, ਇਹਨਾਂ ਦੇ ਆਪੇ ਚੁੱਪ ਹੋ ਜਾਣਾ। ਕਿਉਂ ਆਂਦੀ ਬਾਕੀ 25 ਮਿੰਟ ਬੋਲ ਗਿਆ, ਇਹਨਾਂ ਦਾ ਰਹਿ ਗਿਆ ਕੰਮ, ਇਹਨਾਂ ਨੇ 40 ਮਿੰਟ ਦਾ ਪੀਰੀਅਡ ਹੈ, ਇਹਨਾਂ 40 ਮਿੰਟ ਦਾ ਪੀਰੀਅਡ ਇਹਨਾਂ ਪੂਰਾ ਕਰਕੇ ਆਪਣਾ ਬਿਲਕੁਲ ਖੁੱਲੇ ਆਮ ਚਲੇ ਜਾਣਾ। ਇਹ ਗੱਲ ਹੈ, ਇਹਨਾਂ ਦਾ ਵੀ ਇਹੀ ਹਾਲ ਹੈ। ਜਦੋਂ 5 ਸਾਲ ਖਤਮ ਤਾਂ ਗਏ। ਬਿਲਕੁਲ ਸਹੀ ਗੱਲ ਹੈ। ਇਹ ਬਹਿਸਬਾਜ਼ੀਆਂ, ਇਹ ਬਿਆਨਬਾਜ਼ੀਆਂ, ਇਹ ਤਮਾਸ਼ੇਬਾਜ਼ੀਆਂ, ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣਾ, ਇਹ ਸਭ ਚੱਲੀ ਜਾਂਦਾ। ਔਰ ਇਹ ਡਰਾਮੇਬਾਜ਼ੀ, ਇਹਨਾਂ ਨੂੰ ਵੀ ਪਤਾ ਹੈ ਕਿ ਜਨਤਾ ਨੂੰ ਇਦਾਂ ਦੇ ਐਂਟਰਟੇਨਮੈਂਟ ਸ਼ੋਅ ਚਾਹੀਦੇ ਨੇ, ਤੇ ਅਸੀਂ ਐਂਟਰਟੇਨਮੈਂਟ ਦਿੰਦੇ ਪਏ ਆ ਤੇ ਆਪਣੀ ਸਿਆਸਤ ਦੀ ਖੇਡ ਖੇਡਦੇ ਪਏ। ਕਦੀ ਪਾਣੀ ਰਿੜ ਕੇ ਲੱਸੀ ਨਹੀਂ ਬਣਦੀ ਤੇ ਨਾ ਉੱਤੇ ਕੋਈ ਘਿਓ ਆਊਗਾ, ਉਹਦਾ ਤਾਂ ਹੀ ਦਹੀਂ ਬਣਨਾ। ਪਾਣੀ ਰਿੜਕਿਆਂ ਤਾਂ ਬਸ ਰੌਲਾ ਤੇ ਲੋਕਾਂ ਦਾ ਹਾਸਾ। ਵੈਸੇ ਇੱਕ ਪੁਰਾਣੀ ਐਗਜ਼ਾਮਪਲ ਮਿਲਦੀ ਹੈ ਸਾਨੂੰ ਕਿ ਪਾਣੀ ਰਿੜਕਣ ਨਾਲ ਵੀ ਕੁਝ ਬਣਦਾ ਹੈ, ਕਿਉਂਕਿ ਇੱਕ ਪੁਰਾਣੇ ਗ੍ਰੰਥਾਂ 'ਚ ਮਿਲਦਾ ਕਿ ਉਹਨਾਂ ਨੇ ਪਾਣੀ ਰਿੜਕਿਆ ਸੀ, ਜਿਹਨੂੰ ਕਹਿੰਦੇ ਨੇ ਸਮੁੰਦਰ ਦਾ ਮੰਥਨ ਕੀਤਾ ਸੀ, ਉਹਦੇ ਵਿੱਚੋਂ ਕੁਝ ਨਿਕਲਿਆ ਸੀ। ਤੇ ਅੱਜ ਮਾਡਰਨ ਟਾਈਮ ਦੇ ਵਿੱਚ ਦੇਖੋ, ਜਿਹੜਾ ਭਾਖੜਾ ਡੈਮ ਆਪਾਂ ਬਣਾਇਆ, ਉਹਦੇ ਵਿੱਚ ਵੀ ਤੇ ਪਾਣੀ 'ਚ ਮਧਾਣੀ ਪਾਈ ਹੋਈ ਹੈ, ਜਿਹੜੀ ਬਿਜਲੀ ਪੈਦਾ ਕਰਦੀ ਹੈ। ਪਰ ਪਾਣੀ ਨੂੰ ਰਿੜਕਣ ਨਾਲ ਵੀ ਕੁਝ ਨਾ ਕੁਝ ਪੈਦਾ ਹੁੰਦਾ, ਪਰ ਸ਼ਰਤ ਇਹ ਹੈ ਪਾਣੀ ਰਿੜਕਣ ਦੀ ਜਾਂਚ ਆਉਣੀ ਚਾਹੀਦੀ ਹੈ ਕਿ ਕਿੱਦਾਂ ਰਿੜਕਣਾ। ਇਹ ਜਗਤ ਸਿੰਘ ਜੱਗਾ ਨੇ ਗਾਇਆ ਵੀ ਸੀ ਗੀਤ ਤੇ, ਭਾਖੜੇ 'ਚ ਆਉਂਦੀ ਇੱਕ ਮੁਟਿਆਰ ਨੱਚਦੀ, ਰੰਗ ਉਹਦਾ ਗੋਰਾ, ਚੁੰਨੀ ਉੱਤੇ ਸੁੱਚੇ ਕੱਚ ਦੀ। ਸੁੱਚੇ ਕੱਚ ਦਾ ਮਤਲਬ ਜਿਹੜੀ ਹੈਗੀ ਚਿੱਟੇ ਰੰਗ ਦੀ ਹੈ, ਚੁੰਨੀ ਲੈ ਕੇ ਆ ਰਹੀ ਹੈ। ਉਦੋਂ ਬਿਜਲੀ ਹੈ ਨਹੀਂ ਸੀ ਪੰਜਾਬ 'ਚ, ਉਦੋਂ ਬਿਜਲੀ ਵਾਲਾ ਪਾਣੀ, ਜਦੋਂ ਪਾਣੀ ਸੀ ਨਾ ਆਉਂਦਾ ਸੀਗਾ ਤਾਂ ਚਲਾਉਂਦੇ ਟਿਊਬਵੈਲ 'ਚ, ਕਹਿੰਦੇ ਨਹੀਂ ਯਾਰ ਪਾਣੀ ਨਾ ਲਾਓ, ਇਹ ਤਾਂ ਫਸਲਾਂ ਸਾੜ ਦੂਗਾ। ਇਹ ਪਾਣੀ ਜਿਹੜਾ ਬਿਜਲੀ ਵਾਲਾ ਪਾਣੀ ਹੈ, ਬਿਜਲੀ ਦਾ ਭਾਖੜੇ ਤੋਂ ਆਇਆ। ਲੋਕਾਂ ਦਾ ਇਹਨਾਂ ਦਾ ਕਨਸੈਪਟ ਹੀ, ਜੇ ਬਲਬ ਵੀ ਜਗਾਉਂਦੇ ਸੀਗੇ ਤੇ ਥੱਲੇ ਫੱਟੀ ਜਾਂ ਲੱਕੜ ਰੱਖ ਕੇ ਜਲਾਉਂਦੇ ਸੀ ਪੁਰਾਣੇ ਜ਼ਮਾਨੇ 'ਚ ਉਹ ਲੋਕ। ਉਹ ਜ਼ਮਾਨਾ ਉਹ ਸੀਗਾ, ਦੀਵਿਆਂ ਦਾ ਯੁੱਗ ਸੀਗਾ, ਦੀਵਿਆਂ 'ਤੇ ਦੀਵੇ ਜਗਾਏ ਆ। ਉੱਥੋਂ ਪੜ੍ਹ ਕੇ IAS, ਉੱਥੋਂ ਪੜ੍ਹ ਕੇ IPS, ਉੱਥੋਂ ਪੰਜਾਬ ਦੇ ਬ੍ਰਿਗੇਡੀਅਰ ਬਣੇ ਆ, ਜਨਰਲ ਕਰਨਲ ਬਣੇ ਆ, ਦੀਵੇ ਦੀ ਲੋੜ ਨਾਲ। ਇੱਕ ਹੋਰ ਚੀਜ਼, ਮਤਲਬ ਜਿੱਥੇ ਵੱਡੇ ਅਹੁਦੇ ਤੇ ਬੈਠਣ ਵਾਲੇ ਨੇਤਾ ਇਦਾਂ ਦੀ ਸਟੇਟਮੈਂਟ ਦਿੰਦੇ ਨੇ ਕਿ ਪਾਣੀ ਦੇ ਵਿੱਚੋਂ ਜਿਹੜਾ ਡੈਮ ਹੈ ਜਿੱਥੇ ਬਿਜਲੀ ਪੈਦਾ ਹੁੰਦੀ ਹੈ, ਕਹਿੰਦੇ ਪਾਣੀ ਦੇ ਵਿੱਚੋਂ ਬਿਜਲੀ ਤਾਂ ਤੁਸੀਂ ਕੱਢ ਲਈ ਤੇ ਹੁਣ ਫੋਕਾ ਪਾਣੀ ਰਹਿ ਗਿਆ। ਉਹ ਫੋਕਾ ਪਾਣੀ ਜੇ ਅਸੀਂ ਖੇਤਾਂ 'ਚ ਪਾਵਾਂਗੇ ਤਾਂ ਫਸਲ ਕਿੱਥੋਂ ਉਗਣੀ ਹੈ? ਹੁਣ ਜਿਨ੍ਹਾਂ ਨੂੰ ਇੰਨਾ ਹੀ ਨਹੀਂ ਪਤਾ ਹੈਗਾ ਕਿ ਬਿਜਲੀ ਪਾਣੀ 'ਚੋਂ ਨਹੀਂ ਕੱਢੀ ਜਾਂਦੀ, ਉਹ ਸਿਸਟਮ ਹੀ ਕੋਈ ਵੱਖਰਾ ਹੈ। ਉਹ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਤੇ ਉਹ ਸਟੇਟਮੈਂਟ ਦਿੰਦੇ ਪਏ ਨੇ। ਹੁਣ ਰੱਬ ਹੀ ਮਾਲਕ ਹੈ। ਇਹ ਜਾਂਗਲੀਆਂ ਵਾਲੀ ਹੈ ਨਾ, ਜਿੱਦਾਂ ਜੰਗਲ 'ਚ ਜਾਂ ਆਦ ਮਨੁੱਖ ਬੈਠੇ ਆ, ਜਿਹਨਾਂ ਨੂੰ ਪਤਾ ਨਹੀਂ ਹੈਗਾ ਕਿ ਕੀ ਵਾਪਰਨਾ ਔਰ ਲੋਕ ਕਿੱਥੇ ਪਹੁੰਚ ਗਏ, ਦੁਨੀਆ ਕਿੱਥੋਂ ਦੀ ਕਿੱਥੇ ਚਲੇ ਗਈ ਆ। ਔਰ ਹੁਣ ਤਾਂ ਚੰਦਰਮਾ ਤੇ ਪਹੁੰਚਣ ਵਾਲੀ ਗੱਲ ਤੋਂ ਵੀ ਅੱਗੇ ਦੁਨੀਆ ਚਲੇ ਗਈ ਆ, ਮੰਗਲ ਗ੍ਰਹਿ ਤੇ ਚੱਲੇ ਆ। ਕਿੱਥੇ ਦੀਆਂ ਗੱਲਾਂ ਲੋਕ ਕਰ ਰਹੇ ਆ। ਅਸੀਂ ਇੰਡੀਅਨ, ਅਸੀਂ ਸਾਰੇ ਅਜੇ ਉੱਥੇ ਦੇ ਉੱਥੇ ਲੋਕ ਬੈਠੇ ਆ, ਕਿਉਂਕਿ ਅਸੀਂ ਗੱਲ ਉਹ ਕਰਦੇ ਆ ਜਿਹੜੀ ਲੋਕਾਂ ਤੱਕ ਜਾਣ ਜੋਗੀ ਨਾ ਹੋਵੇ ਤੇ ਲੋਕ ਉੱਥੇ ਹੱਸਣ। ਉਹ ਗੱਲ ਹੁੰਦੀ ਸਾਡੇ ਨੇਤਾ ਜਿੰਨੇ ਵੀ ਬੋਲਦੇ ਨੇ, ਔਰ ਗੱਲ ਜਿਹੜੀ ਹੈ ਪ੍ਰੈਕਟੀਕਲ ਤੌਰ 'ਤੇ ਉਹ ਨਹੀਂ ਹੁੰਦੀ ਵੀ ਲੋਕਾਂ ਤੱਕ ਉਹਦਾ ਕੋਈ ਫਾਇਦਾ ਹੋ ਜੇ। ਇਹ ਗੱਲ ਭਾਸ਼ਣਬਾਜ਼ੀ, ਰੌਲਾ ਰੱਪਾ ਹੈ ਨਾ, ਤੇ ਖੇਡ ਤਮਾਸ਼ਾ। ਇਹ ਖੇਡ ਤਮਾਸ਼ਾ ਬਸ। ਬਿਲਕੁਲ ਜੀ। ਤੇ ਹੁਣ ਪ੍ਰੈਕਟੀਕਲ ਗੱਲ ਇਹ ਹੈ ਕਿ ਆਪਣਾ ਸਮਾਂ ਆਪਾਂ ਨੂੰ ਕਹਿ ਰਿਹਾ ਕਿ ਹੁਣ ਆਪਾਂ ਸਮਾਪਤੀ ਕਰੀਏ, ਦਰਸ਼ਕਾਂ ਤੋਂ ਇਜਾਜ਼ਤ ਲਈਏ, ਵਿਦਾ ਲਈਏ ਤੇ ਇਹ ਭਰੋਸਾ ਦਵਾਈਏ, ਇਹ ਵਾਅਦਾ ਕਰੀਏ ਕਿ ਅਗਲਾ ਨਵਾਂ ਐਪੀਸੋਡ ਲੈ ਕੇ ਪੰਜਾਬ ਫੋਕਸ ਦਾ ਮੁੜ ਤੋਂ ਹਾਜ਼ਰ ਹੋਵਾਂਗੇ। ਤੇ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਔਰ ਸਾਨੂੰ ਦੱਸੋ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ, ਤੁਸੀਂ ਇਹਦੇ ਵਿੱਚ ਹੋਰ ਕੀ ਕੁਝ ਚਾਹੁੰਦੇ ਹੋ। ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਇਹਨੂੰ ਹੋਰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਚਲਿਏ ਜੀ। ਹਾਂ ਜੀ, ਬਿਲਕੁਲ। ਸਤਿ ਸ਼੍ਰੀ ਅਕਾਲ ਜੀ।